ਹਾਜ਼ਰੀ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖਦੇ ਹੋ, ਪਿਆਰ ਕਰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਇੱਕ ਜ਼ਿਕਰ ਕਰਦੇ ਹਾਂ ਕਿ ਪ੍ਰਾਈਮ ਏਸ਼ੀਆ ਰੇਡੀਓ ਬਾਰੇ ਵੀ ਕਈ ਵਾਰ ਤੁਸੀਂ ਪੁੱਛਦੇ ਹੋ, ਉਹ ਵੀ ਤੁਸੀਂ ਸੁਣ ਸਕਦੇ ਹੋ ਜੀ। ਜੇ ਰੇਂਜ ਹੋਵੇ ਤਾਂ 1210 AM ਦੇ ਉੱਪਰ, ਪਰ ਉਹ ਜਿਸ ਏਰੀਏ ਦੇ ਵਿੱਚ ਚੱਲਦਾ ਉਧਰ ਸੈਕਰਮੈਂਟੋ ਸਾਈਡ ਉਧਰ ਹੀ ਹੈ। ਪਰ ਜੇ ਤੁਸੀਂ ਐਪ 'ਤੇ ਹੋ, ਪ੍ਰਾਈਮ ਏਸ਼ੀਆ ਟੀਵੀ ਦੀ ਐਪ ਹੈ ਤੁਹਾਡੇ ਫੋਨ ਦੇ ਵਿੱਚ, ਤਾਂ ਫਿਰ ਤੁਸੀਂ ਕਿਤੇ ਵੀ ਸੁਣ ਸਕਦੇ ਹੋ ਅਤੇ ਰੇਡੀਓ ਦੀ ਆਪਸ਼ਨ ਤੁਹਾਨੂੰ ਮਿਲ ਜਾਏਗੀ। ਨਾਲ ਆਪਣੇ ਵੀਰ ਪਰਮਵੀਰ ਬਾਠ ਹੋ ਬਾਠ ਸਾਹਿਬ, ਚੜ੍ਹਦੀ ਕਲਾ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਅੱਜ 1500 ਮੇਰੇ ਮੂੰਹੋਂ ਕਿਉਂ ਨਿਕਲਦਾ ਹੈ ਮੈਂ ਸੋਚ ਰਿਹਾ। 1500 ਤੁਹਾਡੇ ਮੂੰਹੋਂ ਤਾਂ ਨਿਕਲਦਾ ਸੀ ਕਿਉਂਕਿ $5 ਤੋਂ 15 ਤਾਂ ਨਹੀਂ ਕਰਨੇ? ਨਹੀਂ 15 ਕਰ ਨਹੀਂ ਸਕਦੇ। 1500 ਦੀ ਗੱਲ ਜਿਹੜਾ ਆਪ ਜੀ ਨੇ ਉਧਾਰਾ ਲਿਆ ਮੁੜ ਕੇ ਮੋੜੇ ਨਹੀਂ ਤੁਹਾਡਾ, ਤੇ ਹੁਣ ਵੇਖਣ ਡਿਆ। ਨਹੀਂ ਉਹ ਤਾਂ ਠੀਕ ਹੈ। ਜਿਹੜਾ 3000 ਦੇ ਹਿਸਾਬ ਨਾਲ ਇੱਧਰ ਦੇ ਹਿਸਾਬ ਨਾਲ ਦਿਓ, ਕੁਝ ਵੀ ਨਹੀਂ ਬਣਨਾ, ਹੁਣ ਹੀ ਬੰਦਾ ਮੋੜ ਦੇ। ਸਰਦਾਰ ਸਾਹਿਬ ਮੈਂ ਤਾਂ ਇਸ ਭੁਲੇਖੇ 'ਚ ਰਿਹਾ, ਮਾਫੀ ਕਿ ਜਿਹੜਾ 3000 ਤੁਸੀਂ ਮੇਰਾ ਦੇਣਾ ਸ਼ਾਇਦ ਉਹ 'ਚੋਂ ਕੱਟ ਲਓਗੇ, ਉਹ ਬੱਤੀ ਬਾਅਦ 'ਚ ਦੇਣਾ। ਨਹੀਂ ਉਹ ਵੱਖਰੇ ਰਹਿ ਗਏ ਨਾ, ਉਹ ਖਾਤਾ ਚੱਲਦਾ ਰੱਖਣਾ। ਉਹ ਤੇ ਦੇਖੋ ਨਾ, ਉਹ ਰਾਊਂਡ ਫਿਗਰ 'ਚ ਹੀ ਮੈਂ ਕਿਹਾ ਵੀ ਹੁਣ ਇੱਕ ਉਹ ਪੈਸੇ ਹੁੰਦੇ ਵੀ ਜਿਹੜੇ ਹਾੜੀ ਸੋਣੀ ਕਰਨੇ ਆ, ਇੱਕ ਹੁੰਦਾ ਹੱਥਦਾਰ। ਬਸ ਠੀਕ ਹੈ, ਹੱਥਦਾਰ ਆਪਾਂ ਨਿਬੇੜਦੇ ਰਹੀਏ, ਜਿਹੜੇ ਹਾੜੀ ਸੋਣੇ ਵਾਲੇ ਵੀ ਕਰਨਾ। ਨਹੀਂ ਮੈਂ ਵੈਸੇ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਵੀ ਦੱਸ ਦੇਵਾਂ ਕਿ ਭਾ ਜਿੰਨੇ ਕਿ ਦਿੰਦੇ ਆ ਉਨੇ ਕੁ ਲੈ ਲੈਂਦਾ। ਮੈਨੂੰ ਐਂ ਲੱਗਦਾ ਮੈਨੂੰ ਜ਼ੇਪੀ ਦੇ ਰੱਖਿਆ। ਵੈਸੇ ਗੱਲ ਹੀ ਆ, ਨਹੀਂ ਹੈ ਤਾਂ ਇਦਾਂ ਹੀ ਆ। ਚਲੋ ਇਹ ਵੀ ਜ਼ਰੂਰੀ ਹੁੰਦਾ, ਇਹ ਵੀ ਤੇ ਵੇਖੋ ਰੰਗਣਾ ਦੁਨੀਆ ਦੀ ਤਾਂ ਹੀ ਚੱਲਦੀ ਹੈ ਨਾ ਵੀ ਇੱਧਰੋਂ ਉੱਧਰ ਤੂੰ ਮੇਰੀ ਬਾਂਹ ਫੜ, ਮੈਂ ਤੇਰੀ ਬਾਂਹ ਫੜਦਾ। ਪਰ ਪ੍ਰਧਾਨ ਜੀ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣਾ, ਮੈਂ ਪ੍ਰਧਾਨ ਜੀ ਸ਼ਬਦ ਖਾਸ ਤੌਰ ਤੇ ਇਹ ਬਿਲਕੁਲ ਨਾ ਵਰਤੋ ਤੁਸੀਂ, ਇਹੋ ਹੀ ਤੇ ਰੌਲਾ, ਇਸੇ ਸ਼ਬਦ ਦਾ ਰੌਲਾ ਪੂਰੇ ਪੰਜਾਬ 'ਚ ਆਇਆ। ਪਰ ਮੈਂ ਤੁਹਾਨੂੰ ਦੱਸ ਦੇਣਾ ਕਿ ਤੁਸੀਂ ਚਲੋ ਠੀਕ ਆ, ਅੱਜ ਤੁਹਾਡੇ ਕੋਲ 4 ਪੈਸੇ ਹੈਗੇ ਆ, ਤਾਕਤ ਆ, ਬਹਿਣੀ ਉੱਠਣੀ ਲੀਡਰਸ਼ਿਪ ਦੇ ਨਾਲ ਆ ਤੁਹਾਡੀ, ਸਾਰਾ ਕੁਝ। ਚਲੋ ਤੁਸੀਂ ਮੂਹਰੇ ਵੀ ਸਾਰੇ ਦੇ ਸਾਹਮਣੇ ਦਬਕੇ ਮਾਰ ਲੈਂਦੇ ਆ, ਅੰਦਰ ਖਾਤੇ ਵੀ ਤੁਹਾਨੂੰ ਫੜ ਕੇ ਆਇਆ ਕਰਦੇ ਨੇ, ਪਤਾ ਹੀ ਮੇਰਾ। ਇਹ ਇਲਜ਼ਾਮ ਐਵੇਂ ਨਜਾਇਜ਼ ਲਾਈਏ ਨੇ। ਨਹੀਂ ਨਜਾਇਜ਼ ਨਹੀਂ ਲਾਉਣਾ, ਮੈਂ ਹੁਣ ਦੱਸਣ ਲੱਗਿਆ ਨਾ। ਮੈਂ ਦੱਸਦਾ ਵੀ ਭਾਈ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿੱਧਰ ਨੂੰ ਗੱਲ ਆ ਜਾਂਦੀ ਹੈ। ਤੁਸੀਂ ਬਰਵਾਲੇ ਵਾਲੇ ਰਾਮਪਾਲ ਦਾ ਦੇਖ ਲਓ। ਆਹੋ ਕੋਈ ਸਮਾਂ ਹੁੰਦਾ ਸੀ ਹੈ ਬਾਬਾ ਕਹਿੰਦੇ ਦੁੱਧ ਨਾਲ ਨਹਾਉਂਦਾ ਸੀ, ਖੀਰ ਲੋਕੀ ਖਾਂਦੇ। ਦੁੱਧ ਨਾਲ ਨਹਾਇਆ, ਖੀਰ ਖਵਾਉਂਦਾ ਸੀ। ਉਹੀ ਮੈਂ ਕਹਿੰਦਾ ਵੀ ਦੁੱਧ ਨਾਲ ਉਹ ਨਹਾਉਂਦਾ ਸੀ, ਖੀਰ ਉਸ ਦੁੱਧ ਦੀ ਲੋਕੀ ਖਾਂਦੇ ਸੀ। ਤੇ ਜਿਹਨੂੰ ਮਿਲ ਜਾਂਦੀ ਸੀ ਉਹ ਕਹਿੰਦਾ ਆਹਾ ਅੱਜ ਮੈਂ ਖਾਧੀ, ਕਹਿੰਦਾ ਉੱਤੋਂ ਬਾਬਿਆਂ ਨੇ ਇਸ਼ਨਾਨ ਕੀਤਾ, ਮੈਂ ਤੇ ਗਰਮ ਹੀ ਪਵਾ ਲਈ। ਲੈਂਦੀ ਗਰਮ ਨਹੀਂ ਕਹਿਣਾ, ਲੈਂਦੀ ਦਾ ਸਵਾਦ ਲੈਂਦੀ ਮੈਂ ਖਾ ਕੇ ਆਇਆ। ਤੇ ਹੁਣ ਵੇਖੀ ਤੂੰ ਮੇਰੀ ਵਜ੍ਹਾ ਕਿੱਦਾਂ ਹੁੰਦੀ। ਦੇਖੋ ਸੰਧਾਲੀਆ ਸਾਹਿਬ ਗੱਲ ਪਤਾ ਕੀ ਹੈ, ਮੈਂ ਇਸੇ ਕਰਕੇ ਮੈਨੂੰ ਕਦੇ ਬੜਾ ਖਿਆਲ ਆਉਂਦਾ ਤੁਹਾਡਾ। ਜਦੋਂ ਮੈਂ ਦੇਖਦਾ ਨਾ, ਜਦੋਂ ਆਪਾਂ ਆਸਾਰਾਮ ਦੇਖਦੇ ਹਾਂ, ਉਹਦਾ ਮੁੰਡਾ ਦੇਖਦੇ ਹਾਂ, ਤੁਹਾਡਾ ਉਹਨਾਂ ਨਾਲ ਲੈਣ ਦੇਣ ਕੋਈ ਨਹੀਂ, ਮੈਂ ਵੇਖ ਕਹਦੇ ਹਾਂ ਨਹੀਂ ਮੈਂ ਸਮਝ ਹੈ। ਤੇ ਇੱਧਰਲੇ ਪਾਸੇ ਜਦੋਂ ਸੱਚੇ ਸੌਦੇ ਵਾਲਾ ਦੇਖਦੇ ਹਾਂ, ਹਰ ਕੇਸ ਦੇ ਵਿੱਚ ਝਿੜਕ ਕੇ ਆਈ ਜਾਂਦਾ, ਫਿਕਰ ਜਿਹਾ ਹੋ ਜਾਂਦਾ। ਅੱਜ ਜਿੱਦਣ ਫਿਰ ਮੈਂ ਇਹਦੀ 7 ਲੋਕ ਵਾਲੇ ਦੀ 7 ਨਾ, ਇਹਨੇ ਵੀ 7 ਲੋਕ ਰੱਖਿਆ ਸੀ ਬਰਵਾਲੇ ਵਾਲੇ ਨੇ। ਹੁਣ ਰਾਮਪਾਲ ਦਾ ਦੇਖੋ ਤੁਸੀਂ ਮਸਲਾ ਕਿੰਨਾ ਵਧੀਆ ਹੈ, ਤੁਹਾਨੂੰ ਸੂਤ ਬੜਾ ਬੈਠਣਾ ਪ੍ਰੋਫੈਸ਼ਨ, ਕਿਉਂਕਿ ਪਹਿਲਾਂ ਬਹੁਤੇ ਇਦਾਂ ਦੇ ਹੁੰਦੇ ਆ ਜਿੱਦਾਂ ਹੈ ਨਾ। ਮੈਂ ਇਹ ਨਹੀਂ ਕਹਿੰਦਾ ਕਿ ਜਿੱਦਾਂ ਤੁਸੀਂ ਆ, ਮੈਂ ਉਹੀ ਕਹਿੰਦਾ ਵੀ ਅੱਜ ਮੈਂ 1500 ਮੰਗ ਕੀ ਲਿਆ। ਤੁਸੀਂ ਇਹ ਦੇਖੋ ਵੀ 1500 ਮੈਂ ਕੀ ਮੰਗ ਲਿਆ, ਬੰਦਾ ਕਿੱਥੋਂ ਤੱਕ ਜਾਣੇ। ਕਰਦੇ ਇਦਾਂ ਹੀ ਜਦੋਂ ਸੁਧਾਰ ਦੀ ਗੱਲ ਕਿਤੇ ਕਹਿੰਦਾ ਅਸੀਂ ਕਿਤੇ ਮਰ ਚੱਲੇ ਆ, ਹੈ ਨਾ, ਅੰਦਰ ਬਹਿ ਕਰੀ ਜਾਣਾ, ਇਹਦਾ ਤੇ ਕੰਮ ਹੀ ਹੈ। ਨਹੀਂ ਮੈਂ ਵੀਰ 1500 ਛੱਡਿਆ, 1500 ਛੱਡਿਆ ਨਹੀਂ, 1500 ਦੇ ਕੇ ਛੁੱਟੋਗੇ। ਇਹੋ ਜਿਹੇ ਇਲਜ਼ਾਮ ਨਾ ਲਾਓ, ਹੈ ਨਾ। ਚਲੋ ਇਹ ਤੇ ਉਹ ਗੱਲ ਹੈ, ਯਾਰ ਤੇਰਾ ਪੱਤਰਕਾਰ ਆ। ਹੁਣ ਸੰਧਾਲੀਆ ਸਾਹਿਬ ਜਿਹੜਾ ਰਾਮਪਾਲ ਭੁੱਲ ਗਿਆ ਹੋਣਾ ਕਈਆਂ ਨੂੰ, ਕਿਉਂਕਿ ਉਹਦੇ ਤੋਂ ਬਾਅਦ ਵੱਡੇ ਬਹੁਤ ਆ ਗਏ ਸੀ ਉੱਪਰ। ਆਹੋ ਹੁਣ ਤੁਸੀਂ ਦੇਖੋ ਕਿ ਉਹ ਬੰਦਾ ਕਦੇ ਜੇਈ ਹੁੰਦਾ ਸੀ, ਉਹਨੇ ਦੇਖਿਆ ਕਿ ਤਨਖਾਹ ਆਉਂਦੀ ਬਾਅਦ 'ਚ ਉੜ ਪਹਿਲਾਂ ਜਾਂਦੀ ਹੈ, ਟੱਬਰ ਬਿਜਲੀ ਦਾ ਬਿੱਲ ਜੀ, ਇਹਦਾ ਬਿੱਲ ਜੀ। ਨਹੀਂ ਨਾਲੇ ਉਹਨੂੰ ਇਹ ਪਤਾ ਸੀ ਨਾ ਵੀ ਇੱਥੇ ਐਵੇਂ ਕਿਸੇ ਤਾਰ ਨੂੰ ਗਲਤ ਮਲਤ ਹੱਥ ਲੱਗ ਗਿਆ ਤੇ ਮੁੜ ਕੇ ਜਾ ਜਾਂਦੀ ਹੋ ਜਾਣੀ ਹੈ। ਨਾਲੇ ਉਹਨੂੰ ਇਹ ਵੀ ਪਤਾ ਲੱਗ ਗਿਆ ਸੀ ਨਾ ਕਿ ਚਾਹੇ ਦਿੱਲੀ ਵਾਲੇ ਹੋਣ ਤੇ ਚਾਹੇ ਪੰਜਾਬ ਵਾਲੇ ਹੋਣ, ਕੰਮ ਤਾਂ ਸਾਰੇ ਉਹ ਪਲਾਸ ਲੈ ਕੇ ਉਹੀ ਕਰ ਲੈਂਦੇ ਮੁੱਖ ਮੰਤਰੀ। ਉਹਦੇ ਤੋਂ ਬਾਅਦ ਉਹਨੇ ਦਿੱਤਾ ਅਸਤੀਫਾ, ਹਨਾ। ਤੁਸੀਂ ਕਲਪਨਾ ਕਰੀ ਜਾਣੀ ਆ ਕਿ ਤੁਸੀਂ ਕਿੱਥੇ ਤੱਕ ਪਹੁੰਚ ਸਕਦੇ ਹੋ। ਫਿਰ ਉਹਨੇ ਯਾਰ ਮੇਰਾ ਨਾਂ ਕੱਢੋ ਇਹਦੇ, ਮੈਂ ਚਲੋ ਕਰ ਦਿੱਤਾ, ਇਹ ਬੜੀ ਦੂਰ ਜਾਂਦਾ ਜੀ, ਹੈ ਨਾ। ਕਿਉਂਕਿ ਉਹਨਾਂ ਦਾ ਸਿਆਪਾ ਇੱਕ ਨਿਬੜਦਾ ਨਹੀਂ, ਨਾਲ ਹੀ ਉਹ ਵਕੀਲ ਫਿਰ ਆ ਜਾਂਦਾ ਸਾਈਨ ਕਰਾਉਣ, ਕਹਿੰਦੇ ਬਾਬਾ ਇੱਥੇ ਕਰ ਦਿਓ, ਕਹਿੰਦੇ ਇਹ ਹੁਣ ਮੇਰੀ ਜ਼ਮਾਨਤ ਲੱਗਣੀ ਹੈ। ਨਹੀਂ ਸਾਰੇ ਕਹਿੰਦੇ ਅਗਲੇ ਕੇਸ ਦੀ ਤਰੀਕ ਆ। ਤੁਸੀਂ ਬਹੁਤ ਦੂਰ ਚਲ ਗਏ, ਮੈਂ ਤਾਂ ਇਹ ਸੋਚਦਾ ਸੀ ਤੁਹਾਨੂੰ ਦੁੱਧ ਬੜਾ ਲੱਗਣਾ ਹੀ। ਅਸੀਂ ਪਤਲਾ ਕਰਕੇ ਦੁੱਧ ਨਾਲ ਨਹੀਂ, ਦੁੱਧ ਤੇ ਮੈਂ ਖੀਰ ਤੋਂ ਵੈਸੇ ਹੀ ਬੜਾ ਦੂਰ ਆ। ਚਲੋ ਬਰਵਾਲੇ ਵਾਲਾ ਬੰਦਾ ਜਿਹੜਾ ਸੀ, ਜੇਈ ਤੋਂ ਅਸਤੀਫਾ ਦੇ ਦਿੱਤਾ। ਉਦੋਂ ਮਸੀਂ ਖਰਚਾ ਤੁਰਦਾ ਸੀ, ਮੋਟਰਸਾਈਕਲ 'ਚ ਤੇਲ ਮਸਾਂ ਪੈਂਦਾ ਸੀ, ਮੁੜ ਕੇ ਮਰਸੀਡੀਜ਼, ਮੁੜ ਕੇ BMW, ਕਾਰਾਂ ਆ ਗਈਆਂ। ਉਹਦੇ ਤੋਂ ਬਾਅਦ ਫਿਰ ਜ਼ਮੀਨ ਦਾ ਝਗੜਾ ਪੈ ਗਿਆ, ਬੰਦੇ ਮਰ ਗਏ। ਹੁਣ ਬੰਦੇ ਮਰ ਗਏ, ਅਦਾਲਤ ਨੇ ਰੋਜ਼ ਕਹਿਣਾ ਕਿ ਭਾਈ ਪੇਸ਼ ਹੋਣਾ ਚਾਹੀਦਾ, ਰਾਮਪਾਲ ਨੂੰ ਲਿਆ ਕੇ ਪੇਸ਼ ਕਰੋ। ਕਿਹੜੀ ਅਦਾਲਤ, ਨੋਟਿਸ ਪਾੜੀ ਜਾਣੇ। ਉਹਦੇ ਤੋਂ ਬਾਅਦ ਇੱਕ ਵਾਰੀ ਫਿਰ ਅਦਾਲਤ ਨੇ ਹੁਕਮ ਹੀ ਦੇ ਦਿੱਤਾ ਕਿ ਬਾਬਾ ਹੋਊਗਾ ਆਪਣੀ ਥਾਂ ਹੋਊਗਾ, ਪੈਰੋਕਾਰ ਵੱਧ ਹੋਣਗੇ ਆਪਣੀ ਥਾਂ ਹੋਣਗੇ,
ਚਾਹੇ ਆਸ਼ਰਮ 'ਚ ਲਿਆਉਣਾ ਪੈਂਦਾ, ਲਿਆ ਕੇ ਅਦਾਲਤ 'ਚ ਪੇਸ਼ ਕਰੋ। ਇਹ 7-8 ਸਾਲ ਪੁਰਾਣੀ ਗੱਲ ਹੈ। ਫੋਰਸ ਲੱਗ ਗਈ ਤੇ ਇੰਨਾ ਵਧੀਆ ਕੰਮ ਕੀਤਾ ਕਿ ਜਿਹੜਾ ਜ਼ਰੂਰੀ ਵਸਤਾਂ ਦੇ ਵਿੱਚ ਆਉਂਦਾ ਕਿ ਤੁਸੀਂ ਸਿਲੰਡਰ ਗੈਸ ਦੇ ਇਕੱਠੇ ਨਹੀਂ ਕਰ ਸਕਦੇ, ਇਹਨੇ ਦੇਖਿਆ ਕਿ ਕੰਧ ਤੋੜ ਕੇ ਪੁਲਿਸ ਵਾਲੇ ਅੰਦਰ ਆ ਵੜਨਗੇ, ਨਾਲ ਸਿਲੰਡਰਾਂ ਦੀ ਕੰਧ ਕਰ ਦਿੱਤੀ ਕਿ ਜੇ ਕੰਧ ਤੋੜਨਗੇ ਸਿਲੰਡਰਾਂ ਦੇ ਵਿੱਚੋਂ ਧਮਾਕਾ ਹੋਊਗਾ ਤਾਂ ਮੈਨੂੰ ਫੜ ਕਿੱਦਾਂ ਲੈਣਗੇ। ਆਪਣੇ ਜਿਹੜੇ ਪੈਰੋਕਾਰ ਸੀ ਉਹਨਾਂ ਦੀ ਵੀ ਲੇਅਰ ਬਣਾਤੀ ਇੱਕ। ਚਲੋ ਪੁਲਿਸ ਵਾਲੇ ਅੰਦਰ ਗਏ, 6 ਬੰਦੇ ਮਰੇ ਵੀ, ਇਹਨੂੰ ਫੜ ਕੇ ਲਿਆਂਦਾ ਵੀ। ਹੁਣ ਉਹ ਸਿਲੰਡਰ ਤੋਂ ਵੱਧ ਗਿਣਤੀ ਦੇ ਵਿੱਚ ਭਾਈ ਆਪਣੇ ਆਸ਼ਰਮ 'ਚ ਕਿੱਦਾਂ ਇਕੱਠੇ ਕਰ ਸਕਦਾ, 7 ਲੋਕ ਦੇ ਵਿੱਚ ਇਹ ਝੂਠ ਲੋਕ ਕਿੱਦਾਂ ਕਰ ਸਕਦਾ, ਉਸ ਮਸਲੇ ਤੇ 3 ਸਾਲ ਦੀ ਕੈਦ ਬੋਲ ਗਈ ਹੈ। ਵੈਸੇ ਪਹਿਲੇ ਕੇਸ ਦੇ ਵਿੱਚ ਜਦੋਂ ਤੱਕ ਇਹਨੂੰ ਆਖਰੀ ਸਾਹ ਨਹੀਂ ਆਉਂਦਾ ਰਾਮਪਾਲ ਉਦੋਂ ਤੱਕ ਅੰਦਰ। ਹਾਂ, ਜੇ ਕਿਸੇ ਨੇ ਮੱਥਾ ਅਜੇ ਵੀ ਟੇਕੀ ਜਾਣਾ ਹੈ, ਫੋਟੋ ਅਜੇ ਵੀ ਜੇਬ 'ਚ ਰੱਖੀ ਜਾਣੀ ਹੈ, ਅਜੇ ਵੀ ਉਹਨੂੰ ਪਤਾ ਨਹੀਂ ਕੀ ਕਹੀ ਜਾਣਾ, ਜਦੋਂ ਖੀਰ ਦੇਖਣੀ ਆ ਉਦੋਂ ਅੰਦਰ ਨਾ ਲੰਘਣੀ ਕਿ ਸਾਡੇ ਬਾਬਾ ਜੀ ਵਾਲੀ ਖੀਰ ਹੁੰਦੀ ਸੀ, ਹੁਣ ਵਾਲੀਆਂ ਖੀਰਾਂ ਸਵਾਦ ਕਿੱਥੇ ਆ, ਫਿਰ ਵੱਖਰੀ ਗੱਲ ਹੈ। ਸੋਚਣ ਵਾਲੀ ਗੱਲ ਇਹ ਵੀ ਹੈ ਵੈਟ ਸਾਹਿਬ ਵੀ ਜਿਹੜਾ ਬਾਬਾ ਇੰਨੀ ਸ਼ਕਤੀ, ਅਪਾਰ ਸ਼ਕਤੀ ਮਤਲਬ ਰੱਖਦਾ ਵੀ ਉਹਦੇ ਨਹਾਉਣ ਨਾਲ ਜਿਹੜਾ ਦੁੱਧ ਨਿਕਲਦਾ ਉਹਦੇ 'ਚੋਂ ਬਣੀ ਖੀਰ ਨਾਲ ਕਹਿੰਦੇ ਵੀ ਸਾਰੇ ਦੁੱਖ ਕੱਟੇ ਜਾਂਦੇ ਸੀ, ਉਹਦੇ 'ਚ ਇੰਨੀ ਵੀ ਤਾਕਤ ਨਾ ਹੋਈ ਵੀ ਜਿਹੜੀ ਬਾਹਰਲੀ ਫੋਰਸ ਹੈ ਇਹਨੂੰ ਮੈਂ ਡੱਕ ਸਕਾਂ ਵੀ ਸਿਲੰਡਰ ਰੱਖੀ ਬੈਠਾ। ਕੋਈ ਪੁਰਾਣੀ ਕੋਈ ਜੋਤੀ ਜਾਤੀ ਜਗਾ ਦਿੰਦਾ ਫਿਰ ਤੇ ਗੱਲ ਬਣਦੀ ਸੀ, ਚਮਚਾ ਖੀਰ ਦੇ ਰੱਖ ਦਿੰਦਾ ਹੈ ਨਾ। ਉਹ ਵੀ ਸਿਲੰਡਰ, ਉਹ ਵੀ ਮਾਡਰਨ ਚੀਜ਼ ਵੀ ਉਹਨਾਂ ਗੈਸਾਂ ਗੂਸਾਂ ਨਾਲ ਹੀ ਜੇ ਬਾਬੇ ਨੇ ਬਚਣਾ ਸੀਗਾ ਤੇ ਮੇਰੇ ਖਿਆਲ ਨਾਲ ਲੋਕਾਂ ਨੂੰ ਉਦੋਂ ਹੀ ਸਮਝ ਆ ਜਾਂਦੀ। ਪਰ ਨਹੀਂ ਸਮਝ ਇਹ ਮੇਰਾ ਖਿਆਲ ਨਹੀਂ ਆਉਂਦੀ, ਕਿਉਂਕਿ ਅਜੇ ਵੀ ਤੇ ਦੇਖੋ ਉਸ ਹਿਸਾਬ ਨਾਲ ਕੰਮ ਚੱਲੀ ਜਾਂਦਾ। ਕਿਹੜਾ ਵੀ ਕੋਈ ਕਮੀ ਆ ਗਈ, ਕੋਈ 2-4 ਫੜੇ ਗਏ ਹੋਣਗੇ, ਉਹ 10-15 ਹੋਰ ਬਣ ਜਾਂਦੇ ਆ, ਸਗੋਂ ਵਧੀਆ ਕੰਮ ਚੱਲਦਾ। ਪਰ ਇਹ ਚਲੋ ਅਦਾਲਤਾਂ ਦੀ ਗੱਲ ਜੇ ਚਲਾ ਹੀ ਦਿੱਤੀ ਹੈ ਤੁਸੀਂ। ਇੱਕ ਅਦਾਲਤ ਹੁਸ਼ਿਆਰਪੁਰ ਵਾਲੀ ਨੇ ਵੀ ਕਹਿੰਦੇ ਵੀ ਨਵਾਂ ਨੋਟਿਸ ਕੱਢ ਮਾਰਿਆ, ਹੁਣ ਤਰੀਕ ਜੇ ਮੈਂ ਗਲਤ ਨਹੀਂ ਤੇ 28 ਨਵੰਬਰ ਪਾਈ ਉਹਨਾਂ ਨੇ, ਤੇ ਵੱਡੇ ਬਾਦਲ ਸਾਹਿਬ ਨੂੰ ਸੱਦਿਆ ਹੋਈ। ਇਹ ਥੋੜਾ ਜਿਹਾ ਪੇਜ ਹੈ ਤੇ ਕਸੂਤਾ, ਪਰ ਮੈਂ ਵੈਸੇ ਸੋਚਦਾ ਹਾਂ ਵੀ ਕਈ ਬੰਦਿਆਂ ਨੂੰ ਇਹ ਲੱਗਦਾ ਹੋਣਾ ਵੀ ਯਾਰ ਕਿੱਥੇ ਬਾਦਲ ਸਾਹਿਬ ਦਾ ਪਿੰਡ, ਕਿੱਥੇ ਹੁਸ਼ਿਆਰਪੁਰ ਵਾਲੀ ਅਦਾਲਤ, ਵੀ ਇੱਧਰੋਂ ਇੱਧਰ ਕਿੱਧਰ ਸੱਦਿਆ। ਮੈਨੂੰ ਲੱਗਦਾ ਵੀ ਆਪਾਂ ਗੱਲ ਕਰ ਲਈਏ। ਸੰਧਾਲੀਆ ਸਾਹਿਬ, ਬਲਵੰਤ ਸਿੰਘ ਖੇੜਾ ਮਾਲਟਾ ਜਦੋਂ ਕਿਸ਼ਤੀ ਕਾਂਡ ਹੋਇਆ ਸੀ ਉਹਦੇ ਜਾਂਚ ਕਮਿਸ਼ਨ ਦੇ ਮੁਖੀ ਸੀ, ਉਹ ਆਪੇ ਕਮੇਟੀ ਬਣਾਈ ਉਹਨਾਂ ਨੇ ਪਰਿਵਾਰਾਂ ਨਾਲ ਲੈ ਕੇ। ਪਟੀਸ਼ਨ ਉਹਨਾਂ ਨੇ ਪਾਤੀ ਸੀ ਕਿਉਂਕਿ ਇੱਕ ਸੋਸ਼ਲਿਸਟ ਪਾਰਟੀ ਦੇ ਵਿੱਚ ਵੀ ਉਹ ਬੜੇ ਸਰਗਰਮ ਸੀਗੇ। ਸੋਸ਼ਲਿਸਟ ਪਾਰਟੀ ਵੈਸੇ ਬਹੁਤੇ ਨੇ ਸੁਣੀ ਨਹੀਂ, ਉਹ ਪੰਜਾਬ 'ਚ ਹੈਗੀ ਆ ਤੇ ਉਹਦੇ ਵਿੱਚ ਸਰਗਰਮ ਨੇ ਬਲਵੰਤ ਸਿੰਘ ਖੇੜਾ। ਹੁਣ ਇਲੈਕਸ਼ਨ 'ਚ ਖੜਦੇ ਆ ਕਿ ਨਹੀਂ ਖੜਦੇ ਆ ਤਾਂ ਵੋਟਾਂ ਕਿੰਨੀਆਂ ਪੈਂਦੀਆਂ ਉਹ ਵੱਖਰੀ ਗੱਲ ਹੈ। ਉਹਨਾਂ ਨੇ ਅਦਾਲਤ ਦੇ ਵਿੱਚ ਪਾਤਾ ਕਿ ਅਕਾਲੀ ਦਲ ਨੇ ਦੋਹਰਾ ਸੰਵਿਧਾਨ ਰੱਖਿਆ ਕਿ ਨਹੀਂ ਰੱਖਿਆ, ਜੱਜ ਸਾਹਿਬ ਦੇਖਣ ਕਿ ਦੋਹਰਾ ਸੰਵਿਧਾਨ ਰੱਖਿਆ ਕਿ ਜਦੋਂ SGPC ਜਾਂ ਦਿੱਲੀ ਕਮੇਟੀ ਦੀਆਂ ਚੋਣਾਂ ਲੜਨੀਆਂ ਹੁੰਦੀਆਂ ਤਾਂ ਸੰਵਿਧਾਨ ਹੋਰ ਦੇ ਦਿੰਦੇ ਆ, ਜਦੋਂ ਲੋਕ ਸਭਾ, ਵਿਧਾਨ ਸਭਾ, ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਲੜ ਰਹੀਆਂ ਹੁੰਦੀਆਂ, ਰਾਜ ਸਭਾ ਦੇ ਵਿੱਚ ਬੰਦੇ ਭੇਜਣੇ ਹੁੰਦੇ ਆ ਤੇ ਉਦੋਂ ਸੰਵਿਧਾਨ ਹੋਰ ਦੇ ਦਿੰਦੇ ਆ। ਤੇ ਇਹ ਜਿਹੜੇ ਵੱਖੋ ਵੱਖਰੇ ਸੰਵਿਧਾਨ ਨੇ, ਕਿਉਂਕਿ ਭਾਰਤੀ ਕਾਨੂੰਨ ਦੇ ਮੁਤਾਬਕ ਤੁਸੀਂ 2 ਸੰਵਿਧਾਨ ਪੋਲੀਟੀਕਲ ਪਾਰਟੀ ਰੱਖ ਨਹੀਂ ਸਕਦੀ, ਤਾਂ ਉਹਨੇ ਕਿਹਾ ਸੀ ਇਹਨਾਂ ਦੀ ਮਾਨਤਾ ਰੱਦ ਕਰੋ, ਇਹਨਾਂ ਬੰਦਿਆਂ ਦੀ ਚੋਣ ਲੜਨ ਦੇ ਉੱਤੇ ਪਾਬੰਦੀ ਲਾਓ। ਹੁਸ਼ਿਆਰਪੁਰ ਦੇ ਰਹਿਣ ਵਾਲੇ ਆ, ਹੁਸ਼ਿਆਰਪੁਰ ਦੀ ਅਦਾਲਤ ਦੇ ਵਿੱਚ ਕੇਸ ਕਰ ਦਿੱਤਾ। ਪਹਿਲਾਂ ਤਾਂ ਵਕੀਲਾਂ ਨਾਲ ਸਰਦਾ ਰਿਹਾ। ਆ ਪਿਛਲੇ ਦਿਨਾਂ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਤੇ ਅਕਾਲੀ ਦਲ ਦੇ ਹੁਣ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵੀ ਸੱਦਿਆ ਸੀ, ਉਹ ਵੀ ਹੋ ਕੇ ਆਏ ਆ। ਕਿਉਂਕਿ ਜਦੋਂ ਸੰਵਿਧਾਨ ਪੇਸ਼ ਕੀਤੇ ਹੋਣੇ ਆ ਉਦੋਂ ਬਾਦਲ ਸਾਹਿਬ ਕਰਤਾ ਧਰਤਾ ਹੁੰਦੇ ਸੀ। ਹੁਣ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਸੱਦਿਆ ਕਿ ਨਿੱਜੀ ਤੌਰ ਦੇ ਉੱਤੇ ਤੁਸੀਂ ਪੇਸ਼ ਹੋਵੋ, ਤੁਹਾਡੇ ਵੱਲੋਂ ਵਕੀਲ ਆਉਂਦੇ ਆ, ਵੱਖਰੀ ਗੱਲ ਹੈ। ਇਹ ਬਹੁਤ ਲੰਬੇ ਸਮੇਂ ਤੋਂ ਰੇੜਕਾ ਪਿਆ ਕਿ ਜੇ ਇਹ ਫੈਸਲਾ ਅਕਾਲੀ ਦਲ ਦੇ ਖਿਲਾਫ ਚਲੇ ਗਿਆ ਤਾਂ ਨੁਕਸਾਨ ਬਹੁਤ ਹੋਊਗਾ। ਹਾਲਾਂਕਿ ਹੁਸ਼ਿਆਰਪੁਰ ਦੀ ਅਦਾਲਤ ਹੈ, ਉਹਦੇ ਤੋਂ ਬਾਅਦ ਚੰਡੀਗੜ੍ਹ ਦੀ ਅਦਾਲਤ ਹੈ, ਉਹਦੇ ਤੋਂ ਬਾਅਦ ਦਿੱਲੀ ਦੀ ਅਦਾਲਤ ਹੈ। ਕੰਮ ਬਹੁਤ ਲੰਬਾ, ਬੰਦੇ ਖੇੜਾ ਸਾਹਿਬ ਬਜ਼ੁਰਗ ਨੇ, ਸਾਂਭੂਗਾ ਕੌਣ? ਕਿਉਂਕਿ ਹੌਲੀ ਹੌਲੀ ਬੰਦੇ ਦੀ ਸ਼ਕਤੀ ਘਟੀ ਜਾਂਦੀ ਹੁੰਦੀ ਨਾ। ਪਰ ਆ ਜਿਹੜਾ ਹੁਣ ਵੱਡੇ ਬਾਦਲ ਸਾਹਿਬ ਨੂੰ ਸੱਦਿਆ, ਆਪ ਝੀਕੜ ਤਾਂ ਪਊਗਾ। ਦੇਖੋ, ਪਰ ਇਹ ਵੀ ਤੇ ਕਿਹੜਾ ਅੱਜ ਦੀ ਗੱਲ ਹੈ, ਜੇ ਮੈਂ ਗਲਤ ਨਹੀਂ ਤੇ ਮੇਰਾ ਖਿਆਲ 99-90 ਦੀ ਗੱਲ ਆ। ਹੁਣ 99-90 ਤੋਂ ਹੁਣ ਦੇ ਹਿਸਾਬ ਨਾਲ ਆਪਾਂ ਲਾ ਲਈਏ ਤੇ ਜੇ ਮੋਟਾ ਵੀ 30-32 ਸਾਲ ਹੋ ਗਏ, 30-32 ਸਾਲ ਹੋ ਗਏ ਇੱਕ ਕੇਸ ਚੱਲ ਰਿਹਾ ਅਜੇ ਵੀ ਹੁਸ਼ਿਆਰਪੁਰ ਦੀ ਅਦਾਲਤ ਦੇ ਵਿੱਚ। ਤੇ ਜਿਹੜਾ 30-32 ਸਾਲਾਂ ਦੇ ਵਿੱਚ ਅਜੇ ਤੱਕ ਹਾਈ ਕੋਰਟ, ਸੁਪਰੀਮ ਕੋਰਟ ਤੱਕ ਕੇਸ ਨਹੀਂ ਗਿਆ, ਤੇ ਸਟਿਲ ਉਹਦੇ ਵਿੱਚ ਸਿਰਫ ਇਹੀ ਸੀਗਾ ਵੀ ਜਦੋਂ ਦੁਬਾਰਾ ਤਰੀਕ ਪਈ ਤੇ ਉਹ ਕਹਿੰਦੇ ਅੱਛਾ ਓਕੇ ਇਹਨਾਂ ਨੇ ਅੱਛਾ ਇਹ ਸੁਖਬੀਰ ਸਿੰਘ ਬਾਦਲ ਤੇ ਦਲਜੀਤ ਸਿੰਘ ਚੀਮਾ ਜ਼ਮਾਨਤ ਲੈ ਗਏ, ਇਹ ਫਿਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜ਼ਮਾਨਤ ਉਹ ਕਹਿੰਦੇ ਜੀ ਉਹਨਾਂ ਨੇ ਨਹੀਂ ਲਈ, ਓਕੇ ਫਿਰ 28 ਨੂੰ ਉਹਨਾਂ ਕੋਲ ਜ਼ਮਾਨਤ ਲਾਓ। ਅਜੇ ਤੇ ਇੱਥੋਂ ਤੱਕ ਦੀ ਚਰਚਾ ਚੱਲਦੀ ਪਈ ਆ। ਹੁਣ ਇਹ ਤੇ ਮੇਰਾ ਖਿਆਲ ਉਹਨਾਂ ਨੂੰ ਵੀ ਗੱਲ ਲਗਭਗ ਕਲੀਅਰ ਹੀ ਆ ਵੀ ਮਤਲਬ ਇਹ ਅਦਾਲਤੀ ਕਾਰਵਾਈ ਹੁੰਦੀ ਆ, ਇਹਨੂੰ ਕਿਵੇਂ ਲਮਕਾਉਣਾ, ਕਿਵੇਂ ਹੋਰ ਅੱਗੇ ਪਾਉਣਾ। ਸੋ ਮੈਨੂੰ ਲੱਗਦਾ ਨਹੀਂ ਵੀ ਇਹਦੇ 'ਚ ਅਕਾਲੀ ਦਲ ਨੂੰ ਕੋਈ ਬਹੁਤਾ ਨੁਕਸਾਨ ਹੋਵੇ, ਕਿਉਂਕਿ ਜਦੋਂ ਜੋ ਤਰੀਕ ਆਉਂਦੀ ਆ ਉਦੋਂ ਆਉਂਦਾ ਅੱਛਾ ਅਕਾਲੀ ਦਲ ਦੀ ਮਾਨਤਾ ਰੱਦ ਹੋਏਗੀ, ਹੋਣਾ ਕੁਛ ਵੀ ਨਹੀਂ, ਉਹ ਤੇ ਉਹਨਾਂ ਨੂੰ ਪਤਾ। ਖਬਰ ਬਣਦੀ ਹੈ ਤੇ ਖਬਰ ਮੁੜ ਕੇ ਧੁੰਦਲੀ ਹੋ ਜਾਂਦੀ, ਧੁੰਦਲੀ ਹੁੰਦੀ ਮਿਟ ਜਾਂਦੀ ਹੈ। ਮੈਨੂੰ ਇਹ ਵੀ ਸ਼ੱਕ ਹੈ ਵੀ ਸ਼ਾਇਦ ਵੱਡੇ ਬਾਦਲ ਸਾਹਿਬ ਜਾਣ ਵੀ ਨਾ, ਕਿਉਂਕਿ ਬਜ਼ੁਰਗ ਨੇ, ਉਹ ਆਪਣੇ ਵਕੀਲ ਥਰੂ ਇਹ ਵੀ ਤੇ ਕਹਿ ਹੀ ਸਕਦੇ ਵੀ ਨਿੱਜੀ ਤੌਰ ਤੇ ਮੈਂ ਨਹੀਂ ਆ ਸਕਦਾ ਜੀ, ਵੀ ਮਤਲਬ ਜਿਹੜੀ ਵੀ ਗੱਲਬਾਤ ਆ ਮੇਰੇ ਵਕੀਲ ਸਾਹਿਬ, ਮੇਰੇ ਰਿਪਰੈਜ਼ੈਂਟੇਟਿਵ ਨੇ, ਉਹ ਚਲੇ ਜਾਂਦੇ ਆ, ਗੱਲ ਨਿਬੜ ਜੂਗੀ। ਹਾਂ ਠੀਕ ਹੈ ਤੁਹਾਡੀ ਗੱਲ, ਪਰ ਕੇਸ ਚੱਲਦਾ ਹੈ।
ਬਹੁਤੇ ਕੇਸ ਖਾਰਜ ਹੋ ਜਾਂਦੇ ਹੁੰਦੇ ਆ ਕਿ ਭਾਈ ਇਹ ਕੇਸ ਐਗਜ਼ਿਸਟ ਨਹੀਂ ਕਰਦੇ, ਇਹ ਤੁਸੀਂ ਕਰ ਨਹੀਂ ਸਕਦੇ, ਜਾਂ ਇੱਧਰ ਜਾਓ ਉੱਧਰ ਜਾਓ। ਇਹ ਕੇਸ ਅਜੇ ਤੱਕ ਚੱਲੀ ਜਾਂਦਾ ਤੇ ਉੱਥੇ ਬਾਰ-ਬਾਰ ਪੇਸ਼ ਹੋਣਾ ਪੈ ਰਿਹਾ। ਇਹ ਆਪਣੇ ਆਪ 'ਚ ਇੰਪੋਰਟੈਂਟ ਗੱਲ ਹੈ। ਹੁਣ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਛੇੜੀ ਹੈ ਤੇ ਨਾਲ ਲੱਗਦੀ ਕਾਂਗਰਸ ਦੀ ਵੀ ਛੇੜ ਲਈ ਹੈ। ਪਿਛਲੇ ਦਿਨਾਂ 'ਚ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਈ ਵਾਰੀ ਕਿਹਾ ਸੀ ਕਿ ਬਿਜਲੀ ਸਮਝੌਤੇ ਰੱਦ ਕਰੋ, ਤੁਸੀਂ ਖੇਤੀਬਾੜੀ ਕਾਨੂੰਨ ਰੱਦ ਕਰੋ, ਤੁਸੀਂ ਨਸ਼ਿਆਂ ਦੇ ਮੁੱਦੇ ਦੇ ਉੱਤੇ ਐਸਟੀਐਫ ਦੀ ਰਿਪੋਰਟ ਖੋਲੋ। ਐਸਟੀਐਫ ਵਾਲਾ ਮਸਲਾ ਤਾਂ ਜਿਹੜਾ ਹਾਈ ਕੋਰਟ ਦੇ ਵਿੱਚ ਪਿਆ, ਉਹ ਉਮੀਦ ਹੈ ਕਿ ਨਵੰਬਰ ਮਹੀਨੇ ਦੇ ਵਿੱਚ ਕੁਛ ਨਾ ਕੁਛ ਹੋ ਜਾਣਾ, ਕਿਉਂਕਿ ਜੱਜ ਸਾਹਿਬ ਨੇ ਮੰਗ ਲਈ ਆ ਰਿਪੋਰਟ ਕਿ ਭਾਈ ਆਓ ਸਾਨੂੰ ਚੈਂਬਰ 'ਚ ਦੇ ਜਾਓ। ਹੁਣ ਅਗਲੀ ਵਾਰੀ ਜਦੋਂ ਆਪਾਂ ਤਰੀਕੇ ਇਕੱਠੇ ਹੋਣਾ ਤੇ ਫਿਰ ਉਦੋਂ ਅਸੀਂ ਡਿਸੀਜਨ ਦੇਵਾਂਗੇ ਕਿ ਇਹ ਰਿਪੋਰਟ ਜਨਤਕ ਕੀਤੀ ਜਾਵੇ ਜਾਂ ਨਾ, ਜਾਂ ਉਹਦੇ ਬਾਰੇ ਅਗਲਾ ਐਕਸ਼ਨ ਕੀ ਹੋਵੇ। ਪਰ ਜਿਹੜਾ ਦੂਸਰਾ ਮਸਲਾ ਸੀ ਉਹ ਸੀ ਬਿਜਲੀ ਸਮਝੌਤਿਆਂ ਦਾ, ਕਿਉਂਕਿ ਤੁਸੀਂ ਪਿਛਲੇ 3 ਮਹੀਨਿਆਂ ਦੇ ਵਿੱਚ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਤੇ ਨਵਜੋਤ ਸਿੰਘ ਸਿੱਧੂ ਅਜੇ ਕੁਝ ਵੀ ਨਹੀਂ ਹੁੰਦੇ ਸੀ, ਇੱਕ ਐਮਐਲਏ ਸੀ, ਪ੍ਰਧਾਨ ਵੀ ਨਹੀਂ ਸੀ ਪਾਰਟੀ ਦੇ, ਉਦੋਂ ਦੇ ਬਾਰ-ਬਾਰ ਕਹਿੰਦੇ ਆ ਕਿ ਇੱਕ ਧਿਰ ਨੇ ਸਰਕਾਰ ਬਣਾ ਕੇ ਗਲਤ ਸਮਝੌਤੇ ਕੀਤੇ, ਮੋਹਰਿਓਂ ਸਾਡੀ ਪਾਰਟੀ ਦੀ ਸਰਕਾਰ ਕੈਪਟਨ ਸਾਹਿਬ ਦੀ ਅਗਵਾਈ 'ਚ ਬਣੀ ਤੇ ਉਹਨਾਂ ਸਮਝੌਤੇ ਰੱਦ ਨਹੀਂ ਕੀਤੇ ਤੇ ਪਿਛਲੇ 10-12 ਸਾਲਾਂ ਤੋਂ ਪੰਜਾਬ ਦੇ ਲੋਕਾਂ ਦਾ ਖੂਨ ਨੁਚੜ ਰਿਹਾ। ਉਹਨਾਂ ਨੂੰ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਹੈ, 12-15 ਰੁਪਏ ਨੂੰ ਯੂਨਿਟ ਮਿਲਦੀ ਹੈ, ਜਦਕਿ 3 ਰੁਪਏ ਨੂੰ ਯੂਨਿਟ ਸੋਲਰ ਤੋਂ ਪੰਜਾਬ ਦੇ ਲੋਕਾਂ ਨੂੰ ਆਰਾਮ ਨਾਲ ਮਿਲ ਸਕਦੀ ਹੈ। ਤੇ ਲੋਕ ਉਦੋਂ ਸੋਚਦੇ ਹੁੰਦੇ ਯਾਰ ਬਿੱਲ ਐਤਕੀ 2000 ਆਇਆ ਸੀ, ਫਿਰ ਤਾਂ 400 ਆਉਣਾ, ਕਿਉਂਕਿ ਹਰ ਘਰ 'ਚ ਮੀਟਰ ਲੱਗਾ, ਹਰ ਘਰ 'ਚ ਬਲਬ ਜਗਦਾ ਹੈ, ਹਰ ਘਰ 'ਚ ਪੱਖਾ ਚੱਲਦਾ ਹੈ, ਹਰ ਇੱਕ ਬੰਦੇ ਨੇ ਮੋਬਾਈਲ ਚਾਰਜ ਕਰਨਾ, ਮਧਾਣੀਆਂ ਵੀ ਸੁੱਖ ਨਾਲ ਹੁਣ ਬਿਜਲੀ ਤੇ ਨੇ ਤੇ ਸਾਰੇ ਬੰਦਿਆਂ ਦਾ ਉਸੇ ਵੇਲੇ ਧਿਆਨ ਹੁੰਦਾ ਹੈ ਹੋ ਜੂ। ਹੁਣ ਪਿਛਲੇ ਦਿਨੀ ਜਦੋਂ ਇਹ ਕਿਹਾ ਗਿਆ ਕਿ 8 ਨਵੰਬਰ ਨੂੰ ਆਪਾਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਾਂਗੇ, ਚਰਨਜੀਤ ਸਿੰਘ ਚੰਨੀ ਹੋਰਾਂ ਨੇ ਲੁਧਿਆਣੇ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪੀਸੀ ਕਰਕੇ ਦੱਸਿਆ ਪ੍ਰੈਸ ਕਾਨਫਰੰਸ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਖੇਤੀ ਕਾਨੂੰਨ ਰੱਦ ਕਰਾਂਗੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਬੀਐਸਐਫ ਵਾਲੇ ਮੁੱਦੇ ਦੇ ਉੱਤੇ ਵੀ ਅਸੀਂ ਵਿਧਾਨ ਸਭਾ 'ਚ ਮਤਾ ਪਾਸ ਕਰਾਂਗੇ। ਪਰ ਬਿਜਲੀ ਸਮਝੌਤੇ ਰੱਦ ਕਰਨ ਜਾਂ ਰਿਵਿਊ ਕਰਨ ਜਾਂ ਕੁਝ ਵੀ ਕਰਨ ਦੇ ਬਾਬਤ ਉਹ ਬੋਲੇ ਨਹੀਂ ਸੀ। ਫਿਰ ਨਵਜੋਤ ਸਿੰਘ ਸਿੱਧੂ ਦਿੱਲੀ ਗਏ ਸੀ, ਉਹਨੂੰ ਯਾਦ ਹੋਣਾ, ਨਵੇਂ ਬਣੇ ਹਰੀਸ਼ ਚੌਧਰੀ ਕਾਂਗਰਸ ਦੇ ਇੰਚਾਰਜ ਨੇ, ਉੱਥੇ ਫਿਰ ਲੰਬੀਆਂ ਚੌੜੀਆਂ ਵਿਚਾਰਾਂ ਹੋਈਆਂ ਤੇ ਉੱਥੇ ਵੀ ਪਤਾ ਲੱਗਾ ਕਿ ਨਵਜੋਤ ਸਿੰਘ ਸਿੱਧੂ ਨੇ ਬਾਰ-ਬਾਰ ਰੌਲਾ ਪਾਇਆ ਸੀ। ਦੇਖੋ ਸਿਆਸੀ ਤੌਰ ਤੇ ਪਾਉਂਦੇ ਆ, ਮੁੱਖ ਮੰਤਰੀ ਬਣਨਾ ਚਾਹੁੰਦੇ ਸੀ, ਕੀ ਆ ਉਹ ਵੱਖਰੀ ਗੱਲ ਆ, ਪਰ ਰੌਲਾ ਪਿਆ। ਉਹਦੇ ਤੋਂ ਬਾਅਦ ਇੱਕ ਦਿਨ ਚੰਨੀ ਸਾਹਿਬ ਸੱਦੇ, ਹੁਣ ਫੇਰ ਚੰਨੀ ਸਾਹਿਬ ਸੱਦ ਲਿਆ ਤੇ ਹੁਣ ਪਤਾ ਇਹ ਲੱਗਿਆ ਕਿ 2 ਨਵੰਬਰ ਤੱਕ ਪੰਜਾਬ ਦੀ ਕੈਬਨਿਟ ਕੋਸ਼ਿਸ਼ ਕਰ ਰਹੀ ਹੈ ਕਿ ਫੈਸਲਾ ਕਰ ਦਈਏ। ਕਮੇਟੀ ਬਣੀ ਹੋਈ ਆ, ਮੀਟਿੰਗਾਂ ਉਹਦੀਆਂ ਵੀ ਹੋਈਆਂ ਕਿ ਕੋਈ ਨਾ ਕੋਈ ਬਿਜਲੀ ਸਮਝੌਤਾ ਉਦਣ ਵਿਧਾਨ ਸਭਾ ਦੇ ਵਿੱਚ ਸੈਸ਼ਨ ਚੱਲਣ ਤੋਂ ਪਹਿਲਾਂ ਅਸੀਂ ਪੂਰਾ ਰੂਪਰੇਖਾ ਤਿਆਰ ਕਰ ਲਈਏ। ਸਾਰੇ ਤਾਂ ਰੱਦ ਨਹੀਂ ਹੋਣੇ, ਕਿ ਇੱਕ ਅੱਧਾ ਕੋ ਰੱਦ ਕਰ ਸਕੀਏ, ਕੁਝ ਇੱਕ ਨੂੰ ਜੁਰਮਾਨੇ ਲਾ ਸਕੀਏ, ਕੁਝ ਇੱਕ ਨਾਲ ਗੱਲਾਂ ਬਾਤਾਂ ਕਰ ਸਕੀਏ ਕਿ ਭਾਈ ਤੁਸੀਂ ਪਿਛਲੀ ਵਾਰੀ ਬਿਜਲੀ ਸਪਲਾਈ ਪੂਰੀ ਨਹੀਂ ਦਿੱਤੀ, ਅਸੀਂ ਤੁਹਾਡੇ ਤੋਂ ਲੈਣੀ, ਜਾਂ ਰੇਟ ਘਟਾਓ। ਜੇ ਕਿਤੇ ਇਦਾਂ ਦਾ ਕੰਮ ਆਉਣ ਵਾਲੇ ਪੰਜਾਬ ਵਿਧਾਨ ਸਭਾ ਦੇ 8 ਤਰੀਕ ਦੇ ਸਪੈਸ਼ਲ ਇੱਕ ਦਿਨਾਂ ਸੈਸ਼ਨ ਦੇ ਵਿੱਚ ਹੋ ਗਿਆ ਤਾਂ ਭੜਥੂ ਜਿਹਾ ਪੰਜਾਬ ਦੀ ਰਾਜਨੀਤੀ ਫੇਰ ਪੈ ਜਾਣਾ। ਇਹਦੀ ਭੜਥੂ ਵੀ ਪਊਗਾ ਤੇ ਇਹ ਵੀ ਹੋ ਸਕਦਾ ਵੀ ਸਿੱਧੂ ਸਾਹਿਬ ਨੂੰ ਥੋੜੀ ਜਿਹੀ ਰਾਹਤ ਮਿਲੇ, ਕਿਉਂਕਿ ਹੁਣ ਤੇ ਮੇਰੇ ਖਿਆਲ ਨਾਲ ਟਵਿੱਟਰ ਵਾਲੇ ਵੀ ਸੋਚਦੇ ਨੇ ਵੀ ਯਾਰ ਇਧਰੋਂ ਜਦੋਂ ਆਉਂਦਾ ਜਮਾ ਐ ਆਉਂਦਾ ਹੀ ਉਹ ਗਰਮੀ 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 ਤੱਤਾ ਹੀ ਹੈ ਨਾ ਨਿੱਘਾ ਜਿਹਾ। ਸੋ ਹੋ ਸਕਦਾ ਵੀ ਥੋੜੇ ਦਿਨ ਉਹਨਾਂ ਦਾ ਟਵਿੱਟਰ ਵੀ ਥੋੜਾ ਜਿਹਾ ਠੰਡਾ ਹੋਵੇ, ਜਿੱਦਾਂ ਹੀਟਰ ਨਹੀਂ ਕਈ ਵਾਰ ਤਪਿਆ ਹੁੰਦਾ, ਉਸ ਹਿਸਾਬ ਨਾਲ ਟਵਿੱਟਰ ਹੈਂਡਲ ਵੀ ਉਹਨਾਂ ਦਾ ਤਪਿਆ ਇਸ ਵੇਲੇ। ਪਰ ਮੈਂ ਵੈਸੇ ਸੋਚਦਾ ਬਾਟ ਸਾਹਿਬ, ਕੁਦਰਤੀ ਮੇਰੇ ਦਿਮਾਗ 'ਚ ਆਈ ਗੱਲ, ਮੈਂ ਕਿਹਾ ਯਾਰ ਹੁਣ ਦੇਖੋ ਕਿੰਨੀਆਂ ਥਾਵਾਂ ਦੇ ਉੱਪਰ ਸਬਸਿਡੀਆਂ ਦਿੰਦੀ ਨਾ ਸਰਕਾਰ, ਮੈਂ ਜੀ ਇਹ ਕਿਸਾਨਾਂ ਨੂੰ ਦੇਣੀ ਹੈ ਜੀ, ਇਹ ਸਬਸਿਡੀ ਹੁਣ ਇੰਡਸਟਰੀ ਨੂੰ ਦੇਣੀ ਹੈ ਜੀ, ਇਹ ਸਬਸਿਡੀ ਅਸੀਂ ਫਿਰ ਹੁਣ ਜਿਹੜੇ ਗਰੀਬ ਵਰਗ ਹੈ ਜੀ ਉਹਨਾਂ ਨੂੰ ਦੇਣੀ ਹੈ ਜੀ। ਚੰਨੀ ਸਾਹਿਬ ਦਾ ਜਿਹੜਾ ਤਾਜ਼ਾ ਤੱਤਾ ਐਲਾਨ ਸੀਗਾ ਜਿਹ 'ਚੋਂ ਕਹਿੰਦੇ ਵੀ ਜਿਨ੍ਹਾਂ ਦੇ ਸਿਰਫ ਉਹ ਛੋਟੇ ਕਨੈਕਸ਼ਨ ਆ ਉਹਨਾਂ ਨੂੰ ਆਪਾਂ ਇੱਕ ਯਕਮੁਸ਼ਤ ਦੀ ਮਾਫੀ ਦੇ ਦੇਣੀ ਹੈ ਜੀ, ਹੈ ਨਾ, ਬੜਾ ਕੁਛ ਆ। ਹੁਣ ਹੈ ਤੇ ਪੈਸਾ ਹੀ, ਉਹ ਵੀ ਸਰਕਾਰ ਕਿਸ਼ਤ ਦੇ ਵਿੱਚ ਦਿੰਦੀ ਹੈ। ਤੇ ਜਦੋਂ ਦੀ ਇਹ ਚਰਚਾ ਚੱਲਦੀ ਹੈ, ਜੇ ਆਪਾਂ ਹੁਣ ਵਾਲੀ ਸਰਕਾਰ ਦੇ 4.5 ਸਾਲ ਪਾ ਲਈਏ, 10 ਸਾਲ ਉਦੋਂ ਪਿਛਲਿਆਂ ਦੇ ਵੀ ਪਾ ਲਈਏ, ਵੀ 12-14 ਸਾਲ ਪਹਿਲਾਂ ਤੋਂ ਜੇ ਮੰਨ ਲਓ ਕੋਈ ਇਹੋ ਜਿਹਾ ਪਲਾਨ ਕਿਸੇ ਨਾ ਕਿਸੇ ਬੈਂਕ ਦੇ ਥਰੂ ਜਾਂ ਕੋਈ ਵਰਲਡ ਬੈਂਕ, ਕੋਈ ਹੋਰ ਇੰਟਰਨੈਸ਼ਨਲ ਬੈਂਕ, ਕੋਈ 3600 ਬੈਂਕਾਂ ਹੁੰਦੀਆਂ, ਉਹਨਾਂ ਤੋਂ ਕੁਝ ਇਹੋ ਜਿਹਾ ਨਹੀਂ ਕੀਤਾ ਜਾ ਸਕਦਾ ਸੀ ਵੀ ਯਾਰ ਜੇ ਆਪਾਂ ਨੂੰ ਪਤਾ ਕਿ ਫਿਊਚਰ ਜਿਹੜਾ ਉਹ ਸੋਲਰ ਦਾ ਹੀ ਆ, ਤੇ ਆਪਾਂ ਹੁਣ ਜੋ ਆਨੇ ਵੀ ਤੂੰ ਵੀਰ ਉੱਥੋਂ ਲਿਆ ਕੇ ਕਰਾਂ ਸਾਡੇ ਉੱਥੇ ਉਹ ਭੱਠੀ ਜੀ ਲਾ ਲਾ, ਫਿਰ ਤੈਨੂੰ ਕੋਲਾ ਉਹ ਝਾਰਖੰਡ ਤੋਂ ਲਿਆ ਕੇ ਦਿਆ ਕਰਾਂਗੇ, ਫਿਰ ਉਹਦੀ ਧੁਆਈ ਵੀ ਤੈਨੂੰ ਦਿਆ ਕਰਾਂਗੇ, ਫਿਰ ਜੇ ਨਾ ਚੱਲਿਆ ਫਿਰ ਤੈਨੂੰ ਪੈਸੇ ਵੀ ਦਿਆ ਕਰਾਂਗੇ। ਉਹਨਾਂ ਖਲਜਗਣਾ ਨਾਲੋਂ ਜੇ ਕੁਛ ਇਹੋ ਜਿਹਾ ਕਰ ਲਿਆ ਜਾਂਦਾ ਵੀ ਕੋਈ ਕੰਪਨੀਆਂ ਜਿਹੜੀਆਂ ਕਿ ਸਿੱਧੀਆਂ ਲਾ ਦੇਣ, ਵੀ ਅਗਲੇ ਨੂੰ ਆਖਣ ਵੀ ਹਾਂ ਭਾਈ ਸਾਹਿਬ ਤੁਸੀਂ ਸੋਲਰ ਲਾ ਕੇ ਦੇਣਾ, ਉੱਤੇ ਇੰਨੀ ਸਬਸਿਡੀ ਸਰਕਾਰ ਦੇ ਦੂਗੀ। ਮਤਲਬ ਜਿਹੜੇ ਪੈਸੇ ਹੁਣ ਇਹਨਾਂ ਥਰੂ ਦੇਣੇ ਆ, ਘੁੰਮਦੇ ਘੁਮਾਉਂਦੇ ਜਾਂਦੇ ਫਿਰ ਉਹਨਾਂ ਕੰਪਨੀਆਂ ਦੇ ਜੇਬਾਂ 'ਚ ਆ, ਉਹ ਲੋਕਾਂ ਨੂੰ ਜੇ ਸਬਸਿਡੀ ਦੇ ਰੂਪ 'ਚ ਦਿੱਤੇ ਜਾਂਦੇ ਤੇ ਘੱਟੋ ਘੱਟ ਉਹ ਆਪਣਾ ਕੋਈ ਨਾ ਕੋਈ ਹੱਲ ਕਰ ਲੈਂਦੇ, ਨਾਲੇ ਤੇ ਬੋਝ ਘਟਦਾ, ਨਾਲੇ ਜਿਹੜੀ ਆਪਾਂ ਰੋਜ਼ ਰੋਂਦੇ ਆ ਵੀ ਉਹ ਪੋਲਿਊਸ਼ਨ ਵੱਧ ਗਿਆ, ਉਹਦਾ ਬਚਾਅ ਹੋ ਜਾਂਦਾ।
ਦੇਖੋ ਸੰਧਾਲੀਆ ਸਾਹਿਬ, ਇਦਾਂ ਜੇ ਹੋ ਜਾਂਦਾ ਤੇ ਉਹਦੇ ਲਈ ਪਲੈਨਿੰਗ ਕਰਨੀ ਪੈਂਦੀ ਹੈ, ਯੋਜਨਾ ਬਣਾਉਣੀ ਪੈਂਦੀ ਹੈ, ਸਿਰ ਜੋੜ ਕੇ ਬੈਠਣਾ ਪੈਂਦਾ, ਅਧਿਕਾਰੀਆਂ ਨੂੰ ਕਹਿਣਾ ਪਊਗਾ। ਨਹੀਂ ਇੱਧਰੋਂ ਕੋਈ ਗੋਰਾ ਫੜ ਕੇ ਘੱਲੀਏ, ਫਿਰ ਉਹ ਕਰ ਦੂਗਾ। ਜੇ ਉਹਨਾਂ ਨੇ ਕਰਨਾ, ਵੋਟਾਂ ਤੇ ਉਹਨਾਂ ਲਈਆਂ, ਫਿਰ ਉਹਨੇ ਕਰਨਾ। ਘੱਲਣ ਦੀ ਲੋੜ ਨਹੀਂ, ਆਨਲਾਈਨ ਸਰਵਿਸਿਜ਼ ਆਊਟਸੋਰਸ ਕਰ ਦਿੰਦੇ ਉਹਨਾਂ ਨੂੰ ਨਾ, ਉੱਥੇ ਵੀ ਤਾਂ ਸਾਰਾ ਕੁਝ ਆਊਟਸੋਰਸ ਹੀ ਹੋਇਆ ਪਿਆ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਉਹਦੇ ਲਈ ਅਧਿਕਾਰੀਆਂ ਨੂੰ ਬੈਠਣਾ ਪਊਗਾ, ਅਧਿਕਾਰੀਆਂ ਨੂੰ ਕਹਿਣਾ ਪਊਗਾ ਕਿ ਮੈਂ ਇਮਾਨਦਾਰ ਹਾਂ, ਤੂੰ ਇਮਾਨਦਾਰ ਰਹਿਣਾ, ਆਪਾਂ ਪੰਜਾਬ ਬਚਾਉਣਾ। ਉੱਥੇ ਜੇ ਆਪਣੇ ਹਿਸਾਬ ਨਾਲ ਸਿਫਾਰਸ਼ੀ ਬੰਦੇ ਲਵਾਉਣੇ ਆ, ਆਪਣੇ ਹਿਸਾਬ ਨਾਲ ਬਦਲੀਆਂ ਕਰਾਉਣੀਆਂ, ਨਿਯੁਕਤੀਆਂ ਕਰਾਉਣੀਆਂ, ਹਫ਼ਤੇ ਮਹੀਨੇ ਰੌਲਾ ਪੈਂਦਾ ਹੈ, ਫਿਰ ਯੋਜਨਾ ਥੋੜੀ ਬਣਨੀ ਹੈ। ਜੇ ਅਸੀਂ ਅੱਜ ਇਲੈਕਸ਼ਨ ਜਿੱਤ ਕੇ ਕਹਿਣਾ ਅੱਛਾ ਯਾਰ 5 ਸਾਲ ਤਾਂ ਝੱਟ ਆ ਜਾਣੇ ਆ, ਇੰਨੇ ਪੈਸੇ ਇੱਥੇ ਲੱਗ ਗਏ, ਉਹ ਪੂਰੇ ਕਰ ਲਈਏ ਤੇ ਅਗਲੀ ਇਲੈਕਸ਼ਨ ਦੇ ਲਈ ਆਪਾਂ ਹਿਸਾਬ ਕਿਤਾਬ ਲਾਉਣਾ। ਜੇ ਤਾਂ ਇਦਾਂ ਕਰਨਾ ਤੇ ਫਿਰ ਆ ਤੁਹਾਡੇ ਵਾਲਾ ਕੰਮ ਨਹੀਂ ਹੋਣਾ। ਹੁਣ ਤੁਸੀਂ ਦੇਖੋ, ਉਹ ਤਾਂ ਵੇਲਾ ਵਿਸਰ ਗਿਆ ਨਾ, ਉਹ ਤਾਂ ਵੇਲਾ ਚਲੇ ਗਿਆ। ਮੈਂ ਹੁਣ ਸੋਚਦਾ ਸੀ ਕਿ ਸੁਖਬੀਰ ਸਿੰਘ ਬਾਦਲ ਹੋਰੀ ਜਦੋਂ ਵੀ ਬਿਜਲੀ ਦਾ ਮੁੱਦਾ ਆਉਂਦਾ ਹੈ, ਉਹ ਬਾਰ-ਬਾਰ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਤੁਸੀਂ ਪੂਰਤੀ ਕਿੱਥੋਂ ਕਰਨੀ ਹੈ। ਅਸੀਂ ਸਰਪਲਸ ਕਰ ਦਿੱਤਾ ਸੀ ਬਿਜਲੀ ਦੇ ਪੱਖ ਤੋਂ ਸੂਬਾ, ਅਸੀਂ ਜਿੰਨੇ ਸਮਝੌਤੇ ਕੀਤੇ ਸਭ ਤੋਂ ਸਸਤੇ ਕੀਤੇ। ਉਦੋਂ ਸਾਨੂੰ ਤਾਂ ਕੇਂਦਰ ਸਰਕਾਰ ਨੇ ਜਿਹੜਾ ਡਰਾਫਟ ਬਣਾ ਕੇ ਦਿੱਤਾ ਸੀ, ਅਸੀਂ ਉਹਦੇ ਅਕੋਰਡਿੰਗ ਕੀਤੇ। ਇਹ ਸਾਰੀਆਂ ਗੱਲਾਂ ਚੱਲਦੀਆਂ ਸੀ ਨਾ। ਹੁਣ ਸਵਾਲ ਕੀ ਪੈਦਾ ਹੋਣਾ, ਪਹਿਲੀ ਗੱਲ ਕਿ ਜੇ ਪੰਜਾਬ ਸਰਕਾਰ ਇੱਕ ਵੀ ਬਿਜਲੀ ਸਮਝੌਤਾ ਇਹ ਕਹਿ ਕੇ ਰੱਦ ਕਰ ਦਿੰਦੀ ਹੈ ਜਾਂ ਕਰਨ 'ਚ ਕਾਮਯਾਬ ਹੋ ਜਾਂਦੀ ਹੈ ਕਿ ਭਾਈ ਇਹ ਬਿਜਲੀ ਸਮਝੌਤਾ ਠੀਕ ਸ਼ਰਤਾਂ ਤੇ ਨਹੀਂ ਸੀ ਹੋਇਆ, ਜਾਂ ਇਹ ਜਿਹੜੇ ਪਾਵਰ ਪ੍ਰੋਜੈਕਟ ਵਾਲੇ ਬੰਦੇ ਆ ਉਹ ਸਾਨੂੰ ਮਹਿੰਗੀ ਬਿਜਲੀ ਦਿੰਦੇ ਆ, ਸਾਨੂੰ ਸਸਤੀ ਮਿਲਦੀ ਆ ਤੇ ਅਸੀਂ ਇਹਨੂੰ ਰੱਦ ਕਰਨ ਦੀ ਸਮਰੱਥਾ ਰੱਖਦੇ ਹਾਂ, ਜੇ ਕੋਈ ਵੀ ਢੰਗ ਤਰੀਕਾ ਵਰਤ ਕੇ, ਉਸ ਲਈ ਦੋ ਸਵਾਲ ਸਭ ਤੋਂ ਵੱਡੇ ਪੈਦਾ ਹੋਣਗੇ। ਪਹਿਲੀ ਗੱਲ ਕਿ ਕੀ ਉਹ ਸਮਝੌਤਾ ਗਲਤ ਕੀਤਾ ਗਿਆ ਸੀ, ਤੇ ਜੇ ਉਹ ਸਮਝੌਤਾ ਗਲਤ ਕੀਤਾ ਗਿਆ ਸੀ ਤਾਂ ਸਮਝੌਤਾ ਗਲਤ ਕਰਨ ਵਾਲੇ ਸਿਆਸੀ ਲੀਡਰ ਸਾਹਿਬਾਨ ਤੇ ਗਲਤ ਸਮਝੌਤੇ ਦੇ ਉੱਤੇ ਖੁਦ ਘੁੱਗੀਆਂ ਮਾਰਨ ਵਾਲੇ ਜਾਂ ਰਿਵਿਊ ਕਰਨ ਵਾਲੇ ਜਿਹੜੇ ਅਫਸਰ ਸਾਹਿਬਾਨ ਨੇ, ਕੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਫਿਰ ਹੋਏਗੀ ਕਿ ਤੁਸੀਂ 12-14 ਸਾਲ ਪੰਜਾਬ ਦੇ ਲੋਕਾਂ ਨੂੰ ਭੱਠ ਝੋਕਣ ਦੇ ਲਈ ਮਜਬੂਰ ਕਿਉਂ ਕੀਤਾ। ਦੂਸਰਾ, ਉਹਦੇ ਤੋਂ ਬਾਅਦ 4.5 ਸਾਲ ਇੱਕ ਸਰਕਾਰ ਚੱਲੀ ਹੈ, ਉਹ ਤਾਂ ਮੰਨ ਲੈਣਾ ਕਿ ਅਕਾਲੀ ਭਾਜਪਾ ਸਰਕਾਰ ਸੀ, ਜਿਹੜੇ ਬਾਰ-ਬਾਰ ਕਹਿੰਦੇ ਸੀ ਕਿ ਰੱਦ ਨਹੀਂ ਹੋ ਸਕਦੇ, ਵਾਈਟ ਪੇਪਰ ਲੈ ਆਵਾਂਗੇ, ਰੱਦ ਹੋ ਹੀ ਨਹੀਂ ਸਕਦੇ, ਉਹਦੇ ਵਿੱਚ ਉਹ ਇਦਾਂ ਕਰ ਦਿੱਤਾ ਗਿਆ। ਜੇ ਹੁਣ ਕੋਈ ਸਮਝੌਤਾ ਰੱਦ ਕੀਤਾ ਜਾ ਸਕਦਾ, ਜੇ ਕਰ ਦਿੰਦੇ ਆ, ਪਿਛਲੇ 4.5 ਸਾਲ ਦੀ ਕਪਤਾਨ ਸਾਹਿਬ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਬਹੁਤ ਵੱਡਾ ਸਵਾਲ ਹੋਣਾ। ਤੇ ਨਾਲ ਜਿਹੜੇ ਇਸ ਵਿਭਾਗ ਦੇ ਵੱਡੇ ਅਧਿਕਾਰੀ ਮੋਟੀਆਂ ਤਨਖਾਹਾਂ ਲੈਂਦੇ ਆ ਤੇ ਮਖਮਲੀ ਕੁਰਸੀ ਤੇ ਬਹਿੰਦੇ ਆ ਤੇ ਏਸੀ ਤੇ ਹੀਟਰ ਗਰਮੀਆਂ ਸਰਦੀਆਂ ਦੇ ਮੁਤਾਬਕ ਲਾਉਂਦੇ ਆ, ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਖੜਾ ਹੋਊਗਾ ਕਿ ਭਾਈ ਮੰਤਰੀ ਨੂੰ, ਮੁੱਖ ਮੰਤਰੀ ਨੂੰ ਨਾ ਪਤਾ ਹੋਊ, ਤੂੰ ਕਦੇ ਲਿਖ ਕੇ ਦਿੱਤਾ। ਇੰਨੀ ਕੰਟਰੋਵਰਸੀ ਚੱਲਦੀ ਰਹੀ ਹੈ ਕਿ ਭਾਈ ਮੇਰੀ ਡਿਊਟੀ ਹੈ, ਮੈਂ ਤੁਹਾਨੂੰ ਇਹ ਲਿਖ ਕੇ ਦੇਣਾ। ਤੀਸਰੀ ਗੱਲ ਇੱਕ ਹੋਰ ਹੈ, ਠੀਕ ਹੈ, ਸੁਖਬੀਰ ਸਿੰਘ ਬਾਦਲ ਸਾਹਿਬ ਵੀ ਕਹਿੰਦੇ ਆ ਕਿ ਜੇ ਰੱਦ ਕਰ ਦੋਗੇ ਬਿਜਲੀ ਕਿੱਥੋਂ ਲਿਆਉਣੀ ਹੈ। ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਆ ਕਿ ਭਾਈ ਅਸੀਂ ਆਹ ਕਰ ਦੇਣਾ, ਇੱਥੇ ਸਸਤੀ ਬਿਜਲੀ ਮਿਲ ਜੂ। ਮੰਨ ਲਓ ਚੰਨੀ ਸਾਹਿਬ ਵੀ ਭੜਕ ਨੂੰ ਕਹਿੰਦੇ ਕਿ ਮੈਂ ਇੱਕ ਐਸਾ ਮੁੱਖ ਮੰਤਰੀ ਹਾਂ, ਦੇਖੋ ਬਿਜਲੀ ਸਮਝੌਤੇ ਰੱਦ ਕਰਕੇ ਪਰੇ ਮਾਰੇ। ਪਰ ਗੱਲ ਫਿਰ ਉਹੀ ਤੁਹਾਡੇ ਵਾਲੀ, ਸਾਡੇ ਕੋਲ ਬਦਲ ਕੀ ਹੈ, ਸਾਡੇ ਕੋਲ ਸਬਸਟੀਚਿਊਟ ਕੀ ਹੈ। ਆ ਜਦੋਂ ਜਿਨ੍ਹਾਂ ਨੇ 12, 13, 14 ਸਾਲ ਪਹਿਲਾਂ ਸਮਝੌਤੇ ਕੀਤੇ ਜਾਂ ਜਿਨ੍ਹਾਂ ਨੇ ਬਾਅਦ ਵਿੱਚ ਲਾਗੂ ਰੱਖੇ, ਸਾਡੇ ਇੱਕ ਵੀ ਲੀਡਰ ਦੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਆਈ ਕਿ ਅਸੀਂ ਪ੍ਰਾਈਵੇਟ ਸਮਝੌਤੇ ਤਾਂ ਕਰੀ ਜਾਂਦੇ ਆ, ਉਹਨਾਂ ਨੇ ਵੀ ਪੈਸੇ ਖਰਚਣੇ ਦਾ ਪਲਾਂਟ ਲਾਉਣਾ, ਅਸੀਂ ਹੌਲੀ ਹੌਲੀ ਆਪ ਕਿਉਂ ਨਹੀਂ ਕਰਦੇ। ਮੰਨ ਲੈਂਦੇ ਕਿ ਉਦੋਂ ਸੋਲਰ ਵਾਲਾ ਕੰਮ ਨਹੀਂ ਚੱਲਿਆ ਬਹੁਤਾ, ਮੰਨ ਲਓ ਤੁਸੀਂ ਪਲਾਂਟ ਹੀ ਆਪ ਲਾ ਲਓ ਭਾਈ, ਫਿਰ ਤੁਹਾਡੇ ਕੋਲ ਹੀ ਕੋਲਾ ਹੋਊ, ਤੁਹਾਨੂੰ ਹੀ ਪਤਾ ਹੋਊ। ਜਿਹੜੇ ਅੱਜ ਕਹੀ ਜਾਂਦੇ ਜੋ ਬੰਦ ਕਰ ਦਿੰਦੇ ਆ ਜੀ, ਉਹ ਐਂ ਕਰ ਦਿੰਦੇ ਆ, ਫਿਰ ਤੁਸੀਂ ਕਰਦੇ ਹੀ ਨਾ। ਜਾਣੀ ਕਿ ਅਸੀਂ ਕਿਹੋ ਜਿਹਾ ਲੀਡਰ ਚੁਣੇ ਜਿਹੜੇ ਲੀਡਰਾਂ ਦੇ ਮਨ ਦੇ ਵਿੱਚ ਇਦਾਂ ਆਏ ਨਾ ਕਿ ਪੰਜਾਬ ਨੂੰ ਆਪਾਂ ਪੈਰਾਂ ਸਿਰ ਖੜਾ ਕਰਨਾ, ਦੂਜਿਆਂ ਦੀਆਂ ਫੌੜੀਆਂ ਤੇ ਕਿੰਨੀ ਦੇਰ ਚੱਲਾਂਗੇ। ਇਹ ਤਾਂ ਮੇਰਾ ਖਿਆਲ ਕਲੀਅਰ ਹੋਣਾ ਹੀ ਚਾਹੀਦਾ ਲਗਭਗ। ਜੇ ਹੁਣ ਨਹੀਂ ਤਾਂ ਗਾਂ ਜਿਹੜੀ ਕੋਈ ਨਵੀਂ ਪਨੀਰੀ ਹੈ ਉਹ ਦੇਖ ਲਵੇ ਵੀ ਠੀਕ ਹੈ, ਪਹਿਲਾਂ ਬਾਬੇ ਖਾਦਾ, ਫਿਰ ਪਾਪੇ ਖਾਦਾ, ਫਿਰ ਗਾਂ ਵੱਡੇ ਭਰਾਵਾਂ ਨਹੀਂ ਖਾਈ ਜਾਂਦੇ ਆ। ਹੁਣ ਖਾਣ ਜੋਗਾ ਹੈ ਨਹੀਂ ਪੰਜਾਬ, ਉਹਦੇ 'ਚ ਕੁਛ ਨਹੀਂ ਬਚਿਆ। ਇਸ ਕਰਕੇ ਥੋੜਾ ਜਿਹਾ ਚਿਰ, ਇੱਕ ਹੁੰਦਾ ਨਾ ਵੀ ਮੰਨ ਲਓ ਪਹਿਲਾਂ ਆਪਾਂ ਕਹਿੰਦੇ ਵੱਡਾ ਬੱਕਰਾ ਵੱਢਣਾ ਹੈ, ਫਿਰ ਥੋੜਾ ਮੇਮਣਾ ਵੱਢਣਾ ਹੈ, ਕਹਿੰਦਾ 2 ਕੁੱਕੜ ਵੀ ਵੱਢ ਲਓ। ਹੁਣ ਤੇ ਚੂਚਾ ਵੀ ਹੈ ਨਹੀਂਗਾ, ਤੇ ਜੇ ਅਜੇ ਚੂਚੇ ਦੇ ਦੁਆਲੇ ਦੁਆਲੇ ਵੀ ਆਪਾਂ ਚਾਕੂ ਹੀ ਲਈ ਫਿਰਨਾ ਤੇ ਫੇਰ ਕੀ ਲੱਭਣਾ। ਉਹਦੇ ਨੂੰ ਚੰਗਾ ਵੀ ਚੂਚੇ ਨੂੰ ਥੋੜੇ ਦਿਨ ਪਾਲ ਲਓ ਯਾਰ, ਉਹ ਜਾਣੇ ਥੋੜਾ ਪਾਲ ਲਓ, ਲੋਕਾਂ ਨੂੰ ਨਜ਼ਰ ਤੇ ਆਵੇ ਵੀ ਨਹੀਂ ਨਹੀਂ ਇਹਨਾਂ ਕੋਲੇ 4 ਚੂਚੇ ਬਚੇ ਹੀ, ਦੁਬਾਰਾ ਇਹਨਾਂ ਨੇ ਕੀਤੀ ਮਿਹਨਤ, ਤੋਂ ਥੋੜੇ ਜਿਹੇ 4 ਕੁੱਕੜ ਦੀਦੇ ਆ, ਕੁੱਕੜ ਕਰ ਲਓ, ਉਦੋਂ ਬਾਅਦ ਫੇਰ ਵੱਢ ਲਓ ਯਾਰ, ਕਿਉਂਕਿ ਵੱਢਣਾ ਤਾਂ ਹੈ ਹੀ ਆ ਜਿੱਦਾਂ ਦੀ ਨੀਤੀ ਬਣ ਗਈ। ਪਰ ਇੱਕ ਚੀਜ਼ ਹੈ ਬਾਰ ਸਾਹਿਬ, ਮੈਂ ਸੋਚਦਾ ਸੀ ਵੀ ਇੱਕ ਤਾਂ ਹੋ ਗਈ ਸੋਲਰ ਵਾਲੀ ਗੱਲਬਾਤ। ਹੁਣ ਜਿਹੜੀ ਗੱਲ ਤੁਸੀਂ ਦੱਸਦੇ ਹੋ ਉਹ ਗੱਲ ਬੜੀ ਕਲੀਅਰ ਹੈ ਵੀ ਜਿਹੜਾ ਕਿਹੜਾ ਅਗਲਾ ਆਖੂ ਵੀ ਮੈਂ ਜੇ ਸੁਧਾਰਿਆ ਤੇ ਫਿਰ ਉਹਨਾਂ ਵੀ ਤੂੰ ਹੁਣ ਸੁਧਾਰਦਾ ਮਾਮਾ, ਪਹਿਲਾਂ ਸੁੱਤਾ ਹੋਈ ਹੈ ਨਾ, ਉਹ ਪੇਚਾ ਪੈਣਾ। ਪਰ ਗੇਮ ਇਹ ਆ ਵੀ ਇਹਦਾ ਮਤਲਬ ਇਹ ਹੋ ਗਿਆ ਵੀ ਕਿਤੇ ਨਾ ਕਿਤੇ ਇਹ ਜੋ ਕੁਝ ਵੀ ਹੈਗਾ ਇੰਨਾ ਕੁ ਜ਼ਿਆਦਾ ਭ੍ਰਿਸ਼ਟ ਹੋ ਚੁੱਕਾ ਵੀ ਹੁਣ ਇਹਨੂੰ ਸੁਧਾਰਿਆ ਨਹੀਂ ਜਾ ਸਕਦਾ। ਪਰ ਇੱਕ ਸਵਾਲ ਇੱਥੇ ਇਹ ਵੀ ਖੜਦਾ ਵੀ ਜਦੋਂ ਇਹ ਸਾਰੇ ਸਮਝੌਤੇ ਕੀਤੇ ਗਏ ਸੀ ਉਦੋਂ ਇਸ ਚੀਜ਼ ਦੀ ਹੋ ਸਕਦਾ ਵੀ ਸਾਰੇ ਬੰਦੇ ਨੇ ਕਾਗਜ਼ ਬਣਾ ਕੇ ਕਰ ਲੈਣ ਵੀ ਸਾਰ ਡਿਮਾਂਡ ਇੰਨੀ ਹੈ ਵੀਰ ਜੀ, ਇੰਨੀ ਸਪਲਾਈ ਵੀਰ ਜੀ, ਇੱਦਾਂ ਕਿੱਦਾਂ ਹੋਊਗਾ। ਪਰ ਇਹ ਕਿਸੇ ਦੇ ਦਿਮਾਗ 'ਚ ਹੀ ਨਹੀਂ ਆਇਆ ਵੀ ਤੁਸੀਂ ਇਹ ਦੇਖੋ ਵੀ ਭੱਠੇ ਰੋਜ਼ ਚੱਲਦੇ ਆ, ਟਿੱਪਰ ਰੋਜ਼ ਸੜਕਾਂ 'ਤੇ ਆਉਂਦੇ ਆ, ਰੋਜ਼ ਕੰਸਟਰਕਸ਼ਨ ਦਾ ਕੰਮ ਚੱਲਦਾ, ਉਹ ਕੁਛ ਬਣਾਉਂਦੇ ਹੀ ਆ।
ਕੀ ਬਣਾਉਂਦੇ ਹੋ? ਘਰ ਬਣਾਉਂਦੇ ਆ, ਕੋਠੀ ਬਣਾਉਂਦੇ, ਕੋਈ ਮਾਲ ਬਣਦਾ, ਕੋਈ ਦੁਕਾਨਾਂ ਬਣਦੀਆਂ। ਜਿੱਥੇ ਵੀ ਘਰ, ਕੋਠੀ, ਮਾਲ, ਦੁਕਾਨਾਂ ਬਣਨੀਆਂ, ਉੱਥੇ ਪੱਖਾ ਵੀ ਲੱਗਣਾ, ਹੀਟਰ ਵੀ ਲੱਗਣਾ, ਉੱਥੇ ਏਸੀ ਵੀ ਲੱਗਣਾ, ਬਲਬ ਵੀ ਜਗਣੇ, ਸਾਰਾ ਕੁਝ। ਇਹਦਾ ਮਤਲਬ ਬਿਜਲੀ ਦੀ ਇੱਕ ਐਸੀ ਡਿਮਾਂਡ ਹੈ ਜਿਹੜੀ ਲਗਾਤਾਰ ਵਧਣੀ ਹੈ। ਜਦੋਂ ਤੁਸੀਂ ਤਰੱਕੀ ਦੀ, ਵਿਕਾਸ ਦੀ ਗੱਲ ਕਰਦੇ ਹੋ ਤੇ ਡਿਮਾਂਡ ਤਾਂ ਵਧੂਗੀ। ਜੀ ਆਪਣੇ ਅਜੇ ਹਿਸਾਬ ਦਿਮਾਗ 'ਚ ਨਹੀਂ ਹੈਗਾ ਉਹ ਸਾਰਾ ਕੁਝ, ਕਿਉਂਕਿ ਕੰਸਟਰਕਸ਼ਨ ਵੀ ਆਪਾਂ ਨੂੰ ਕਿੰਨੀ ਕੁ ਪਤਾ ਵੀ ਹਾਂ ਭਾਈ ਸਾਹਿਬ ਸਾਰਾ ਕੁਝ ਕਿਤੇ ਕਾਗਜ਼ਾਂ 'ਚ ਹੁੰਦੀ ਹੈ। ਹੋ ਸਕਦਾ ਕਾਗਜ਼ਾਂ ਦਾ ਵੀ ਉਹ ਫਿਰ ਨਾ ਉੱਥੇ ਆ ਕਿ ਵੀ ਛੋਲੇ ਲੱਗੇ ਆ, ਤੇ ਜਦੋਂ ਬੰਦਾ ਉੱਥੇ ਜਾ ਕੇ ਐਗਜ਼ੈਕਟ ਵੇਂਦਾ, ਉੱਥੇ ਚੰਗੀ ਵਧੀਆ ਮਾਰਕੀਟ ਹੁੰਦੀ ਹੈ। ਕਹਿੰਦੇ ਜੀ ਤੁਸੀਂ ਕਾਗਜ਼ਾਂ 'ਚ ਛੋਲੇ ਵਿਖਾਈ ਜਾਂਦੇ ਹੋ ਤੇ ਇੱਥੇ ਮਾਰਕੀਟ। ਹੁਣ ਜਿਹੜਾ ਉਹ ਮਿਸਮੈਚ ਆ, ਜਿਹੜਾ ਹੈ ਹੀ ਨਹੀਂ ਹਿਸਾਬ, ਉਸ ਮਿਸਮੈਚ ਵਾਲੇ ਹਿਸਾਬ ਤੋਂ ਤੁਸੀਂ ਡਾਟਾ ਲੈ ਕੇ ਪਾਲਿਸੀ ਕਿੱਦਾਂ ਬਣਾ ਲਓਗੇ ਤੇ ਉਸ ਪਾਲਿਸੀ ਨੂੰ ਲਾਗੂ ਕਿੱਦਾਂ ਕਰ ਲਓਗੇ, ਜਦੋਂ ਨੀਤ ਦੇ ਵਿੱਚ ਇਹ ਆ ਵੀ ਫਿਰ ਮੇਰਾ ਕਿੰਨਾ ਹਿੱਸਾ ਜੀ ਵਿੱਚੋਂ। ਅਸਲ ਦੇ ਵਿੱਚ ਨੀਤੀ ਦਾ ਰੌਲਾ ਨਹੀਂ, ਨੀਅਤ ਦਾ ਹੀ ਰੌਲਾ। ਤੁਸੀਂ ਇਹ ਦੇਖੋ, ਤੁਸੀਂ ਇੱਕ ਸ਼ਬਦ ਵਰਤਿਆ ਸੀ ਕਿ ਇਹਨਾਂ ਦੇ ਦਿਮਾਗ 'ਚ ਹੀ ਨਹੀਂ ਆਇਆ। ਇਹਨਾਂ ਦੇ ਦਿਮਾਗ 'ਚ ਜ਼ਰੂਰ ਆਇਆ ਉਹ, 100% ਆਇਆ। ਜਿਹੜੇ ਪੰਜਾਬ ਦੇ ਰਾਜਨੀਤਿਕ ਲੀਡਰਾਂ ਦੇ ਇਹ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਮੁੰਡਾ ਹੁਣ 9ਵੀਂ 'ਚ ਹੋ ਗਿਆ, ਇਹਨੂੰ 2 ਰੈਲੀਆਂ ਦੇ ਵਿੱਚ ਨਾਲ ਲੈ ਕੇ ਜਾਈਏ, ਲੋਕਾਂ ਨੂੰ ਮਾੜਾ ਮੋਟਾ ਪਤਾ ਲੱਗੇ। ਤੇ ਜਦੋਂ ਉਹਨਾਂ ਦੇ ਦਿਮਾਗ 'ਚ ਇਹ ਆ ਜਾਂਦਾ ਕਿ ਭਾਈ ਕੰਪੇਨ ਠੀਕ ਹੈ, 4 ਗਰੁੱਪ ਬਣਾਉਣੇ ਆ, ਪਰ ਟੱਬਰ ਦਾ ਇੱਕ ਬੰਦਾ ਨਾਲ ਚਾਹੀਦਾ। ਜਿਨ੍ਹਾਂ ਦੇ ਦਿਮਾਗ ਦੇ ਵਿੱਚ ਇਹ ਆਉਂਦਾ ਹੈ ਕਿ ਭਾਈ ਆਪਾਂ ਆਪਣੀ ਪਾਰਟੀ ਦੇ ਲਈ ਉਸ ਹਲਕੇ ਤੋਂ ਆਹ ਬੰਦਾ ਰਾਤ ਨੂੰ ਪੱਟ ਕੇ ਸਵੇਰੇ ਕੈਂਡੀਡੇਟ ਬਣਾ ਦੇਣਾ, ਜੇ ਇਹਦੇ ਨਾਲ ਸਮਝੌਤਾ ਟੁੱਟ ਗਿਆ ਤਾਂ ਅਗਲੇ ਹਫਤੇ ਆਪਾਂ ਉਹਦੇ ਨਾਲ ਕਰ ਲੈਣਾ। ਇਸ ਬੰਦੇ ਨੂੰ ਗੱਦੀਓਂ ਲਾ ਕੇ ਇਹਨੂੰ ਬਿਠਾ ਦਈਏ ਤਾਂ 33, 34, 35% ਵੋਟਾਂ ਆਉਂਦੀਆਂ। ਆਹ ਮੁੱਦੇ ਦੇ ਉੱਤੇ ਟਵੀਟ ਕਰੂੰਗਾ ਤਾਂ ਲੋਕ ਨਾਲ ਜੁੜ ਸਕਦੇ ਆ। ਰੈਲੀ ਜੇ ਕਰਨੀ ਹੈ, ਉੱਥੇ ਕਿਹਦੀ ਫੋਟੋ ਵੱਡੀ ਕਰਕੇ ਲਾਉਣੀ ਹੈ, ਕਿਹਦੀ ਛੋਟੀ ਕਰਕੇ ਲਾਉਣੀ ਹੈ, 4 ਬੰਦੇ ਫੁੱਲ ਜਾਂ ਚਾਉਣੇ ਚਾਹੀਦੇ, ਫੁੱਲ ਵਾਲਾ ਵੱਡਾ ਹਾਰ ਹੁੰਦਾ ਕਿ 5 ਆਉਣੇ ਚਾਹੀਦੇ ਆ। ਇਹਦੇ ਨਾਲ ਨਾਲ ਸਪੀਕਰ ਕਿੰਨੀ ਦੂਰੀ ਤੇ ਚਾਹੀਦੇ, ਉਹਨਾਂ ਨੂੰ ਪੱਕਾ ਪਤਾ ਹੁੰਦਾ ਕਿ ਕਿੰਨੇ ਪਿੰਡ ਨੇ, ਕਿੱਥੇ ਬੱਸਾਂ ਭੇਜਣੀਆਂ, ਬੱਸਾਂ ਦੇ ਵਿੱਚ ਬੰਦਿਆਂ ਦੀ ਗਿਣਤੀ ਕਿੱਥੇ ਹੋਣੀ ਹੈ, ਉਹਨਾਂ ਨੂੰ ਲੰਗਰ ਕਿੱਥੇ ਦੇਣਾ ਹੈ, ਕਿੰਨੇ ਫੁੱਟ ਦੇ ਉੱਤੇ ਪੰਡਾਲ ਦੇ ਵਿੱਚ ਅਸੀਂ ਆਪਣੇ ਉਹ ਬੰਦੇ ਬਿਠਾ ਲੈਣੇ ਆ ਕਿ ਜੇ ਕੋਈ ਉੱਠ ਕੇ ਬਹਿ ਜਾ ਨਹੀਂ ਜਾਣਾ, ਹੁੰਦੇ ਆ ਨਾ, 1 ਸਕਿੰਟ ਦੇ ਵਿੱਚ ਇਕੱਠੇ ਹੋ ਜਾਂਦੇ। ਸ਼ਾਮ ਵਾਲੇ ਬੰਦੇ ਫਿਕਸ ਹੁੰਦੇ ਆ, ਜਿਹਦਾ ਕੰਮ ਹੁੰਦਾ ਵੀ ਲਗਾ ਕੇ ਉਹ ਪਿਛਲੀ ਨਾ ਫੋਟੋਗ੍ਰਾਫਰ ਜੇ ਆ ਗਏ ਤੁਹਾਡੇ ਕੋਲ, ਅੱਜ ਕੀ ਆਲੇ ਦੁਆਲੇ ਧਿਆਨ ਰੱਖਿਓ। ਫਿਰ ਬਹੁਤੀ ਗੱਲ ਹੈ ਤੇ ਐਂ ਕਰੋ, ਬੰਦੇ ਜਦੋਂ ਇੱਧਰ ਰੈਲੀ 'ਚ ਬੈਠੇ ਹੋਣ, ਤੁਸੀਂ ਬੱਸਾਂ 'ਚ ਰਖਾ ਦੇਣਾ ਸਮਾਨ ਤੇ ਕੰਨ 'ਚ ਫੂਕ ਮਾਰ ਦੇਣ ਵੀ ਸਿੱਧਾ ਬੱਸ 'ਚ ਹੀ ਜਾਏ, ਹੁਣ ਉਰੇ ਨਾ ਰੁਕਿਓ ਕਿਤੇ। ਤੇ ਜਿਨ੍ਹਾਂ ਨੇ, ਉਹਨਾਂ ਨੂੰ ਇਹ ਵੀ ਪਤਾ ਹੁੰਦਾ ਪ੍ਰੈਸ ਨੋਟ ਕਿਹੜਾ ਲਿਖਣਾ ਹੈ, ਫੋਟੋ ਕਿਹੜੀ ਲੱਗਣੀ ਹੈ ਤੇ ਅਗਲੇ ਦੀ ਖਬਰ ਕਿਹੜੀ ਰਕਾਉਣੀ ਹੈ। ਯਾਨੀ ਲਵਾਉਣ ਤੋਂ ਰਕਾਉਣ ਤੱਕ ਦੀ ਜਿਨ੍ਹਾਂ ਦੇ ਮਨ ਦੇ ਵਿੱਚ ਯੋਜਨਾ ਹੁੰਦੀ ਹੈ। ਜਿਹੜੇ ਲੱਡੂਆਂ ਦਾ ਆਰਡਰ ਪਹਿਲੇ ਦਿੰਦੇ ਕਿ ਆਪਾਂ ਜਿੱਤ ਸਕਦੇ ਹਾਂ, ਜੇ ਉਹਨਾਂ ਨੂੰ ਇਹ ਨਾ ਪਤਾ ਲੱਗਾ ਕਿ ਭਾਈ ਪੰਜਾਬ ਦੇ ਲਈ ਬਿਜਲੀ ਦੀ ਡਿਮਾਂਡ ਕਿੰਨੀ ਹੋਣੀ ਹੈ, ਪੈਦਾ ਕਿੱਦਾਂ ਕਰੀਏ, ਕੱਲ ਨੂੰ ਸਮੱਸਿਆ ਕਿਉਂ ਹੋਣਗੇ, ਗਲੇ ਤਾਂ ਨਹੀਂ ਉਤਰਦੀ ਗੱਲ। ਬਾਕੀ ਤੁਸੀਂ ਲੀਡਰ ਬੰਦੇ ਹੋ, ਗਲੇ ਤਾਰ ਲੈਨੇ ਆ। ਮੈਂ ਤਾਂ ਕਿਹਾ ਵੀ ਦੇਖੋ ਕਾਰਨ ਇਹ ਆ ਵੀ ਇਹਦੇ ਗੱਲ ਕਲੀਅਰ ਆ ਵੀ ਕਿਤੇ ਨਾ ਕਿਤੇ ਗੱਲ ਫਿਰ ਤੁਹਾਡੀ ਠੀਕ ਹੈ ਵੀ ਹੈ ਨੀਤੀ ਦੀ ਨਹੀਂ ਗੱਲ, ਨੀਤ ਦੀ ਹੈ ਨਾ। ਹੁਣ ਇਹ ਨੀਤ ਕਦੋਂ ਸਾਫ਼ ਹੋਊਗੀ ਇਹਦਾ ਤੇ ਕੋਈ ਇਲਾਜ ਹੈ ਨਹੀਂ ਨਾ। ਕੋਈ ਮੈਨੂੰ ਲੱਗਦਾ ਗੋਲੀ ਦਵਾਈ ਵੀ ਨਹੀਂ ਬਣੀ, ਉੱਦਾਂ ਤੇ ਬਾਬੇ ਰਾਮਦੇਵ ਹੋਰਾਂ ਸਾਰੀਆਂ ਚੀਜ਼ਾਂ ਦੀ ਦਵਾਈ ਬਣਾ ਦਈਏ, ਕੋਈ ਨੀਤ ਸਾਫ਼ ਕਰਨ ਵਾਲੀ ਦਵਾਈ ਮੈਨੂੰ ਸੁਣੀ ਨਹੀਂ। ਖੀਰ ਹੈਗੀ ਹੈ, ਇਹ ਵੀ ਚੱਕਰ ਆ। ਅੱਛਾ ਚਲੋ, ਅਕਾਲੀ ਦਲ ਦਾ ਵੈਸੇ ਇੱਕੋ ਮਾਰਚ ਵੀ ਕੱਢਿਆ ਉਹਨਾਂ ਨੇ, ਉਹ ਅਟਾਰੀਓਂ ਲੱਗੇ ਨੇ ਬਾਰਡਰ ਵਾਲੇ ਪਾਸਿਓਂ ਤੇ ਅੰਮ੍ਰਿਤਸਰ ਤੱਕ ਆਏ ਆ। ਉਦੋਂ ਬਾਅਦ ਸੁਖਬੀਰ ਬਾਦਲ ਸਾਹਿਬ ਨੇ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਸ਼ਕਤੀ ਪ੍ਰਦਰਸ਼ਨ, ਕੋਈ ਕਹਿੰਦਾ, ਕੋਈ ਕਹਿੰਦੇ ਨਹੀਂ ਜੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਅਕਾਲੀ ਦਲ ਸ਼ੁਰੂ ਤੋਂ ਕਰਦਾ ਹੈ, ਇਸ ਕਰਕੇ ਅਸੀਂ ਕੀਤੀ ਹੈ। ਇਹ ਤੇ ਹੁਣ ਚੰਨੀ ਸਾਹਿਬ ਦੇਖਣ ਵੀ ਉਹਨਾਂ ਨੇ ਜੇ ਇਹੋ ਕੋਸ਼ਿਸ਼ ਕਰਨਾ ਤੇ ਫਿਰ ਤੇ ਗੱਲ ਮਾੜੀ ਹੈ। ਤੇ ਨਾਲ ਹੀ ਕਹਿੰਦੇ ਬੀਜੇਪੀ ਵਾਲਿਆਂ ਨੇ ਵੀ ਅੱਖਾਂ ਕੱਢੀਆਂ ਵੀ ਇੱਦਾਂ ਕਿੱਦਾਂ ਤੁਸੀਂ ਸੂਬੇ ਦੇ ਹੱਕਾਂ ਤੇ ਡਾਕਾ ਮਾਰ ਦਿਓਗੇ। ਦੇਖੋ ਹੁਣ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਉਸੇ ਪੰਜਾਬੀਅਤ ਵੱਲ, ਉਸੇ ਪੰਥਕ ਮੁੱਦਿਆਂ ਵੱਲ, ਉਸੇ ਸੂਬਿਆਂ ਦੇ ਅਧਿਕਾਰਾਂ ਦੇ ਵੱਲ, ਉਸੇ ਸੰਘੀ ਢਾਂਚੇ ਦੀ ਮਜ਼ਬੂਤੀ ਦੇ ਵੱਲ ਆ ਰਿਹਾ ਹੈ ਤੇ ਉਸ ਪਾਰਟੀ ਦੇ ਖਿਲਾਫ ਆ ਰਿਹਾ ਜਿਹੜੀ ਪਾਰਟੀ ਦੇ ਨਾਲ ਬਹੁਤ ਲੰਬਾ ਸਮਾਂ ਗੱਠ ਜੁੜ ਰਿਹਾ। ਚਲੋ ਕੋਈ ਨਹੀਂ, ਵੈਸੇ ਇਹ ਪਹਿਲਾ ਮਾਰਚ ਸੀ BSF ਦੇ 50 ਕਿਲੋਮੀਟਰ ਤੱਕ ਦੇ ਅਧਿਕਾਰਾਂ ਦੇ ਮੁੱਦੇ ਤੇ। ਪੰਜਾਬ ਛੋੜ ਕਿਸੇ ਧਰਨੇ ਨਹੀਂ ਕੀਤਾ। ਅਟਾਰੀ ਤੋਂ ਲੈ ਕੇ ਉਹਨਾਂ ਨੇ ਗੋਲਡਨ ਗੇਟ ਤੱਕ ਉਹ ਮਾਰਚ ਕੀਤਾ। ਇਕੱਠ ਵਾਹਵਾ ਸੀ ਕਿਉਂਕਿ ਅੱਜ ਕੱਲ੍ਹ ਉਹ ਅੰਦਰ ਖਾਤੇ ਪਲੈਨਿੰਗ ਕਰਦੇ ਆ ਕਿ ਆਪਾਂ ਹੁਣ ਕੰਮਾਂ ਕਰ ਦੇਣੇ। ਹੁਣ ਵਿਰੋਧ ਵੀ ਕਿਸੇ ਨੇ ਨਹੀਂ ਕੀਤਾ। ਉਹਦਾ ਕਾਰਨ ਹੈ ਕਿਸਾਨ ਜਥੇਬੰਦੀਆਂ ਵੀ ਕਹਿੰਦੇ ਕਿ BSF ਨੂੰ ਅਧਿਕਾਰ ਨਾ ਦਿਓ, ਭਾਜਪਾ ਨੂੰ ਛੱਡ ਕੇ ਤੇ ਕੈਪਟਨ ਸਾਹਿਬ ਨੂੰ ਛੱਡ ਕੇ। ਬਾਕੀ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਵੀ ਕਹਿੰਦੀਆਂ, ਇਸ ਕਰਕੇ ਉਹ ਤੱਤੇ ਘਾਹ ਮਾਰਚ ਕੱਢ ਗਏ ਤੇ ਰਗੜ ਕਾਂਗਰਸ ਵੀ ਦਿੱਤੀ। ਕਹਿੰਦੇ ਚੰਨੀ ਸਾਹਿਬ ਨੇ ਕੋਲ ਬਹਿ ਕੇ ਕਰਾਇਆ, ਇਦਾਂ ਥੋੜੀ ਹੈ। ਅਸੀਂ ਦੱਸ ਦਿੰਦੇ ਆ ਕਿ ਭਾਈ ਇਦਾਂ ਨਹੀਂ ਹੋਣ ਦਿੰਦੇ, ਸਾਡੀ ਸਰਕਾਰ ਤੁਸੀਂ ਆ ਲੈਣ ਦਿਓ, ਇਹ 15 ਕਿਲੋਮੀਟਰ ਤੱਕ ਹੀ ਸੀਮਤ ਰੱਖਾਂਗੇ, ਸਾਡੇ ਕੋਲੇ ਬਹੁਤ ਵਧੀਆ ਅਮਲਾ ਫੈਲਾ ਪੰਜਾਬ 'ਚ ਹੈਗਾ। ਚਲੋ ਉਹਨਾਂ ਨੇ ਸਰਗਰਮੀ ਸ਼ੁਰੂ ਕਰ ਦਿੱਤੀ। ਨਹੀਂ ਪਰ ਇੱਕ ਸਵਾਲ ਆ, ਆਜੋ ਹੁਣ ਇਹ ਮੈਨੂੰ ਲੱਗਦਾ ਵੀ ਅਜੇ ਤਾਂ ਚਲੋ ਤੱਤੇ ਘਾਹ ਲੱਗੇ ਜਾਂਦੇ ਆ। ਉਹ ਇਹਦੇ 'ਚ 2 ਗੱਲਾਂ ਨੇ, ਆਉਣ ਵਾਲੇ ਦਿਨਾਂ 'ਚ ਹੋ ਸਕਦਾ ਵੀ ਉਹ ਗੱਲਾਂ ਦੇ ਸਾਹਮਣੇ ਆਉਣ। ਪਹਿਲਾਂ ਤਾਂ ਇਹ ਹੁੰਦਾ ਵੀ ਕਾਂਗਰਸ ਮਾੜੀ ਆ, ਵੀ ਕਾਂਗਰਸ ਮਾੜੀ ਆ, ਵੀ ਕਾਂਗਰਸ ਬਹੁਤ ਹੀ ਮਾੜੀ ਆ। ਉਦੋਂ ਬਾਅਦ ਫਿਰ NDA ਗੱਠਜੋੜ ਦਾ ਅਕਾਲੀ ਦਲ ਹਿੱਸਾ, BJP ਦੀ ਸਰਕਾਰ ਉਹਨੇ ਆਪਾਂ ਸੈੱਟ ਕਰਾ ਦਾਂਗੇ। ਲੋਕਾਂ ਦੇ ਮੰਨਣ 'ਚ ਆ ਜਾਂਦਾ ਵੀ ਯਾਰ ਚਲੋ ਕੇਂਦਰ 'ਚ ਵੀ ਇਹਨਾਂ ਦਾ ਹੱਥ ਪੈਂਦਾ। ਹੁਣ ਕੇਂਦਰ ਵਾਲੇ ਪਾਸਿਓਂ ਤੇ ਉੱਦਾਂ ਹੋ ਗਿਆ ਜਿੱਦਾਂ ਆਪਾਂ ਕਿਰਾਏ ਵਾਲਾ ਕੋਠਾ ਛੱਡ ਆਈਦਾ ਉੱਥੋਂ, ਹੈ ਨਾ। ਮਤਲਬ ਕੁੱਲ ਮਿਲਾ ਕੇ ਉੱਥੋਂ ਭਾਵੇਂ ਆਪਾਂ ਸਾਰਾ ਕੁਝ ਚੁੱਕ ਕੇ ਹੁਣ ਪੰਜਾਬ ਆ ਗਏ ਹਾਂ ਤੇ ਉਦੋਂ ਬਾਅਦ ਆਪਾਂ ਆਖਿਆ ਵੀ ਜਦੋਂ ਸਾਡੀ ਸਰਕਾਰ ਆ ਗਈ ਫਿਰ ਅਸੀਂ ਇਹ ਸਾਰੇ ਕੁਝ ਨੂੰ ਬਦਲ ਦਾਂਗੇ।
ਹੁਣ ਸਾਡੀ ਸਰਕਾਰ ਕਿਹਦੀ ਆਊਗੀ? ਮੰਨ ਲਓ ਜੇ ਬੀਜੇਪੀ ਦੀ ਸਰਕਾਰ, ਉਹ ਆਪਣੀ ਹੈ ਨਹੀਂ ਕਿਉਂਕਿ ਉਹਨਾਂ ਦੇ ਵਿਰੋਧ ਹੈ ਕੰਮ। ਅਗਲੀ ਸਰਕਾਰ ਕਿਹਦੀ ਆਊਗੀ? ਕਾਂਗਰਸ ਪਾਰਟੀ ਦੀ। ਤੇ ਕਾਂਗਰਸ ਪਾਰਟੀ ਦਾ ਅਧਿਕਾਰੀ ਦਾ ਗੱਠਜੋੜ ਹੋਣ ਰਿਹਾ, ਤੇ ਫਿਰ 15 ਕਿਲੋਮੀਟਰ ਵਾਲਾ ਕੰਮ 50 ਤੋਂ 15 ਆਊ ਕਿੱਦਾਂ? ਮੈਂ ਵੈਸੇ ਹੀ ਕਹਿਣਾ ਵੀ ਮਤਲਬ ਕਿਸੇ ਵੇਲੇ ਹੁੰਦਾ ਨਾ, ਹੁਣੇ ਅੱਜ ਆਪਣੀ ਗੱਲ ਚੱਲਣ ਨਹੀਂ ਡਈ ਆ ਵੀ ਥੋੜਾ ਲੌਂਗ ਰਨ ਸੋਚ ਕੇ ਵੇਖੋ। ਅੱਜ ਮੈਂ ਕਿਹਾ ਵੀ ਚਲੋ ਸੋਚ ਲਈਏ। ਮੈਂ ਤੁਹਾਨੂੰ ਦੱਸਦਾ ਨਾ, ਦੇਖੋ ਹਰ ਪਾਰਟੀ ਦਾ ਵਰਕਰ ਹੁੰਦਾ। ਵਰਕਰ ਨੇ ਅੱਗੇ ਵੋਟਾਂ ਮੰਗਣੀਆਂ ਹੁੰਦੀਆਂ। ਵਰਕਰ ਜਿੰਨਾ ਉਤਸ਼ਾਹ ਦੇ ਵਿੱਚ ਰਹੂਗਾ, ਯਾਨੀ ਆਪਣੇ ਘਰੇ ਮੱਝ ਨੂੰ ਸੰਗਲ ਜਿਹੜਾ ਉਹਦਾ ਕਿੱਲੇ ਨਾਲ ਬੰਨ੍ਹ ਕੇ, ਕੁੜਤਾ ਝਾੜ ਕੇ, ਤੇ ਜਦੋਂ ਤੁਰਨ ਲੱਗਦਾ ਤੇ ਪਿੱਛੋਂ ਘਰੋਂ ਆਵਾਜ਼ ਮਾਰਦੇ, ਆ ਪਿੱਛੋਂ ਵੀ ਵੜ ਜੇ ਤੂੜੀ ਝਾੜ ਲੈਂਦੇ, ਆ ਕੁੜਤੇ ਨੂੰ ਸਾਰੀ ਤਾਂ ਤੂੜੀ ਲੱਗੀ ਆ ਪਿੱਛੇ, ਤੇ ਉਹ ਫਿਰ ਉਹਨੇ ਬੰਦੇ ਨੇ ਹੌਲੀ ਹੌਲੀ ਕਰਕੇ ਆ ਝਾੜਨਾ, ਨਹੀਂ ਤਾਂ ਉਹਦੇ ਕੋਲ ਜਾਣਾ, ਤੂੰ ਝਾੜ ਦੇ ਮਾੜੀ ਜੀ। ਉਹ ਬੰਦੇ ਨੇ ਜਦੋਂ ਫਿਰ ਗੁਆਂਢੀਆਂ ਦੇ ਜਾ ਕੇ ਨਾ ਕਿ ਵੋਟ ਦਾ ਵੇ ਖਿਆਲ ਰੱਖਿਓ, ਉਹ ਆਪਣੇ ਬੰਦੇ ਆ, ਕੱਲ ਨੂੰ ਆਪਾਂ ਚੱਲਣਾ ਵੀ ਆ, ਮੈਂ ਤਾਂ ਅੱਗੇ ਕੁੜਤਾ ਪਜਾਮਾ ਧੋਣਾ ਦੇ ਆਇਆ ਕਿ ਧੋ ਕੇ ਪ੍ਰੈਸ ਕਰ ਦਿਓ ਚੰਗੀ ਤਰ੍ਹਾਂ। ਹੁਣ ਉਹ ਜਿਹੜੇ ਸਾਰੇ ਬੰਦੇ ਆ, ਉਹ ਤਾਂ ਹੀ ਪਾਰਟੀਆਂ ਲਈ ਕੰਮ ਕਰਨਗੇ ਜੇ ਉਹਨਾਂ ਦੇ ਵਿੱਚ ਜੋਸ਼ ਹੋਊਗਾ। ਤੇ ਜੇ ਉਹ ਕਹੀ ਜਾਣ ਸਾਡੇ ਤੋਂ ਫਿਰ ਹੋਣਾ ਨਹੀਂ, ਆਪਣੇ ਕੋਲ ਤਾਂ ਤਾਕਤਾਂ ਨਹੀਂ ਹੈਗੀਆਂ। ਹੁਣ ਕੇਜਰੀਵਾਲ ਸਾਹਿਬ ਆਏ, ਮੈਂ ਇਹੀ ਗੱਲ ਕਹਿੰਦਾ ਵੀ ਉਹ ਜਿਹੜਾ ਬੰਦਾ ਕੁੜਤਾ ਝਾੜ ਕੇ ਇੰਨਾ ਕੁਛ ਕਰਕੇ ਬਾਹਰ ਗਿਆ, ਅੱਗੋਂ ਕਿਹੜਾ ਉਹਨੂੰ ਮਰਸੀਡੀਜ਼ ਤੇ ਮਿਲਣਾ? ਉਹ ਵੀ ਤੇ ਸਾਈਕਲ ਤੇ ਆਉਂਦਾ ਨਾ, ਕੋਈ ਪੱਠਿਆਂ ਦੀ ਪੰਡ ਲਈ। ਆਪਸ ਦੇ ਵਿੱਚ ਇਦਾਂ ਹੀ ਟਕਰਾਉਂਦੇ ਆ। ਉਹਨੇ ਜੇ ਆਹ ਗੱਲ ਜਿਹੜੀ ਮੈਂ ਕੀਤੀ, ਉਹਨੇ ਪੁੱਛ ਲਈ ਵੀ ਤੂੰ ਫਿਰ ਮਹਿੰਗਾ ਸਿਆ ਆ ਗਈ, ਫਿਰ ਵੋਟ ਦਾ ਖਿਆਲ ਹੈ। ਕਿਹੜੀ ਵੋਟ ਹੋਏ ਹੈ? ਤੁਹਾਡੀ ਕਿਹੜੀ ਸਰਕਾਰ ਹੈ? ਕਹਿੰਦਾ ਕੇਂਦਰ ਵਾਲੀ ਤੁਸੀਂ ਛੱਡ ਆਏ ਆ, ਦੂਜੀ ਜੇ ਮੰਨ ਲਓ ਕਾਂਗਰਸ ਦੀ ਬਣ ਵੀ ਗਈ ਤੇ ਆਪਣਾ ਕੀ ਹੈ? ਉਹਨਾਂ ਨੂੰ ਐਂ ਲੱਗਦਾ ਨਾ ਕਿ ਅਜੇ ਵੀ ਲੀਡਰਾਂ ਨੂੰ ਐਂ ਲੱਗਦਾ ਕਿ ਅਜੇ ਵੀ ਇਹਨਾਂ ਨੂੰ ਦਿੱਲੀ ਵਾਲੀਆਂ ਤੇ ਚੰਡੀਗੜ੍ਹ ਵਾਲੀਆਂ ਵੋਟਾਂ ਦਾ ਹੀ ਪਤਾ, ਇਹਨਾਂ ਨੂੰ ਅਧਿਕਾਰਾਂ ਦਾ ਨਹੀਂ ਪਤਾ। ਅਸਲ 'ਚ ਪਿਛਲੇ ਸਾਲ ਦੀ ਸਕੂਲਿੰਗ ਭੁੱਲ ਗਏ ਉਹ। ਮੈਂ ਉਹੀ ਕਹਿਣਾ, ਇੱਕ ਸਾਲ 'ਚ ਜਿਹੜੀ ਸਕੂਲਿੰਗ ਹੋਈ ਹੈ। ਬਾਕੀ ਸੰਧਾਲੀਆ ਸਾਹਿਬ ਵੀ ਹੈਗਾ, ਅੱਜ ਹਰ ਇੱਕ ਧਿਰ ਕਹਿੰਦੀ ਹੈ, ਬੀਜੇਪੀ ਨਹੀਂ ਕਹਿੰਦੀ ਸਾਡੀ ਸਰਕਾਰ ਬਣਨੀ ਹੈ ਪੰਜਾਬ 'ਚ। ਮਕਸਦ ਕੀ ਹੈ? ਪਤਾ ਤਾਂ ਹੈਗਾ ਹੀ ਆ ਵੀ ਕੀ ਹੋਣਾ ਹੈ, ਕਿ ਵਰਕਰ ਮੋਟੀਵੇਟ ਰਹਿਣ ਕਿ ਭਾਈ ਇਹਨਾਂ ਨੇ ਪਤਾ ਨਹੀਂ ਕੀ ਕਰ ਦੇਣਾ। ਇਦਾਂ ਹੀ ਬੈਂਸ ਭਰਾ ਕਹਿੰਦੇ ਆ ਕਿ ਸਾਡਾ ਕੰਮ ਹੋਣਾ। ਛੋਟੇਪੁਰ ਸਾਹਿਬ ਵੀ ਤਾਂ ਕਹਿੰਦੇ ਸੀ ਉਦੋਂ ਸਾਡੀ ਸਰਕਾਰ ਬਣਨੀ ਹੈ। ਕੇਜਰੀਵਾਲ ਸਾਹਿਬ ਨੇ ਦੋਨੇ ਹੀ ਦਿਨ ਪੰਜਾਬ ਦੇ ਵਿੱਚ ਮਾਰਚ ਮਹੀਨੇ ਅਗਲੇ ਸਾਲ ਪੰਜਾਬ ਦੀ ਸਰਕਾਰ ਆਪਣੀ ਪਾਰਟੀ ਦੀ ਬਣਾਤੀ ਹੈ। ਇਦਾਂ ਹੀ ਕਾਂਗਰਸੀ ਕਹਿੰਦੇ ਵੋਟਾਂ ਸਾਨੂੰ ਹੀ ਪੈਣੀਆਂ। ਕੈਪਟਨ ਸਾਹਿਬ ਕਹਿੰਦੇ ਅਗਵਾਈ ਮੈਂ ਕਰਾਂਗਾ, ਮੁੱਖ ਮੰਤਰੀ ਮੈਂ ਬਣਾਂਗਾ। ਉਹ ਸਾਰਿਆਂ ਨੇ ਕਹੀ ਜਾਣਾ, ਨਾ ਬਣੂਗੀ ਤਾਂ ਤਿੰਨ ਹੀ ਸ਼ਬਦ ਨੇ, ਫਤਵਾ ਪ੍ਰਵਾਨ ਹੈ। ਹਾਂ, ਅਸੀਂ ਮੰਨਦੇ ਹਾਂ, ਉਹਨਾਂ ਨੂੰ ਵਧਾਈ। ਹੁਣ ਫਿਰ ਕੰਮ ਕਰਕੇ ਵਿਖਾਉਣ, ਕੰਮ ਕਰਕੇ ਵਿਖਾਉਣ। ਅਗਲਾ ਕਹਿੰਦਾ ਕੋਈ ਨਹੀਂ ਵਿਖਾ ਦਾਂਗੇ। ਅੱਛਾ ਚਲੋ, ਕੇਜਰੀਵਾਲ ਸਾਹਿਬ ਦੀ ਗੱਲ ਤੁਸੀਂ ਕੀਤੀ। ਕੇਜਰੀਵਾਲ ਸਾਹਿਬ ਪੰਜਾਬ ਆਏ, ਚਲੋ ਪਹਿਲੇ ਦਿਨ ਤੇ ਕਿਸਾਨੀ ਦੀਆਂ ਗੱਲਾਂ ਹੋ ਗਈਆਂ, ਦੂਜੇ ਦਿਨ ਜਦੋਂ ਕਹਿੰਦੇ ਫਿਰ ਵਪਾਰੀ ਤਬਕੇ ਨੂੰ ਨਾਲ ਜੋੜਨਾ ਸੀ, ਕਿਉਂਕਿ ਹੁਣ ਹੈ ਤੇ ਪੁਰਾਣੇ ਅਫਸਰ, ਟੈਕਸਾਂ ਟੁਕਸਾਂ ਦਾ ਮਾਮਲਾ ਇਹ ਉਹ ਹਿਸਾਬ ਕਿਤਾਬ ਸਾਰਾ ਜਾਣਦੇ। ਹੁਣ ਜਿਹੜੀ ਗੱਲ ਉਹਨਾਂ ਟੈਕਸਾਂ ਤੋਂ ਛੇੜ ਲਈ ਤੇ ਜਿਹੜੇ ਹਿਸਾਬ ਨਾਲ ਛੇੜੀ, ਉਹ ਕਹਿੰਦੇ ਛਿੜਦੀ ਕਿਤੇ ਵੱਡੇ ਘਰ ਵਾਲਿਆਂ ਦੀ, ਕਿਤੇ ਭਾਈਵਾਲ ਜਾਂ ਸਾਂਝੀਦਾਰ ਜਾਂ ਰਿਸ਼ਤੇਦਾਰ ਦੇ ਥਰੂ ਹੋ ਕੇ ਲੰਘੀ। ਸਿੱਧਾ ਨਾਂ ਉਹਨਾਂ ਵੀ ਨਹੀਂ ਲਿਆ, ਪਰ ਉਹ ਜੇ ਨਾਂ ਨਹੀਂ ਲਿਆ, ਸਾਹਮਣੇ ਵਾਲੇ ਪਾਸਿਓਂ ਰਿਐਕਸ਼ਨ ਨਾ ਹੁੰਦਾ ਤੇ ਸ਼ਾਇਦ ਗੱਲ ਦੱਬੀ ਰਹਿ ਜਾਂਦੀ। ਪਰ ਜਿੱਦਾਂ ਹੁਣ ਅਗਲੇ ਪਾਸਿਓਂ ਵੀ ਬਿਆਨ ਆ ਗਿਆ, ਉਹ ਕਹਿੰਦੇ ਫਿਰ ਮਾਣਹਾਨੀ ਦਾ ਕੇਸ ਕਰਨਾ ਹੈ ਤੇ ਮਾਫੀ ਵੀ ਪ੍ਰਵਾਨ ਨਹੀਂ ਉਹ ਕਰਨੀ, ਭੱਜਣ ਨਹੀਂ ਉਹ ਦੇਣਾ। ਦੇਖੋ, ਅਰਵਿੰਦ ਕੇਜਰੀਵਾਲ ਹੋਰਾਂ ਨੇ ਇੱਕ ਤਾਂ ਇਹ ਕਿਹਾ, ਉਹ ਕਹਿੰਦੇ ਜੀ ਫਰਵਰੀ 'ਚ ਵੋਟਾਂ ਪਾ ਦਿਓ, ਮਾਰਚ 'ਚ ਸਰਕਾਰ ਬਣ ਜਾਣੀ ਹੈ। ਉਹਦੇ ਤੋਂ ਬਾਅਦ ਵਪਾਰੀਓ, ਛੋਟੇ ਦੁਕਾਨਦਾਰੋ, ਤੁਹਾਨੂੰ ਕੋਈ ਚਿੰਤਾ ਨਹੀਂ, ਵੈਟ ਦਾ ਰੀਫੰਡ ਹੋਊਗਾ, ਕੋਈ ਤੁਹਾਨੂੰ ਆਣ ਕੇ ਤੰਗ ਨਹੀਂ ਕਰੂਗਾ, ਸੁਰੱਖਿਆ ਤੁਹਾਡੀ ਸਾਡੀ ਜ਼ਿੰਮੇਵਾਰੀ ਹੈ, ਤੁਸੀਂ ਚਿੰਤਾ ਹੀ ਛੱਡ ਦਿਓ। ਕਹਿੰਦੇ ਜਦੋਂ ਮੈਂ ਪਹਿਲੀ ਵਾਰੀ ਮੁੱਖ ਮੰਤਰੀ ਬਣਿਆ 49 ਦਿਨਾਂ ਦੇ ਲਈ 3 ਦਰਜਨ ਤੋਂ ਵੱਧ ਅਫਸਰ ਚੱਕ ਕੇ ਅੰਦਰ ਕਰਤੇ, ਰਿਸ਼ਵਤਖੋਰੀ ਜ਼ੀਰੋ ਸੀ। ਉਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਬਾਅਦ ਵਿੱਚ ਕਹਿੰਦੇ ਸਾਡੇ ਕੋਲੋਂ ਅਧਿਕਾਰ ਹੀ ਲੈ ਲਏ, ਅਸੀਂ ਕੁਝ ਕਰਨ ਜੋਗੇ ਨਾ ਰਹੇ। ਪਰ ਕਿਉਂਕਿ ਪੰਜਾਬ ਪੂਰਾ ਸੂਬਾ ਹੈ, ਤੁਸੀਂ ਇੱਕ ਵਾਰੀ ਇੱਥੇ ਸਰਕਾਰ ਬਣਾ ਦਿਓ, ਪੈਸੇ ਤੁਹਾਡੇ ਕੋਲੋਂ ਨਹੀਂ ਚਾਹੀਦੇ, ਤੰਗ ਤੁਹਾਨੂੰ ਨਹੀਂ ਕਰਨਾ, ਸਹੂਲਤਾਂ ਸਾਰੀਆਂ ਦੇਵਾਂਗੇ, ਚਿੰਤਾ ਨਹੀਂ ਕਰਨੀ, ਬਸ ਤੁਸੀਂ ਇੱਕ ਵਾਰੀ ਕੰਮ ਚੁਕਾ ਦਿਓ। ਨਾਲ ਹੀ ਉਹਨਾਂ ਨੇ ਸ਼ਬਦ ਵਰਤਿਆ ਜਿਹੜਾ ਜੋਜੋ ਟੈਕਸ। ਹੁਣ ਤੁਹਾਨੂੰ ਯਾਦ ਹੋਣਾ ਪਿਛਲੇ ਸਮੇਂ ਦੇ ਵਿੱਚ ਵੀ ਇੱਕ ਵਾਰੀ ਬਠਿੰਡਾ ਰਿਫਾਈਨਰੀ ਦੇ ਮੁੱਦੇ ਤੇ ਇਹ ਚਰਚਾ ਬਹੁਤ ਚੱਲੀ ਸੀ ਕਿ ਗੁੰਡਾ ਤੇ ਡੰਡਾ ਟੈਕਸ ਲੱਗਦਾ ਹੈ, ਬਾਹਰ ਬੰਦੇ ਬੈਠੇ ਆ, ਹਰ ਅੰਦਰ ਜਾਣ ਵਾਲੇ ਟਰੱਕ ਨੂੰ ਤੇ ਹਰ ਬਾਹਰ ਨਿਕਲਣ ਵਾਲੇ ਟਰੱਕ ਤੋਂ ਇੰਨੇ ਰੁਪਈਏ ਲੈਂਦੇ ਆ। ਉਦੋਂ ਅੰਦਰੋਂ ਕੋਈ ਠੇਕੇਦਾਰਾਂ ਨੇ ਵੀ ਕਹਿਣਾ ਸ਼ੁਰੂ ਕਰਤਾ ਸੀ ਕਿ ਭਾਈ ਸਾਨੂੰ ਰੇਤਾ ਸਸਤੀ ਪੈਂਦੀ ਹੈ, ਰਾਹ ਵਾਲੀ ਪਰਚੀ ਮਾਰ ਜਾਂਦੀ ਹੈ, ਲਾਗਤ ਵਧੀ ਜਾਂਦੀ ਹੈ, ਸਾਡੇ ਹੱਥ ਖੜੇ ਆ। ਉਦੋਂ ਵੀ ਚਰਚਾ ਚੱਲੀ ਸੀ। ਹੁਣ ਮਨਪ੍ਰੀਤ ਸਿੰਘ ਬਾਦਲ ਸਾਹਿਬ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਜੈਜੀਤ ਸਿੰਘ ਜੌਲ, ਉਹਨਾਂ ਦਾ ਛੋਟਾ ਨਾਮ ਜੋਜੋ ਕਹਿੰਦੇ ਉਹਨਾਂ ਨੂੰ। ਉਹ ਕਹਿੰਦੇ ਜੀ ਦੇਖੋ, ਪਿਛਲੀ ਵਾਰੀ ਤਾਂ ਕੇਜਰੀਵਾਲ ਸਾਹਿਬ ਤੁਸੀਂ ਇੱਕ ਵਾਰੀ ਉਹ ਮਾਝੇ ਵਾਲੇ ਪਾਸਿਓਂ ਮਾਫੀਨਾਮਾ ਦੇ ਗਿਆ ਸੀ ਅਦਾਲਤ ਦੇ ਵਿੱਚ ਕਿ ਮੇਰੇ ਤੋਂ ਕਹਿ ਹੋ ਗਿਆ ਜਾਂ ਛੱਡੋ ਪਰਾਂ। ਮੈਂ ਕਹਿੰਦੇ ਹੁਣ ਮਾਨਹਾਨੀ ਦਾ ਕੇਸ ਵੀ ਕਰਨਾ ਹੈ, ਸਜ਼ਾ ਵੀ ਦਵਾਉਂਗਾ, ਮਾਫੀਨਾਮਾ ਮੈਂ ਨਹੀਂ ਕਬੂਲ ਕਰਦਾ ਹੁੰਨਾ, ਇਹ ਬਾਅਦ ਦੀ ਗੱਲ ਹੈ। ਹੁਣ ਸਾਨੂੰ ਨਹੀਂ ਪਤਾ ਕਿ ਉੱਥੇ ਗੁੰਡਾ ਡੰਡਾ ਟੈਕਸ ਕੋਈ ਵਸੂਲਦਾ ਕਿ ਨਹੀਂ ਵਸੂਲਦਾ, ਪਰ ਪਿਛਲੀ ਵਾਰੀ ਦੀਆਂ ਵੀਡੀਓ ਸੀਗੀਆਂ ਕਿ ਬਾਹਰ ਟੈਂਟ ਲੱਗਾ ਹੁੰਦਾ ਸੀ, ਉਹ ਟੈਂਟ ਪੱਟਿਆ ਗਿਆ, ਅਖਬਾਰਾਂ ਦੇ ਵਿੱਚ ਫੋਟੋ ਛਪੀਆਂ ਸੀ ਕਿ ਆਹ ਟੈਂਟ ਹੁੰਦਾ ਸੀ, ਉਹਨੇ ਹੈ ਨਹੀਂ। ਪਰ ਅੱਜ ਤੱਕ ਉਹ ਬੰਦਾ ਫੜਿਆ ਥੋੜੀ ਗਿਆ ਹੋਣਾ। ਜੇ ਫੜਿਆ ਗਿਆ ਹੋਊਗਾ ਤਾਂ ਅਸੀਂ ਕਿਸੇ ਦੀ ਸਜ਼ਾ ਨਹੀਂ ਸੁਣੀ। ਬਾਕੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਹਿ ਦਿੱਤਾ ਹੈ, ਸਾਬਿਤ ਕਿੱਦਾਂ ਕਰਨਾ ਹੈ, ਪਰ ਇਹ ਗੱਲ ਤੁਹਾਡੀ ਠੀਕ ਹੈ, ਜੇ ਜੈਜੀਤ ਸਿੰਘ ਜੌਲ ਹੋਰੀ ਨਾ ਬੋਲਦੇ ਤਾਂ ਸ਼ਾਇਦ 90% ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿ ਭਾਈ ਸੰਕੇਤ ਉਧਰ ਨੂੰ ਦਿੱਤਾ ਹੈ।
ਪਰ ਕੇਜਰੀਵਾਲ ਸਾਹਿਬ ਨੇ ਪਿਛਲੀ ਵਾਰੀ ਤਾਂ ਸਿੱਖ ਲਿਆ, ਗੱਲ ਗੋਲ ਕਰਕੇ ਆਖੋ ਸਾਬਤ ਕਿੱਦਾਂ ਕਰਨਗੇ। ਨਹੀਂ ਸਾਬਤ ਦੀ ਗੱਲ ਨਹੀਂ ਹੈਗੀ। ਦੇਖੋ ਦਿੱਲੀ ਦਾ ਹਿਸਾਬ ਕਿਤਾਬ ਹੋ ਰਿਹਾ, ਜੇ ਪਿੰਡਾਂ ਥਾਵਾਂ ਤੇ ਖਾਸ ਕਰਕੇ ਮਾਲਵੇ ਵੱਲ ਆਏ ਨੇ ਐਤਕੀ ਕੇਜਰੀਵਾਲ ਸਾਹਿਬ, ਤੇ ਮਾਲਵੇ 'ਚ ਮੈਂ ਨਾ ਵੀ ਕਿਤੇ ਕੱਚੀਆਂ ਰਾਹਾਂ ਦੇ ਉੱਪਰ ਚਲੇ ਜਾਂਦੇ, ਗੱਡੀ ਤੇ ਬਹਿ ਕੇ ਚਲੇ ਜਾਂਦੇ, ਜ਼ਿਆਦਾ ਵਧੀਆ ਹੋਣੇ। ਜੇ ਗੱਡੀ ਤੇ ਨਹੀਂ ਤੇ ਚਲੋ ਟਰੈਕਟਰ ਫੜ ਲੈਂਦੇ, ਮੀਂਹ ਮੂੰਹ ਪੈ ਕੇ ਹਟਿਆ। ਕੱਚਿਆਂ ਰਾਹਾਂ 'ਚ ਮੁਸ਼ਕਿਲ ਆਉਂਦੀ ਆ ਵੀ ਉਹ ਡੂੰਘੇ ਥਾਂ ਜਿੱਥੇ ਜਿੱਥੇ ਟਾਇਰ ਲੰਘਦੇ ਨਾ ਉੱਥੇ ਟੋਏ ਬਣ ਜਾਂਦੇ ਹੈ ਨਾ, ਲੀਹ ਬਣ ਜਾਂਦੀ। ਤੁਸੀਂ ਜਿੰਨਾ ਮਰਜ਼ੀ ਟਰੈਕਟਰ ਤਾਂ ਚੜਾ ਲਓ, ਤਿਲ ਕੇ ਘੁੰਮ ਕੇ ਫੇਰ ਲੀਹਾਂ 'ਚ ਡਿੱਗ ਪੈਂਦਾ। ਇੱਧਰੋਂ ਫੇਰ ਗੱਡਾ ਤਾਂ ਕੋਈ ਨਹੀਂ, ਖਿੱਚ ਉਹ ਵਿਚਾਰਾ ਡੰਗਰ ਜਿੰਨਾ ਮਰਜ਼ੀ ਖਿੱਚੇ ਫੇਰ ਲੀਹਾਂ 'ਚ ਗੱਡਾ ਡਿੱਗ ਪੈਂਦਾ। ਮੈਨੂੰ ਪਤਾ ਨਹੀਂ ਐਂ ਕਿਉਂ ਲੱਗਦਾ ਵੀ ਕੇਜਰੀਵਾਲ ਹੋਰਾਂ ਦਾ ਜਾਂ ਆਮ ਆਦਮੀ ਪਾਰਟੀ ਦਾ ਇਹ ਗੱਡਾ ਲੀਹਾਂ 'ਚੋਂ ਕੱਢਦੇ, ਉਹ ਘੁੰਮ ਕੇ ਫੇਰ ਲੀਹਾਂ 'ਚ ਆ ਕੇ ਡਿੱਗ ਪੈਂਦਾ। ਕਿਉਂਕਿ ਪਿਛਲੀ ਵਾਰ ਵੀ ਇੱਦਾਂ ਹੀ ਸੀ ਨਾ। ਦੇਖੋ ਨਾ ਉਦੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾ ਰਿਹਾ ਸੀ, ਨਾ ਐਤਕੀ ਐਲਾਨ ਰਿਹਾ। ਪਿਛਲੀ ਵਾਰ ਵੀ ਉਸੇ ਪਰਿਵਾਰ ਦੇ ਉਸੇ ਰਿਸ਼ਤੇਦਾਰ ਟਾਈਪ ਨੂੰ, ਮਤਲਬ ਰਿਸ਼ਤੇਦਾਰੀ ਉੱਧਰ ਵੀ ਸੇਮ ਹੀ ਸੀਗੀ, ਉਦੋਂ ਬਿਆਨ ਦੇ ਕੇ ਫਸ ਗਏ ਸੀ। ਹੁਣ ਵੀ ਪਰਿਵਾਰ ਉਹੀ ਹੈ, ਰਿਸ਼ਤੇਦਾਰ ਵੀ ਉਹੀ ਹੈ, ਬਿਆਨ ਫਿਰ ਉਹੋ ਜਿਹਾ ਦੇ ਲਿਆ। ਅਗਲਿਆਂ ਨੇ ਵੀ ਉਦੋਂ ਕਿਹਾ ਸੀ ਵੀ ਠੋਕਾਂਗੇ, ਤੇ ਹੁਣ ਇਹਨਾਂ ਵੀ ਕਿਹਾ ਠੋਕਾਂਗੇ। ਤੇ ਮੈਂ ਨਾ ਵੀ ਇਹ ਨਾ ਹੋਵੇ ਵੀ ਗੱਡਾ ਫੇਰ ਲੀਹਾਂ 'ਚ ਡਿੱਗ ਪਏ ਕਿਤੇ। ਇਹ ਕੋਈ ਗੱਲ ਨਹੀਂ, ਇੱਕ ਵਰਕਾ ਹੀ ਆ ਉਹ ਤੇ ਵਰਕਾ ਆ, ਪੰਜਾਬੀਆਂ ਦੇ 5 ਸਾਲ ਹੈ ਨਾ, ਮੈਂ ਤਾਂ ਕਹਿੰਦਾ ਉਹਨਾਂ ਦਾ ਤੇ ਵਰਕਾ ਆ। ਉਹ ਭਗਵੰਤ ਮਾਨ ਨੂੰ ਪੁੱਛ ਕੇ ਵੇਖੋ, ਜਿਹਨਾਂ ਦਾ 17 ਤੋਂ 22 ਮਹਾ ਆਉਣਾ, ਤੇ ਜੇ 22 ਤੋਂ 27 ਜਾ ਵੜੀ ਫੇਰ ਤੇ ਔਖਾ। ਨਹੀਂ ਫਿਰ ਔਖਾ ਨਹੀਂ ਹੋਣਾ, ਫਿਰ ਔਖਾ ਹੀ ਹੋ ਜਾਣਾ ਆ। ਫਿਰ ਤਾਂ ਜਵਾਬ ਹੀ ਸਮਝੋ। ਹੁਣ ਸੰਧਾਲੀਆ ਸਾਹਿਬ ਚਲੋ ਉਹਨਾਂ ਨੇ ਕਹਿ ਦਿੱਤਾ। ਪਹਿਲੀ ਗੱਲ ਹੈ ਕਿ ਜੇ ਤਾਂ ਦਿੱਲੀ ਦੇ ਵਿੱਚ ਉਹਨਾਂ ਨੇ ਵਪਾਰੀਆਂ ਦੀਆਂ ਮੁਸ਼ਕਲਾਂ ਦੂਰ ਕਰਤੀਆਂ ਸੀ ਤਾਂ ਚੰਗਾ। ਕੀ ਲੱਗਦਾ, ਆਪਾਂ ਟਿੱਪਣੀਆਂ ਵੀ ਮੰਗ ਲੈਂਦੇ ਪਰਿਵਾਰ ਤੋਂ ਕਿ ਕੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਦਿੱਲੀ 'ਚੋਂ ਕੰਮ ਕਰ ਦਿੱਤੇ ਸੀ, ਕੀ ਉਹ ਪੰਜਾਬ ਦੇ ਵਿੱਚ ਕਰਨ ਦੀ ਕਪੈਸਿਟੀ ਰੱਖਦੇ ਆ। ਦੂਸਰੀ ਗੱਲ ਤੁਸੀਂ ਮੁੱਖ ਮੰਤਰੀ ਵਾਲੀ ਜਿਹੜੀ ਕਰ ਦਿੱਤੀ ਕਿ ਭਾਈ ਦਾਅਵੇਦਾਰ ਐਲਾਨੋ। ਦੇਖੋ ਐਤਕੀ ਅਗਲੇ ਸਿੱਧੇ ਆਏ, ਭਗਵੰਤ ਮਾਨ ਹੋਰਾਂ ਦੇ ਘਰ ਜਾ ਕੇ ਬੱਜੇ ਰੋਟੀ ਖਾਧੀ। ਹੁਣ ਤਾਂ ਫੋਟੋਆਂ ਭਗਵੰਤ ਮਾਨ ਸਾਹਿਬ ਨੇ ਖੁਦ ਜਨਤਕ ਕੀਤੀਆਂ ਕਿ ਆ ਦੇਖੋ ਪੂਰੀ ਤਰ੍ਹਾਂ ਝੁੱਕ ਕੇ ਮਾਤਾ ਜੀ ਦੇ ਪੈਰੀਂ ਹੱਥ ਲਾਇਆ, ਐਂ ਵਾਲਾ ਗੋਡੇ ਹੱਥ ਨਹੀਂ ਲਾਇਆ। ਨਹੀਂ ਫਿਰ ਕੱਲ ਜਿਹੜੀ ਆਪਾਂ ਗੱਲ ਕਰਦੇ ਇਹਦਾ ਮਤਲਬ ਠੀਕ ਹੀ ਸੀ, ਉਹ ਕਿਤੇ ਨਾ ਕਿਤੇ ਤੇ ਗੱਲ ਬਣਦੀ ਨਹੀਂ। ਬੇਬੇ ਨੂੰ ਆਖਿਆ ਨਾ ਵੀ ਬੇਬੇ ਤੂੰ ਸਮਝਾ, ਸਾਡੇ ਨਹੀਂ ਆਖਿਆ ਲੱਗਦਾ ਵੀ ਬੇਬੇ ਤੁਰਨਾ ਫਿਰਨਾ ਚਾਹੀਦਾ। ਮੈਨੂੰ ਤਾਂ ਕਦੇ ਕਦੇ ਐਂ ਵੀ ਲੱਗਦਾ ਹੁੰਦਾ ਜੇ ਸਿੱਧਾ ਹੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਐਲਾਨ ਦਿੰਦੇ, ਮੰਨ ਲਓ, ਫਿਰ ਇੱਕ ਮੁਕਾਬਲਾ ਹੋ ਜਾਣਾ ਸੀ। ਦੇਖੋ ਜੀ, ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੇ, ਦੂਜੇ ਪਾਸੇ ਭਗਵੰਤ ਮਾਨ ਨੇ, ਤੀਜੇ ਪਾਸੇ ਕੈਪਟਨ ਸਾਹਿਬ ਨੇ, ਚੌਥੇ ਪਾਸੇ ਸਿੱਧੂ ਤੇ ਚੰਨੀ ਨੇ। ਦੱਸੋ ਜੀ ਕਿਵੇਂ ਹੋਊਗਾ? ਦੱਸੋ ਜੀ ਕਿਹੜਾ ਮੁਕਾਬਲਾ? ਹੁਣ ਅਗਲਿਆਂ ਨੇ ਭਗਵੰਤ ਮਾਨ ਨੂੰ ਬੈਕ ਤੇ ਰੱਖਿਆ, ਘੱਟੋ ਘੱਟ ਪਾਰਟੀ ਦੇ ਵਰਕਰਾਂ ਦੇ ਵਿੱਚ ਇੱਕ ਹਮਦਰਦੀ ਦੀ ਲਹਿਰ ਜੀ ਆ। ਆਮ ਲੋਕਾਂ ਨੂੰ ਲੱਗਦਾ ਨਹੀਂ ਯਾਰ ਜਿੱਦਾਂ ਮਰਜ਼ੀ ਆ, ਗੱਲ ਤਾਂ ਹੋਏ ਭਗਵੰਤ ਦੀ ਬਣਦੀ ਆ, ਹੱਕ ਬਣਦਾ ਬੰਦਾ। ਉਹ ਅਗਲਾ ਕਹਿੰਦਾ ਨਹੀਂ ਯਾਰ ਉਹ ਇਦਾਂ ਹੀ ਮੁੱਖ ਮੰਤਰੀ ਚਾਹ ਲਿਆ। ਉਹ ਯਾਰ ਗੱਲ ਤੇਰੀ ਠੀਕ ਆ, ਪਰ ਇੱਕ ਵਾਰੀ ਮੌਕਾ ਬੰਦੇ ਦਾ ਬਣਦਾ। ਪਾਰਟੀ ਉਹਨੇ ਖੜੀ ਕੀਤੀ ਸੀ, ਉਹ ਇੱਕ ਤਰ੍ਹਾਂ ਦੇ ਨਾਲ ਇੱਕ ਸਿੰਪਥੀ ਦੀ ਲਹਿਰ ਜੀ ਪੈਦਾ ਹੋ ਜਾਂਦੀ ਨਾ, ਉਹ ਮੈਨੂੰ ਲੱਗਦਾ ਕ੍ਰੀਏਟ ਕਰਨ 'ਚ ਕਾਮਯਾਬ ਹੋ ਗਿਆ ਪੂਰਾ। ਨਹੀਂ ਪਰ ਮੈਨੂੰ ਲੱਗਦਾ ਵੀ ਉਹ ਜਦੋਂ ਕ੍ਰੀਏਟ ਹੋਈ ਉਹ ਪਿਛਲੀ ਵਾਰ ਵਾਲਾ ਜਿਹੜਾ ਇੱਕ ਹੁੰਦਾ ਨਾ ਵੀ ਉਹ ਯਾਰ ਇਦਾਂ ਕਰ, ਉਹ ਗਾਣਾ ਲਾ ਘੁਮਾ ਕੇ, ਉਹ ਮੈਨੂੰ ਲੱਗਦਾ ਵੀ ਪੁਰਾਣਾ ਤਵਾ ਜਾਂ ਤਵਿਆਂ ਵਾਲਾ ਕੰਮ ਚੱਲਦਾ ਹੁੰਦਾ, ਐ ਤਵਾ ਰੱਖਿਆ, ਉਹ ਐ ਸੂਈ ਘੁਮਾ ਕੇ ਉਸੇ ਗਾਣੇ ਦੀ ਲਿਆ ਕੇ ਲਿਆਂਦੀ। ਹੁਣ ਭਗਵੰਤ ਮਾਨ ਸਾਹਿਬ ਉੱਥੇ ਜਦੋਂ ਬਾਹਰ ਨਿਕਲਿਆ, ਉਹਨਾਂ ਦੇ ਚਿਹਰੇ ਤੇ ਖੁਸ਼ੀ ਸੀਗੀ। ਹੁਣ ਆਪਣੇ ਵਾਲੇ ਭਾਈਚਾਰੇ ਨੇ ਤੇ ਪੁੱਛਣਾ ਹੀ ਹੁੰਦਾ ਵੀ ਹਾਂਜੀ ਮਹਾਰਾਜ ਸਵਾਲਾਂ ਦੇ ਜਵਾਬ ਦੇ ਦਿਓ ਜੀ। ਇੱਕ ਸਵਾਲ ਇਹ ਪੁੱਛ ਲਾ, ਉਹ ਕਹਿੰਦੇ ਜੀ ਵੀ ਬੀਜੇਪੀ ਵਾਲੇ ਆਂਦੇ ਆ ਵੀ ਹੁਣ ਬਸ ਸਾਡਾ ਅਗਲਾ ਜਿਹੜਾ ਪਲਾਨ ਹੈ ਵੀ ਉਹ ਹੁਣ ਨਵਾਂ ਪੰਜਾਬ ਹੈ ਬੀਜੇਪੀ ਦੇ ਨਾਲ ਜੀ। ਉਹ ਕਹਿੰਦੇ ਕਿਹੜਾ ਨਵਾਂ ਪੰਜਾਬ, ਜਿਹੜਾ BSF ਵਾਲਿਆਂ ਬਣਾਇਆ? ਅੱਧੋਂ ਅੱਧ ਕਹਿੰਦੇ ਐਂ ਵੰਡ ਲਿਆ, ਕਹਿੰਦੇ ਵੀ ਉਹ ਹੋ ਸਕਦਾ ਉਹਨਾਂ ਦੇ ਕੰਟਰੋਲ 'ਚ ਹੋਵੇ, ਹੋਰ ਤੇ ਮੈਨੂੰ ਕੋਈ ਪੰਜਾਬ ਦੀ ਦਾ ਨਜ਼ਰ ਨਹੀਂ ਆਉਂਦਾ ਤੇ ਨਾ ਆਸ ਨਜ਼ਰ ਆਉਂਦੀ, ਨਾ ਕੋਈ ਆਸ ਨਜ਼ਰ ਆਉਂਦੀ। ਫਿਰ ਪੁੱਛ ਲਿਆ ਵੀ ਚੰਨੀ ਸਾਹਿਬ ਦੇਖੋ ਜੀ ਚੰਗਾ ਕੰਮ ਕਰ ਰਿਹਾ। ਫਿਰ ਗੱਲ ਉੱਥੇ ਆ ਗਈ, ਕਹਿੰਦੇ ਚੰਨੀ ਸਾਹਿਬ ਇੱਦਾਂ ਕਿੱਦਾਂ ਵੀ ਮਤਲਬ ਤੁਰੇ ਜਾਂਦਾ, ਕਿਸੇ ਦੀ ਮਤਲਬ ਡੋਲੀ ਵਾਲੀ ਕਾਰ ਰੋਕ ਕੇ 100 ਰੁਪਇਆ ਸ਼ਗਨ ਦੇਤਾ, ਕਿਤੇ ਕਹਿੰਦੇ ਪਲਾਸ ਨਾਲ ਕੋਈ ਤਾਰ ਤੂਰ ਕਸਤੀ, ਇੱਦਾਂ ਥੋੜ੍ਹਾ ਕੰਮ ਹੁੰਦੇ, ਕੋਈ ਫੈਸਲੇ ਲਾਓ। ਪਰ ਜਿਹੜੀ ਅਸਲ ਗੱਲ ਸੀ ਜਿਹਦੇ ਤੇ ਹਰਸਿਮਰਤ ਬਾਦਲ ਹੋਰਾਂ ਵਾਲੇ ਬਿਆਨ ਤੇ ਪੁੱਛ ਲਿਆ ਕਿ ਉਹ ਕਹਿੰਦੇ ਵੀ 11 ਕੁ ਵਜੇ ਨੂੰ ਭਗਵੰਤ ਮਾਨ ਸਾਹਿਬ ਟਾਈਮ ਹੋ ਜਾਂਦਾ ਤੁਹਾਡਾ, ਤੇ 5 ਵਜੇ ਨੂੰ ਕੈਪਟਨ ਸਾਹਿਬ ਦਾ ਹੋ ਜਾਂਦਾ, ਤੇ ਇਦਾਂ ਕਿੱਦਾਂ ਗੱਡੀ ਚੱਲੂ? ਉੱਤੇ ਬੜੇ ਗਰਮ ਹੋਏ ਮਾਨ ਸਾਹਿਬ। ਦੇਖੋ ਗੱਲ ਇਹ ਹੈ ਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ ਥੋੜਾ ਜਿਹਾ ਤੱਤੇ ਚੱਲੇ ਸੀ, ਸਪਸ਼ਟ ਬੋਲੇ, ਉਹਨਾਂ ਨੇ ਕਿਹੜਾ ਵਿੱਚ ਲੁਕ ਲਗਾ ਰੱਖਿਆ। ਉਹ ਕਹਿੰਦੇ ਜੀ ਸਵੇਰੇ 11 ਵਜੇ ਭਗਵੰਤ ਮਾਨ ਸਾਹਿਬ ਦਾਰੂ ਪੀ ਲੈਂਦੇ ਆ, ਕੈਪਟਨ ਸਾਹਿਬ 5 ਵਜੇ ਡੱਟ ਖੁੱਲ੍ਹ ਜਾਂਦਾ ਹੈ। ਕੰਮ ਇਹਨਾਂ ਨੇ ਕੀ ਕਰਨੇ ਆ, ਪੰਜਾਬ ਦੇ ਲਈ ਸੁਹਿਰਦਤਾ ਇਹਨਾਂ ਦੀ ਕੀ ਹੋਊਗੀ, ਹੋਸ਼ 'ਚ ਹੀ ਨਹੀਂ ਰਹਿੰਦੇ। ਤੇ ਜਦੋਂ ਭਗਵੰਤ ਮਾਨ ਸਾਹਿਬ ਨੂੰ ਪੱਤਰਕਾਰਾਂ ਨੇ ਪੁੱਛਿਆ ਜੀ ਬੀਬੀ ਬਾਦਲ ਤਾਂ ਤੁਹਾਡੇ ਬਾਰੇ ਇਹ ਕਹਿੰਦੇ, ਉਹ ਕਹਿੰਦੇ ਅੱਛਾ ਉਹਨਾਂ ਨੂੰ ਟਾਈਮਿੰਗ ਕਿੱਦਾਂ ਪਤਾ? ਜਾਣੀ ਰਿਐਕਸ਼ਨ ਇੱਦਾਂ ਸੀ, ਉਹਨਾਂ ਨੂੰ ਟਾਈਮਿੰਗ ਕਿੱਦਾਂ ਪਤਾ? ਤੇ ਮੁੜ ਕੇ ਇੱਕ ਲੰਬਾ ਪੌਜ਼ ਲਿਆ, ਕੋਈ ਪੱਤਰਕਾਰ ਨਹੀਂ ਮੁੜ ਬੋਲਿਆ। ਕਹਿੰਦੇ ਕਮਾਲ ਦੀ ਗੱਲ ਹੈ। ਫਿਰ ਉਹ ਕਹਿੰਦੇ ਗੱਲ ਇਹ ਹੈ ਕਿ ਉਹ ਮੇਰਾ ਤਾਂ ਹਿਸਾਬ ਕਿਤਾਬ ਰੱਖ ਲਿਆ ਕਿ ਮੈਂ ਕਿੰਨੇ ਵਜੇ ਪੀਣਾ ਹੈ, ਉਹ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਵੀ ਹਿਸਾਬ ਕਿਤਾਬ ਰੱਖਣਾ ਕਿ ਪਤਾ ਨਹੀਂ ਕੀ ਕੋਈ ਕਦੋਂ ਖਾਂਦੇ ਆ। ਹੁਣ ਕੋਈ ਉਹਦੇ ਵਿੱਚ ਉਹਨਾਂ ਨੇ ਕਿਹਾ ਰੋਟੀ ਖਾਂਦੇ ਵੀ ਹੋ ਸਕਦੇ ਆ, ਇੱਧਰਲੇ ਪਾਸੇ ਵੀ ਗੱਲ ਹੋ ਗਈ। ਸਵਾਲ ਸੰਧਾਲੀਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਇੰਨਾ ਖਿਆਲ ਜਿੱਦਾਂ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਖਾਣ ਪੀਣ ਦਾ ਭਗਵੰਤ ਮਾਨ ਸਾਹਿਬ ਨੇ ਰੱਖਿਆ ਹੈ,
ਭਗਵੰਤ ਮਾਨ ਸਾਹਿਬ ਦੇ ਪੀਣ ਦਾ ਜਾਂ ਕੈਪਟਨ ਸਾਹਿਬ ਦੇ ਪੀਣ ਦਾ ਬੀਬੀ ਬਾਦਲ ਨੇ ਉਦੋਂ ਜ਼ਿਕਰ ਕੀਤਾ। ਮੈਂ ਕਹਿੰਦਾ ਕਿ ਇੱਕ ਦੂਜੇ ਦੇ ਉੱਤੇ ਇਦਾਂ ਦੀਆਂ ਦੂਰਬੀਨਾਂ ਟਿਕਾ ਕੇ ਰੱਖਣ ਦੀ ਜਗ੍ਹਾ ਦੇ ਉੱਤੇ ਜੇ ਸਾਰੀਆਂ ਪਾਰਟੀਆਂ ਦੇ ਪੰਜਾਬ ਦੇ ਲੀਡਰ ਇਧਰਲੇ ਪਾਸੇ ਦੂਰਬੀਨ ਟਿਕਾ ਕੇ ਰੱਖਣ ਕਿ ਅਸੀਂ ਮਾਲਵੇ ਵਾਲੇ ਪਾਸੇ ਦੇਖਣਾ ਹੈ ਕਿ ਕੈਂਸਰ ਦੇ ਕਰਕੇ ਕਰਜ਼ਾਈ ਹੋਇਆ ਕਿਹੜਾ ਬੰਦਾ ਸਲਫਾਸ ਖਾਣ ਲੱਗਿਆ, ਕਿਹੜਾ ਬੰਦਾ ਜ਼ਹਿਰੀਲੀ ਦਵਾਈ ਪੀਣ ਲੱਗਿਆ, ਕਿਹੜਾ ਬੰਦਾ ਨਹਿਰ ਦੇ ਵਿੱਚ ਛਾਲ ਮਾਰਨ ਲੱਗਿਆ, ਅਸੀਂ ਉਹਨੂੰ ਰੋਕਣਾ ਹੈ। ਜੇ ਕਿਤੇ ਇਦਾਂ ਕਹਿਣ ਕਿ ਅਸੀਂ 5-5 ਮੈਂਬਰੀ ਪਿੰਡਾਂ ਦੇ ਵਿੱਚ ਕਮੇਟੀ ਬਣਾਤੀ ਪ੍ਰਚਾਰ ਕਰਨ ਨੂੰ ਨਹੀਂ, ਤੁਸੀਂ ਸਾਨੂੰ ਸਿਰਫ ਇਹ ਦੱਸਣਾ ਹੈ ਕਿ ਭਾਈ ਕਿਹੜਾ ਬੰਦਾ ਇਹਨਾਂ ਨੱਕੇ ਦੇ ਉੱਤੇ ਆ ਗਿਆ। ਪੰਜਾਬ 'ਚੋਂ ਖਬਰਾਂ ਆਉਂਦੀਆਂ 2 ਬੱਚਿਆਂ ਸਮੇਤ ਆਤਮ ਹੱਤਿਆ ਕਰ ਲਈ, ਅੱਜ ਪਰਿਵਾਰ ਦੇ ਸਾਰੇ ਜੀਆਂ ਨੂੰ ਫਾਹੇ ਲਾ ਕੇ ਆਪ ਵੀ ਫਾਹਾ ਲੈ ਲਿਆ, ਪਰਿਵਾਰ ਸਮੇਤ ਨਹਿਰ ਦੇ ਵਿੱਚ ਛਾਲ ਮਾਰਤੀ। ਇਹ ਇੱਕ ਦੂਜਾ ਕੌਣ ਕੀ ਖਾਂਦਾ, ਕਦੋਂ ਪੀਂਦਾ, ਕਿਹਦੇ ਮੂੰਹ ਦੇ ਵਿੱਚੋਂ ਮੁਸ਼ਕ ਆਉਂਦਾ, ਕਿਹਦੇ ਮੂੰਹ ਦੇ ਵਿੱਚੋਂ ਸੁਗੰਧੀ ਆਉਂਦੀ ਹੈ, ਜਾਂ ਕਿਹੜਾ ਬੰਦਾ ਕਿੰਨੇ ਵਜੇ ਕੀ ਖਾ ਕੇ ਮੁੜ ਕੇ ਕੀ ਕਰਦਾ ਹੈ, ਇਹਦਾ ਹਿਸਾਬ ਕਿਤਾਬ ਰੱਖਣ ਦੀ ਜਗ੍ਹਾ ਦੇ ਉੱਤੇ ਜੇ ਆਪੋ ਆਪਣੇ ਹਲਕੇ ਦੇ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਲੋਕਾਂ ਦਾ ਇਹ ਖਿਆਲ ਰੱਖ ਲੈਣ ਕਿ ਭਾਈ ਬੰਦੇ ਬਚਾਉਣੇ ਆ, ਉਹਨੇ ਪਤਾ ਨਹੀਂ ਕਿਹੜੇ ਵੇਲੇ ਕੀ ਖਾ ਲੈਣਾ। ਤੁਸੀਂ ਭਾਈ 5 ਮੈਂਬਰੀ ਕਮੇਟੀ ਵਾਲੇ ਵੋਟਾਂ ਵੇਲੇ ਭਾਵੇਂ ਘਰੇ ਸੌਂ ਜਿਓ, ਹੁਣ ਸਾਨੂੰ ਜ਼ਰੂਰ ਦੱਸਿਓ ਕਿ ਭਾਈ ਉਹ ਬੰਦਾ ਕਿਸੇ ਵੇਲੇ ਵੀ ਕੁਝ ਕਰ ਸਕਦਾ, ਹੀ ਘਰੇ ਪਹੁੰਚਾਂਗੇ। ਇਹ ਬੜਾ ਜ਼ਰੂਰੀ ਹੈ। ਇਹ ਮੁੱਦਾ ਇਸੇ ਲਈ ਮੈਂ ਨਾ ਚਲੋ ਆਪਾਂ ਇਹਨੂੰ ਹੋਰ ਥੋੜਾ ਜਿਹਾ ਐਲੈਬੋਰੇਟ ਕਰ ਦਈਏ। ਇਹ ਤੇ ਗੱਲ ਹੋ ਗਈ ਵੀ ਦਰਦਾਂ ਦੀ। ਮੇਰੇ ਖਿਆਲ ਨਾਲ ਇਹ ਤੋਂ ਬਿਨਾਂ ਵੀ ਤੇ ਵੇਖਣਾ ਚਾਹੀਦਾ ਨਾ ਵੀ ਭਾਈ ਸਾਹਿਬ ਕੀ ਸਾਡੇ ਰਾਜ 'ਚ ਜਿਹੜਾ ਅਸੀਂ ਕੀਤਾ ਜਾਂ ਜਿਹੜੀ ਵੀ ਪਾਰਟੀ ਕਹਿੰਦੀ ਵੀ ਅਸੀਂ ਆਉਣ ਵਾਲੇ ਟਾਈਮ 'ਚ ਕਰਨਾ, ਵੀ ਲੋਕਾਂ ਦੇ ਕੋਲ 3 ਟਾਈਮ ਖਾਣ ਨੂੰ ਰੋਟੀ ਹੈਗੀ। ਜਿਹੜਾ ਕੋਈ ਨਿਆਣਾ ਉਹ ਜੇ ਕੋਈ ਛੋਟਾ ਜਵਾਕ ਹੈ, ਜੇ ਪੀਣ ਨੂੰ ਕੋਈ ਦੁੱਧ ਹੈਗਾ ਉਹਦੇ, ਵੀ ਜੇ ਅਗਲਾ ਬੰਦਾ ਕੋਈ ਦਵਾਈ ਬੂਟੀ ਤੇ ਲੱਗ ਗਿਆ, ਕੋਈ ਘਰ 'ਚ ਬਜ਼ੁਰਗ ਆ, ਉਹਦੇ ਕੋਲ ਖਾਣ ਪੀਣ ਨੂੰ ਦਵਾਈ ਹੈਗੀ ਵੀ ਅਗਲੇ ਨੂੰ ਕੋਈ ਆਰਾਮ ਆ ਜੂ, ਜੇ ਨਹੀਂ ਹੈਗੀ ਤੇ ਜੇਬ 'ਚ ਪੈਸੇ ਹੈਗੇ ਵੀ ਉਹ ਖਰੀਦ ਲਵੇ। ਮੇਰੇ ਖਿਆਲ ਨਾਲ ਜੇ ਉਹਨਾਂ ਚੀਜ਼ਾਂ ਵਾਲੇ ਪਾਸੇ ਧਿਆਨ ਦੇ ਦੇਣ ਵੀ ਆਮ ਬੰਦਾ ਯਾਰ ਉਹਦਾ ਜੀਵਨ ਮੰਗਦਾ ਕਿ ਆਮ ਬੰਦੇ ਨੇ ਕਿਹੜਾ ਵੀ ਸਰਦਾਰੀਆਂ ਮੰਗਣੀਆਂ ਜਾਂ ਉਹ ਕਹਿੰਦਾ ਵੀ ਮੈਨੂੰ ਤਖਤ ਤੇ ਬਹਾ ਦਿਓ, ਤੇ ਇਹੋ ਹੀ ਕਹਿੰਦਾ ਵੀ ਵੀਰ ਆ ਮੇਰਾ ਘਰ ਆ, ਮੇਰੀ ਰੋਟੀ ਪੱਕਦੀ ਰਵੇ, ਨਿਆਣੇ ਮੇਰੇ ਪੜ੍ਹ ਲਿਖ ਲੈਣ, ਕੱਲ ਨੂੰ ਜਾਣੇ ਆਪਣੀ ਜ਼ਿੰਦਗੀ ਜੀ ਲੈਣ, ਮੈਂ ਕੀ ਲੈਣ ਦੇਣਾ। ਕੋਈ ਇਹ ਥੋੜਾ ਵੀ ਪੰਜਾਬੀ ਉੱਥੇ ਸੜਕਾਂ ਤੇ ਜਾ ਕੇ ਕਹਿੰਦੇ ਆ ਵੀ ਅਸੀਂ ਰਾਜ ਭਾਗ ਲੈਣਾ। ਜੇ ਉਧਰ ਨਿਗਾਹ ਮਾਰ ਲੈਣ ਤੇ ਜ਼ਿਆਦਾ ਵਧੀਆ ਹੋ ਜੇ। ਮੈਂ ਨਾ ਇੱਕ ਸੁਜੈਸ਼ਨ ਹੀ ਆ, ਚਲੋ ਜੇ ਇੱਕ ਪਾਰਟੀ ਉਸ ਮੁੱਦੇ ਤੇ ਘੁਮਾ ਕੇ ਲਿਆਉਂਦੀ ਹੈ ਵੀ ਅਸੀਂ ਗੱਡਾ ਫੇਰ ਲੀਆਂ 'ਚ ਸੁੱਟਣਾ, ਤੇ ਉਹਦੇ ਨਾਲੋਂ ਚੰਗਾ ਵੀ ਦੂਸਰਾ ਸਿਆਣਪ ਕਰ ਲੇ ਵੀ ਯਾਰ ਠੀਕ ਆ, ਉਹ ਜੋ ਮਰਜ਼ੀ ਕਹੀ ਜਾਣ, ਮੈਂ ਮੁੱਦਿਆਂ ਦੀ ਗੱਲ ਕਰਨੀ। ਮੇਰੇ ਖਿਆਲ ਨਾਲ ਜੇ ਇੱਕ ਲੀਡਰ ਵੀ ਦੋਵਾਂ ਚੋਂ, ਭਾਵੇਂ ਉਹ ਅਕਾਲੀ ਦਲ ਕਰ ਲੇ, ਕਾਂਗਰਸ ਕਰ ਲੇ, ਆਮ ਆਦਮੀ ਪਾਰਟੀ ਵਾਲੇ ਕਰ ਲੈਣ ਵੀ ਅਸੀਂ ਨਿੱਜੀ ਹਮਲਿਆਂ ਤੋਂ ਬਾਹਰ ਨਿਕਲਾਂ। ਪਿਛਲੇ ਦਿਨ ਉਹ ਵੀ ਤੇ ਰੂਸ ਵਾਲਾ ਕੰਮ ਕਰਦੇ ਹੀ ਰਹੇ ਆ, ਜੇ ਉਧਰੋਂ ਬਾਹਰ ਆ ਜਾਣ ਤੇ ਜ਼ਿਆਦਾ ਵਧੀਆ। ਨਹੀਂ, ਬਹੁਤ ਚੰਗਾ ਜੇ ਬਾਹਰ ਆ ਜਾਣ, ਪਰ ਜੇ ਬਾਹਰ ਆ ਜਾਣ ਤਾਂ ਫਿਰ ਅਸੀਂ ਉਹਨਾਂ ਨੂੰ ਕਹਿਣ ਲੱਗ ਪੈਣਾ ਕਿ ਭਾਈ ਤੁਸੀਂ ਟੈਂਕੀਆਂ ਦੇ ਉੱਤੇ ਜਿਹੜੇ ਚੜੇ ਉਹਨਾਂ ਨੂੰ ਦੇਖੋ, ਉਹਨਾਂ ਰੋਟੀ ਖਾਧੀ ਕਿ ਨਹੀਂ ਖਾਧੀ, ਉਹਨਾਂ ਨੇ 11 ਵਜੇ ਖਾਧੀ, 12 ਵਜੇ ਖਾਧੀ ਕਿ 1 ਵਜੇ ਖਾਧੀ। ਚੰਗਾ ਹੁੰਦਾ ਇੱਕ ਦੂਜੇ ਦੇ ਉੱਤੇ ਨਿਗਾਹ ਰੱਖਣ ਦੇ ਨਾਲੋਂ ਜੇ ਇਹ ਦੇਖਦੇ ਆ ਕਿ ਭਾਈ ਜਿਹੜਾ ਟੈਂਕੀ ਦੇ ਉੱਤੇ ਚੜ ਕੇ ਬੈਠੇ ਆ, ਸਾਡੀ ਇੱਕ ਮੁਟਿਆਰ ਵੀ ਬੈਠੀ ਆ ਕਿ ਭਾਈ ਅਸੀਂ ਕੁਆਲੀਫਾਈਡ ਆ, ਸਾਨੂੰ ਕੰਮ ਦਿਓ, ਨੌਕਰੀਆਂ ਦਿਓ, ਅਸਾਮੀਆਂ ਖਾਲੀ ਪਈਆਂ। ਜਦੋਂ ਹਨੇਰੀ ਆਉਂਦੀ ਹੈ ਜਾ ਕੇ ਮਾੜਾ ਮੋਟਾ ਦੇਖਣ ਤਾਂ ਸਹੀ ਕਿ ਪੁੱਤ ਧੀਏ ਕੋਈ ਲੋੜ ਤਾਂ ਨਹੀਂ, ਉਧਰਲੇ ਪਾਸੇ ਚਲੀਏ। ਜੇ ਇੰਨਾ ਹੀ ਨੇੜੇ ਮੈਂ ਕਹਿੰਦਾ ਕਿ ਆਪਾਂ ਹੋਰ ਕੰਮ ਕਰੀਏ। ਜੇ ਕਿਤੇ ਸਰਕਾਰ ਆਈ ਨਾ ਭਾ ਮੇਰਿਆ ਤੁਹਾਡੀ ਐਮਐਲਏ ਦੇ ਸਰਕਾਰੀ ਘਰ ਦੂਰ ਬਣਾਉਣੇ ਆ, ਐਵੇਂ ਕੰਧਾਂ ਦੇ ਉੱਪਰ ਦੀ ਇੱਕ ਦੂਜੇ ਤੇ ਝਾਤੀਆਂ ਮਾਰਦੇ ਰਹਿੰਦੇ, ਕੌਣ ਕੀ ਖਾਂਦਾ ਕੌਣ ਪੀਂਦਾ, ਫਿਰ ਮੁੜ ਕੇ ਰੌਲਾ ਪੈ ਜਾਂਦਾ। ਨਹੀਂ, ਇਹ ਤੁਸੀਂ ਮੈਨੂੰ ਉਦੋਂ ਸਕੀਮ ਬਣਾ ਕੇ ਦੇਣੀ, ਲਿਖ ਕੇ ਦੇਣਾ। ਹਾਂ, ਬਕਾਇਦਾ ਤੁਸੀਂ ਮੰਗ ਪੱਤਰ ਦੇਣਾ, ਫਿਰ ਅਸੀਂ ਦੇਖਾਂਗੇ ਵੀ ਕਿੱਥੇ ਜੇ ਜ਼ਮੀਨ ਐਕਵਾਇਰ ਕਰਕੇ ਤੇ ਕੀ ਬਣਾਉਣਾ। ਤੇ ਜੇ ਨਾ ਬਣਾ ਮੈਂ ਟੈਂਕੀ ਤੇ ਚੜ ਜਾਣਾ ਹੀ ਨਹੀਂ, ਅਸੀਂ ਆਪ ਚੜਾ ਗਿਆ ਵਾਂ ਆਪ ਚੜਾ ਗਿਆ ਮੁੜ ਕੇ ਪੌੜੀ ਲਾ ਲਵਾਂਗੇ ਬੰਦਾ ਥੱਲੇ ਨਾ। ਨਹੀਂ, ਫਿਰ ਉੱਥੇ ਬਕਾਇਦਾ ਪੁਲਿਸ ਦਾ ਨਾਕਾ ਹੋਊਗਾ, ਪਹਿਰਾ ਹੋਊਗਾ ਵੀ ਉੱਤੇ ਜਾਣਾ ਕੁਝ ਨਹੀਂ ਚਾਹੀਦਾ, ਇਹ ਬੰਦਾ ਨਹੀਂ ਉਤਰਨਾ ਚਾਹੀਦਾ ਥੱਲੇ। ਅੱਛਾ WhatsApp, ਚਲੋ ਇਹ ਤਾਂ ਟੈਂਕੀਆਂ ਵਾਲਾ ਮਸਲਾ ਪੰਜਾਬ ਦੀ ਰਾਜਨੀਤੀ ਉਲਝਾਉਣ ਦਾ ਕੰਮ ਉਹਨਾਂ ਦਾ ਹੈਗਾ, ਪਰ ਮੈਨੂੰ ਲੱਗਦਾ ਵੀ ਹੁਣ ਹੌਲੀ ਲੋਕ ਸਿਆਣੇ ਹੋਣ ਲੱਗ ਪਏ, ਉਸ ਪਾਸੇ ਨਹੀਂ ਜਾਂਦੇ। ਪਰ ਜਿਹੜਾ ਕੰਮ ਉਧਰ ਦਿੱਲੀ ਵਾਲੇ ਪਾਸੇ ਹੋਈ ਜਾਂਦਾ, ਮੈਂ ਨਾ ਆਪੋ ਉਹਦੀ ਗੱਲ ਵੀ ਕਰ ਲਈ, ਕਿਉਂਕਿ ਬੜੀ ਦੇਰ ਤੋਂ ਇੱਕ ਰੌਲਾ ਸੀ ਨਾ ਕਿ ਕੇਸ ਚੱਲੀ ਜਾਂਦਾ ਜੀ, ਤੇ ਸੁਪਰੀਮ ਕੋਰਟ ਨੇ ਆਖਿਆ ਵੀ ਇਦਾਂ ਕਿੱਦਾਂ ਮਹਾਰਾਜ ਜਾਣ ਮਿੱਥੇ ਸਮੇਂ ਲਈ ਤੁਸੀਂ ਸੜਕਾਂ ਬੰਦ ਕਰਕੇ ਬੈਠੇ ਹੋ, ਲੋਕੀ ਤੰਗ ਨੇ, ਪਰੇਸ਼ਾਨ ਨੇ। ਉਦੋਂ ਜਿਹੜੀ ਗੱਲ ਕਿਸਾਨ ਕਹਿਣ 'ਚ ਕਾਮਯਾਬ ਹੋ ਗਈ, ਜਾਂ ਪਿਛਲੇ ਦਿਨੀ ਜਿੱਦਾਂ ਟਕੈਤ ਸਾਹਿਬ ਨੇ ਆਪਣਾ ਉੱਥੋਂ ਤੰਬੂ ਪਾਸੇ ਕਰਕੇ ਤੇ ਸਕੂਟਰ ਚਲਾ ਵਿਖਾਇਆ ਵੀ ਆਹ ਵੇਖੋ ਸਾਡੇ ਵੱਲੋਂ ਤੇ ਸੜਕ ਖਾਲੀ ਏ, ਸਾਡੇ ਵੱਲੋਂ ਸੜਕ ਖਾਲੀ ਏ। ਹੁਣ ਕਹਿੰਦੇ ਵੀ ਪੁਲਿਸ ਨੇ ਵੀ ਉਹ ਆਪਣੀਆਂ ਲੇਅਰਾਂ ਚੁੱਕਣੀਆਂ ਸ਼ੁਰੂ ਕਰਤੀਆਂ, ਉਹ ਕੰਡਿਆਲੀ ਤਾਰ ਵਲੇਟਣੀ ਸ਼ੁਰੂ ਕਰਤੀ। ਦੇਖੋ ਸੰਧਾਲੀਆ ਸਾਹਿਬ, ਸਿੰਘੂ ਬਾਰਡਰ ਦੇ ਉੱਤੇ ਸਥਿਤੀ ਜੈਸੇ ਥੇ ਵਾਲੀ ਹੈ। ਟਿੱਕਰੀ ਦੇ ਗਾਜ਼ੀਪੁਰ ਵਾਲੇ 2 ਬਾਰਡਰ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਨਾਲ ਖਾਸ ਤੌਰ ਤੇ ਟਿੱਕਰੀ ਵਾਲੇ ਪਾਸੇ ਗੱਲ ਚੱਲੀ, ਪ੍ਰਸ਼ਾਸਨ ਦੇ ਨਾਲ ਮੀਟਿੰਗਸ ਹੋਈਆਂ। ਕਿਸਾਨ ਕਹਿੰਦੇ ਸੀ ਕਿ ਅਸੀਂ ਤਾਂ ਰੋਕਦੇ ਨਹੀਂ। 7 ਪਰਤਾਂ ਦੀ ਸੁਰੱਖਿਆ ਲਾਈ ਸੀ, ਕਿੱਲ ਗੱਡਿਓ ਆ, ਸਰੀਏ ਗੱਡੇ ਆ, ਫਿਰ ਬੈਰੀਕੇਡ ਲਾਏ ਆ, ਫਿਰ ਸੀਮੈਂਟ ਦੀਆਂ ਕੰਧਾਂ ਕੱਢ ਦਿੱਤੀਆਂ, ਮੂਹਰੇ ਟਿੱਪਰ ਲਾਏ ਆ ਮਿੱਟੀ ਦੇ ਭਰ ਕੇ ਕਿ ਅੰਦਰ ਨਾ ਕਿਤੇ ਵੜ ਜਾਣ। ਹੁਣ ਜਿਹੜਾ ਟਿੱਕਰੀ ਵਾਲਾ ਬਾਰਡਰ ਹੈ, ਕਿਸਾਨਾਂ ਦੀ ਮੁਲਾਕਾਤ ਹੋਈ, ਅਧਿਕਾਰੀਆਂ ਦੇ ਨਾਲ ਗੱਲ ਨਿਬੜ ਗਈ। ਇਹ ਵੀ ਹੋਇਆ ਕਿ ਕੁਝ ਕੁ ਮਸਲਿਆਂ ਦੇ ਉੱਤੇ ਅਜੇ ਕੰਮ ਰਹਿੰਦਾ, ਅੱਜ ਸਵੇਰੇ 10:30 ਵਜੇ ਮਿਲਣਾ ਜਿਹੜਾ ਅੱਜ। ਪਰ ਉਹਦੇ ਤੋਂ ਪਹਿਲਾਂ ਉਹਨਾਂ ਨੇ ਇੱਕ ਪਾਸੇ ਦੀਆਂ 5 ਪਰਤਾਂ ਜਿਹੜੀਆਂ ਉਹ ਚੱਕ ਦਿੱਤੀਆਂ, ਸਰੀਏ ਵੱਢ ਦਿੱਤੇ, 2 ਲੇਅਰਾਂ ਅਜੇ ਹੈਗੀਆਂ ਸੜਕ ਦੇ ਵਿਚਾਲੇ ਜਿਹੜੇ ਬੈਰੀਕੇਡ ਲੱਗੇ ਆ। ਲੱਗਦਾ ਇਹ ਸੀ ਕਿ ਭਾਈ ਘੱਟੋ ਘੱਟ ਇੱਕ ਪਾਸਾ ਖੁੱਲ ਜੂਗਾ, ਕਿਉਂਕਿ ਟਿੱਕਰੀ ਬਾਰਡਰ ਦੇ ਉੱਤੇ ਸੜਕ ਦੇ ਦੂਜੇ ਪਾਸੇ ਕਿਸਾਨ ਬੈਠੇ ਆ, ਉਹ ਥੋੜਾ ਜਿਹਾ ਬਾਰਡਰ
ਸੌੜਾ ਹੈ, ਘੱਟ ਚੌੜਾ ਹੈ। ਹੁਣ ਅੱਧੀ ਰਾਤ ਨੂੰ ਜਦੋਂ ਇਹ ਚਰਚਾ ਚੱਲ ਪਈ ਸੀ ਕਿ ਹੁਣ ਬਾਰਡਰ ਚਲੋ ਖੁੱਲ ਜੂਗਾ ਬਈ, ਕਿਸਾਨ ਉੱਥੇ ਅੰਦੋਲਨ ਕਰਦੇ ਰਹਿਣਗੇ, ਸੁਪਰੀਮ ਕੋਰਟ ਫਿਰ ਕੱਲ ਨੂੰ ਇਹ ਨਹੀਂ ਕਹੂਗੀ ਕਿਸਾਨ ਰੋਕ ਕੇ ਬੈਠਿਆ, ਤੇ ਕਿਸਾਨ ਰੋਜ਼ ਕਹਿੰਦੇ ਸੀ ਆ ਦੇਖੋ ਜੀ ਸਰਕਾਰ ਨੇ ਰੋਕੀਆਂ, ਅਸੀਂ ਨਹੀਂ। ਅੱਧੀ ਰਾਤ ਨੂੰ ਟਿੱਕਰੀ ਬਾਰਡਰ ਦੇ ਉੱਤੇ ਹੁੱਕ ਆ ਗਿਆ ਕਿ ਭਾਈ ਆ ਜਾਓ, ਸਟੇਜ ਦੇ ਲਾਗੇ ਇਕੱਠੇ ਹੋਵੋ ਛੇਤੀ। ਉੱਥੇ ਬੂਟਾ ਸਿੰਘ ਬੁਰਜਕਿਲ ਕਿਸਾਨ ਆਗੂ ਨੇ, ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਕਿਸੇ ਅਧਿਕਾਰੀ ਨੇ ਵਾਅਦਾ ਖਿਲਾਫੀ ਕੀਤੀ ਆ। ਉਹ ਕਹਿੰਦੇ ਮੀਟਿੰਗ ਦੇ ਵਿੱਚ ਫੈਸਲਾ ਕੁਝ ਹੋਰ ਹੋਇਆ ਸੀ ਕਿ ਜਿਹੜੇ ਪੈਦਲ ਜਾਂਦੇ ਨੇ, ਸਾਈਕਲ ਤੇ ਜਾਂਦੇ ਆ, ਕੋਈ ਐਂਬੂਲੈਂਸ ਜਾਂਦੀ ਆ, ਕਿ ਭਾਈ ਉਹਨਾਂ ਦਾ ਰਸਤਾ ਖੋਲ ਦਿੱਤਾ ਜਾਊਗਾ, ਕੋਈ ਗੱਲ ਨਹੀਂ। ਹੁਣ ਕਹਿੰਦੇ ਧੱਕੇ ਦੇ ਨਾਲ ਜੀਸੀਬੀ ਮਸ਼ੀਨ ਲਿਆ ਕੇ ਰਾਤ ਨੂੰ ਆਹ ਚੀਜ਼ਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਅਸੀਂ ਇਹਦੇ ਖਿਲਾਫ ਆ, ਉਸ ਅਧਿਕਾਰੀ ਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ। ਦੇਖੋ, ਜੇ ਤਾਂ ਸਰਕਾਰ ਤੇ ਕਿਸਾਨ ਧਿਰਾਂ ਸੁਹਿਰਦ ਨੇ, ਜੇ ਮੀਟਿੰਗ ਹੁੰਦੀ ਹੈ, ਜੇ ਆਸ-ਪਾਸ ਦੇ ਜਿਹੜੇ ਲੋਕਲ ਲੋਕ ਨੇ, ਜਿਹੜੇ ਵਸਨੀਕ ਨੇ, ਜੇ ਤਾਂ ਤੁਸੀਂ ਉਹਨਾਂ ਦਾ ਦੁੱਖ ਦੂਰ ਕਰਨਾ ਹੈ, ਉਹਨਾਂ ਨੂੰ ਸਹੂਲਤ ਦੇਣੀ ਹੈ ਕਿ ਭਾਈ ਉਹ ਆਪਣੇ ਕੰਮਾਂ ਕਾਰਾਂ ਦੇ ਉੱਤੇ ਆਰਾਮ ਦੇ ਨਾਲ ਆਉਣ ਜਾਣ, ਫਿਰ ਮੀਟਿੰਗ ਜਿਹੜਾ ਫੈਸਲਾ ਹੁੰਦਾ ਉੱਤੇ ਖੜੇ ਰਹੋ। ਅੱਧੀ ਰਾਤ ਨੂੰ ਕਿਸਾਨਾਂ ਨੂੰ ਠਾਲ ਕੇ ਸਟੇਜ ਵਾਲੀਆਂ ਦਰੀਆਂ ਦੇ ਉੱਤੇ ਕਿਉਂ ਬਿਠਾਉਣਾ ਪੈਂਦਾ ਕਿ ਭਾਈ ਮੁਸਤੈਦ ਰਹੋ, ਆ ਕੰਮ ਹੋਣ ਲੱਗਿਆ? ਕਿਉਂਕਿ ਕਿਸਾਨ ਤਾਂ ਕਹਿੰਦੇ ਹੀ ਨਹੀਂ ਕਿ ਸੜਕਾਂ ਰੋਕੋ, ਬੰਦ ਕਰੋ, ਉਹ ਤਾਂ ਕਹਿੰਦੇ ਆ ਕਿ ਭਾਈ ਅਸੀਂ ਛੱਡਦੇ ਆ ਰਸਤਾ, ਲੋਕੀ ਆਉਣ ਜਾਣ। ਹੁਣ ਉਹ ਕਿਹੜੇ ਬੰਦੇ ਨੇ ਕੀਤਾ, ਕਿੱਦਾਂ ਕੀਤਾ? ਗਾਜ਼ੀਪੁਰ ਵਾਲੇ ਪਾਸੇ ਵੀ ਥੋੜੀਆਂ ਲੇਰਾਂ ਹਟਾਤੀਆਂ। ਹੁਣ ਇੱਕ ਪਾਸੇ ਤਾਂ ਕੁਝ ਲੋਕ ਇਹ ਕਹੀ ਜਾਂਦੇ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰੂਗਾ, ਅਸੀਂ 3 ਖੇਤੀਬਾੜੀ ਕਾਨੂੰਨ ਰੱਦ ਕਰਾਉਣਾ ਹੈ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਲੈਣਾ ਹੈ। ਇਹ ਛੋਟੀ ਗੱਲ ਹੈ, ਲੋਕਾਂ ਦੀ ਸਹੂਲਤ ਹੋਵੇ, ਪਰ ਰਸਤੇ ਅਸੀਂ ਨਹੀਂ ਸੀ ਰੋਕੇ। ਉਹ ਵੀ ਗੱਲ ਚਲੋ ਕਲੀਅਰ ਕਰਤੀ ਉਹਨਾਂ ਨੇ ਵੀ ਹੁਣ ਅੱਗੇ ਸਾਡਾ ਕੀ ਪਲਾਨ ਹੋਊਗਾ, ਕੀ ਨਹੀਂ ਹੋਊਗਾ, ਇਹ ਸਾਰਾ ਫੈਸਲਾ ਸੰਯੁਕਤ ਕਿਸਾਨ ਮੋਰਚੇ ਨੇ ਕਰਨਾ। ਪਰ ਮੇਰਾ ਖਿਆਲ ਨਾਲ ਇੱਕ ਗੱਲ ਇਹ ਵੀ ਹੈ ਕਿ 2 ਗੱਲਾਂ ਆਪਾਂ ਹੋਰ ਜ਼ਿਕਰ ਕਰ ਦਈਏ। ਇੱਕ ਤਾਂ ਕਿਸਾਨ ਆਗੂ ਨੇ, ਉਹਨਾਂ ਦੇ ਵੱਲੋਂ ਵੀ ਬਿਆਨ ਆਇਆ ਕਿ ਵੀ ਅਸੀਂ ਨਾ ਪਹਿਲਾਂ ਝਗੜਾ ਚਾਹੁੰਦੇ ਸੀ, ਨਾ ਅਸੀਂ ਹੁਣ ਚਾਹੁੰਦੇ ਹਾਂ ਜੀ, ਨਾ ਅਸੀਂ ਪਹਿਲਾਂ ਰਾਹ ਰੋਕਿਆ, ਨਾ ਅਸੀਂ ਹੁਣ ਰੋਕਦੇ ਹਾਂ। ਅਸੀਂ ਸਿਰਫ ਆਪਣਾ ਇੱਕ ਪ੍ਰਦਰਸ਼ਨ ਕਰਨ ਲਈ ਜਾ ਰਹੇ ਸੀ, ਸਾਨੂੰ ਇੱਥੇ ਰੋਕ ਲਿਆ ਗਿਆ। ਉਸ ਤੋਂ ਬਾਅਦ 11 ਦੌਰ ਦੀ ਇੱਕ ਮੀਟਿੰਗ ਚੱਲੀ, ਜਿਸ 'ਚ ਸਿੱਟਾ ਨਹੀਂ ਨਿਕਲਿਆ, ਤੇ ਉਹਦੇ ਤੋਂ ਬਾਅਦ ਜੇ ਕੋਈ ਮੀਟਿੰਗ ਨਹੀਂ ਹੋ ਰਹੀ ਤੇ ਉਹ ਵੀ ਸਰਕਾਰ ਨੇ ਰੋਕੀ। ਮਤਲਬ ਜਿੱਦਾਂ ਸੜਕਾਂ ਰੋਕੀਆਂ ਉੱਦਾਂ ਗੱਲਬਾਤ ਰੋਕੀ। ਤੇ ਜੇ ਹੁਣ ਸਰਕਾਰ ਸੜਕਾਂ ਖੋਲ੍ਹ ਰਹੀ ਆ ਤੇ ਕਿਤੇ ਨਾ ਕਿਤੇ ਉਹ ਗੱਲਬਾਤ ਵੀ ਖੋਲ੍ਹ ਲਵੇ, ਸਾਨੂੰ ਕੀ ਇਤਰਾਜ਼? ਅਸੀਂ ਜ਼ਰੂਰ ਦਿੱਲੀ ਜਾਣਾ, ਅਸੀਂ ਇੱਥੋਂ ਵਾਪਸ ਮੁੜ ਜਾਂਦੇ। ਪਰ ਗੱਲ ਸਿਰਫ ਇੰਨੀ ਆ ਵੀ ਉਹ ਸਾਡੇ ਨਾਲ ਗੱਲਬਾਤ ਕਰੇ। ਪਰ ਹੁਣ ਇਹ ਵੀ ਹੈ ਨਾ ਵੀ ਜੇ ਤਾਂ ਸਿਰਫ ਤੇ ਸਿਰਫ ਉਹ ਅਦਾਲਤੀ ਕਾਰਵਾਈ ਉੱਥੇ ਪ੍ਰੂਵ ਕਰਨ ਦਾ ਕਰਕੇ ਦੇਖੋ ਜੀ ਅਸੀਂ ਕੁਛ ਨਹੀਂ ਰੋਕਿਆ, ਹੁਣ ਉਹਨਾਂ ਨੇ ਰੋਕਿਆ, ਮਤਲਬ ਉੱਥੇ ਹੀ ਕੌਣ ਸੱਚਾ ਕੌਣ ਝੂਠਾ ਸਾਬਤ ਕਰਨ 'ਚ ਲੱਗੀ ਰਹੀ ਸਰਕਾਰ, ਤੇ ਫਿਰ ਹੋ ਸਕਦਾ ਗੱਲਬਾਤ ਨਾ ਕਰੇ। ਤੇ ਜੇ ਵਾਕਿਆ ਕੁਛ ਇਹੋ ਜਿਹੀ ਗੱਲ ਹੋਈ ਵੀ ਆਪਾਂ ਸੁਹਿਰਦਤਾ ਦੇ ਨਾਲ ਯਾਰ ਰਾਹ ਵੀ ਖੋਲ੍ਹਤੇ ਆ, ਹੁਣ ਲੋਕ ਵੀ ਸੌਖੇ ਨੇ, ਕਿਸਾਨ ਵੀ ਆਂਦੇ ਵੀ ਆਪਾਂ ਗੱਲ ਕਰਨੀ ਆ, ਤੇ ਕੋਈ ਨਾ ਕੋਈ ਰਾਹ ਕੱਢ ਲੈਣ, ਜਿੱਦਾਂ ਸੜਕ ਦਾ ਰਾਹ ਕੱਢ ਲਿਆ, ਕੋਈ ਗੱਲਬਾਤ ਨਾਲ ਰਾਹ ਕੱਢ ਲੈਣ ਤੇ ਮਸਲਾ ਹੱਲ ਹੋ ਜੂ। ਹੱਲ ਹੋਣ ਦੀ ਸੰਭਾਵਨਾ ਸੰਧਾਲੀਆ ਸਾਹਿਬ, ਜਦੋਂ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਨੂੰ ਪੁੱਛੀ ਨਾ ਕਿ ਤੁਸੀਂ ਮਾੜਾ ਜਿਹਾ ਦੱਸਿਓ ਜੀ, ਫਿਰ ਕਹਿੰਦੇ ਆ ਜੀ ਕੈਪਟਨ ਸਾਹਿਬ ਵਿੱਚ ਪੈਣ ਲੱਗੇ ਆ, ਦੀਵਾਲੀ ਤੋਂ ਪਹਿਲਾਂ ਮਸਲਾ ਹੱਲ ਹੋ ਜਾਣਾ। ਉਹ ਕਹਿੰਦੇ ਸਾਨੂੰ ਸੱਦਣ ਦੀ ਲੋੜ ਨਹੀਂ, ਜੇ ਕਾਨੂੰਨ ਰੱਦ ਕਰਦੇ ਆ ਨਾ, ਸਾਨੂੰ ਬੇਸ਼ੱਕ ਨਾ ਸੱਦਣ, ਤੇ ਸਿਰ ਆਪਣੇ ਸਿਰ ਬੰਨ ਲੈਣ, ਕਿਸੇ ਦੇ ਸਿਰ ਬੰਨਣ, ਕੋਈ ਪਰਵਾਹ ਨਹੀਂ। ਸਾਨੂੰ ਤਾਂ ਲਿਖ ਕੇ ਦੇ ਦੇਣ ਕਿ ਭਾਈ ਅਸੀਂ ਕਾਨੂੰਨ ਰੱਦ ਕੀਤੇ ਤਾਂ ਐਮਐਸਪੀ ਦੀ ਕਾਨੂੰਨੀ ਗਰੰਟੀ ਤੇ ਅਸੀਂ ਚੱਲ ਜਾਣਾ। ਕਹਿੰਦੇ ਅਸੀਂ ਚਾਹੁੰਦੇ ਨਹੀਂ ਕਿ ਸਾਡੇ ਨਾਲ ਮੀਟਿੰਗ ਕਰਕੇ ਤੁਸੀਂ ਫੋਟੋ ਖਿਚਾਓ ਜਾਂ ਅਸੀਂ ਕਹੀਏ ਜੀ ਸਰਕਾਰ ਨੇ ਕਰਤਾ। ਤੁਸੀਂ ਆਪਦੇ ਸਿਰਾ ਬੰਨੋ, ਤੁਸੀਂ ਐਲਾਨ ਕਰ ਦਿਓ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਤੇ, ਐਮਐਸਪੀ ਦੀ ਕਾਨੂੰਨੀ ਗਰੰਟੀ, ਕਹਿੰਦੇ ਅਸੀਂ ਮੁੜ ਕੇ ਚੱਲ ਜਾਣਾ। ਸਾਨੂੰ ਤੁਸੀਂ ਸੱਦੋ ਹੀ ਨਾ, ਸਾਡੇ ਨਾਲ ਗੱਲ ਵੀ ਨਾ ਭਾਵਾਂ ਕਰੋ, ਜੇ ਗੱਲਬਾਤ ਕਰਨੀ ਆ ਤਾਂ ਕਰ ਲਓ। ਪਰ ਉਹ ਕਹਿੰਦੇ ਮੈਨੂੰ ਇੰਨੀ ਛੇਤੀ ਦੇ ਅਸਾਰ ਨਹੀਂ, ਇਹ ਮਸਲਾ ਉਲਝ ਗਿਆ, ਇਹਦੇ ਲਈ ਥੋੜ੍ਹਾ ਜਿਹਾ ਲੰਬਾ ਸਮਾਂ ਲੱਗਣਾ। ਤਾਂ ਜੇ ਦੀਵਾਲੀ ਤੱਕ ਤੁਸੀਂ ਕਹਿੰਦੇ ਹੋ, ਕਹਿੰਦੇ ਮੈਨੂੰ ਅਸਾਰ ਘੱਟ ਨਹੀਂ, ਜੇ ਹੋ ਜਾਏ ਤਾਂ ਚੰਗਾ। ਹੁਣ ਸੰਧਾਲੀਆ ਸਾਹਿਬ, ਜਿਹੜੇ ਹਰਿਆਣੇ ਦੇ ਵਿੱਚ ਹੀ ਇਹ ਸਾਰਾ ਕੁਝ ਚੱਲਦਾ ਹੈ, ਉੱਥੇ ਏਲਨਾਬਾਦ ਦੇ ਵਿੱਚ ਅੱਜ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ। ਆਪਾਂ ਸਾਰਿਆਂ ਨੂੰ ਪਤਾ ਕਿ ਚੌਟਾਲਾ ਪਰਿਵਾਰ ਦੇ ਇੱਕ ਸੱਜਣ ਨੇ ਐਮਐਲਏ ਤੋਂ ਰੋਸ ਵਜੋਂ ਅਸਤੀਫਾ ਦੇ ਦਿੱਤਾ ਸੀ ਕਿ ਭਾਈ ਆ 3 ਖੇਤੀਬਾੜੀ ਕਾਨੂੰਨ ਗਲਤ ਨੇ। ਉੱਥੇ ਜ਼ਿਮਨੀ ਚੋਣ ਹੋ ਰਹੀ ਹੈ। ਹੁਣ ਜ਼ਿਮਨੀ ਚੋਣ ਦੇ ਲਈ ਅੱਜ ਵੋਟਾਂ ਪੈ ਰਹੀਆਂ, ਤੇ ਇੱਕ ਪਾਸੇ ਖੱਟਰ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜੀ ਜੇਜੇਪੀ ਬੀਜੇਪੀ ਦੀ ਸਰਕਾਰ ਹੈ, ਉਹਦੇ ਲਈ ਇੱਕ ਬਹੁਤ ਵੱਡਾ ਚੈਲੰਜ ਹੈ ਕਿ ਭਾਈ ਕਿਸਾਨ ਅੰਦੋਲਨ ਚੱਲਦਾ, ਜੇ ਇਲੈਕਸ਼ਨ ਹਾਰ ਗਿਆ ਤਾਂ ਹੋਊਗਾ ਕੀ? ਵੈਸੇ ਉਹ ਸੀਟ ਭਾਜਪਾ ਦੇ ਕੋਲੇ ਸੀਗੀ ਨਹੀਂ, ਇਸ ਕਰਕੇ ਧੱਕਾ ਲੱਗ ਵੀ ਸਕਦਾ, ਥੋੜਾ ਲੱਗ ਸਕਦਾ। ਦੂਸਰੇ ਪਾਸੇ ਕਿਸਾਨ ਜਥੇਬੰਦੀਆਂ ਨੇ ਕਹਿਤਾ ਕਿ ਭਾਜਪਾ ਨੂੰ ਨਾ ਪਾਇਓ ਵੋਟਾਂ, ਜਿਹਨੂੰ ਮਰਜ਼ੀ ਪਾ ਦਿਓ। ਹੁਣ ਉੱਥੇ ਕੰਮ ਬੜਾ ਕਸੂਤਾ ਫਸ ਗਿਆ। ਇੰਡੀਅਨ ਨੈਸ਼ਨਲ ਲੋਕ ਦਲ ਦਾ ਉਹੀ ਬੰਦਾ ਫਿਰ ਚਟਾਲਿਆਂ ਦਾ ਮੁੰਡਾ ਕੈਂਡੀਡੇਟ ਹੈ, ਜਿਹਨੇ ਪਹਿਲਾਂ ਅਸਤੀਫਾ ਦਿੱਤਾ। ਹੁਣ ਲੋਕ ਪੁੱਛਦੇ ਆ ਕਿ ਭਾਈ ਜੇ ਮੁੜ ਕੇ ਇਲੈਕਸ਼ਨ ਹੀ ਲੜਨੀ ਸੀ, ਅਸਤੀਫਾ ਨਹੀਂ ਸੀ ਦੇਣਾ। ਕਾਂਗਰਸ ਪਾਰਟੀ ਦਾ ਰੌਲਾ ਇਹ ਹੈ ਕਿ ਜਿਹੜੇ ਬੰਦੇ ਨੂੰ ਉਹਨਾਂ ਨੇ ਟਿਕਟ ਦਿੱਤੀ ਉਹ ਪਿਛਲੇ ਵਾਰੀ ਬੀਜੇਪੀ ਦਾ ਕੈਂਡੀਡੇਟ ਸੀਗਾ। ਹੁਣ ਉੱਥੇ ਕੁਮਾਰੀ ਸ਼ੈਲਜਾ ਨੇ ਉਹਨੂੰ ਪਾਰਟੀ ਸ਼ਾਮਲ ਕਰਾ ਲਿਆ। ਹੁੱਡਾ ਸਾਹਿਬ ਦੇ ਨਾਲ 751, ਹੁੱਡਾ ਸਾਹਿਬ ਮਾੜਾ ਮੋਟਾ ਉੱਥੇ ਜਾਂਦੇ ਆ ਜਾਂਦੇ, ਕੋਈ ਗੱਲ ਨਹੀਂ ਬੰਦਾ ਤੁਹਾਡਾ ਜਿਤਾ ਕੇ ਦਿਖਾ ਦਿਓ। ਤੀਸਰੇ ਪਾਸੇ ਬੀਜੇਪੀ ਨੇ ਗੋਬਿੰਦ ਕਾਂਡਾ ਨੂੰ ਟਿਕਟ ਦੇ ਦਿੱਤੀ ਹੈ। ਹੁਣ ਉੱਥੇ ਬੀਜੇਪੀ ਦੇ ਪੁਰਾਣੇ ਕਈ ਬੰਦੇ ਚੁੱਪ ਕਰਕੇ ਬੈਠੇ ਆ, ਉਹ ਕਹਿੰਦੇ ਠੀਕ ਆ, ਇਹਨਾਂ ਨੂੰ ਟਿਕਟ ਦੇਣੀ ਆ ਤਾਂ ਫਿਰ ਇਹਨਾਂ ਤੋਂ ਹੀ ਚੋਣ ਲੜਾ ਲਓ। ਜਾਣੀ ਹਰ ਇੱਕ ਪਾਰਟੀ ਦਾ ਔਖਾ ਹੋਇਆ ਪਿਆ, ਪਰ ਕਿਸਾਨ ਜਥੇਬੰਦੀਆਂ ਦਾ ਇਹ ਉੱਥੇ ਹੋਕਾ ਦੇਣਾ ਕਿ ਭਾਜਪਾ ਨੂੰ ਵੋਟ ਨਾ ਪਾਇਓ, ਹੋਰ ਜਿਹਨੂੰ ਮਰਜ਼ੀ ਪਾ ਦਿਓ, ਸਥਿਤੀ ਕਸੂਤੀ ਬਣਾ ਦਿਓ।
ਨਹੀਂ ਉਹ ਤਾਂ ਬਣੀ ਹੈ ਲਗਭਗ, ਪਰ ਇੱਕ ਗੱਲ ਇਹ ਵੀ ਹੈ ਨਾ, ਦੇਖੋ ਵੀ ਜਿਹੜੇ ਬੰਦੇ ਨੂੰ ਉਦੋਂ ਚਾਅ ਚੜਿਆ ਵੀ ਮੈਂ ਛੱਡਿਆ, ਵੀ ਮੈਂ ਨਹੀਂ ਫਿਰ ਜਾਂਦਾ, ਫਿਰ ਮੈਨੂੰ ਨਹੀਂ ਫਿਰ ਆਹੋ ਫਿਰ ਤੇ ਫਿਰ ਦੁਬਾਰਾ ਨਾ ਜਾ ਭਲਿਆ ਲੋਕਾਂ ਤੋਂ। ਪਰ ਕਾਰਨ ਇਹ ਹੈ ਨਾ ਵੀ ਉਦੋਂ ਤੇ ਤੱਤੇ ਘਾਹ ਕਰਤਾ ਨਾ ਵੀ ਮੈਂ ਹੁਣ ਚੀਚੀ ਨੂੰ ਲਹੂ ਲਾ ਲਵਾਂ। ਪਰ ਮੁਸ਼ਕਿਲ ਇਹ ਵੀ ਉਹ ਚੀਚੀ ਨੂੰ ਲੱਗਾ ਲਹੂ, ਬਾਅਦ ਕਿਤੇ ਹੱਥ ਧੋਤਾ ਗਿਆ ਤੇ ਬਾਅਦ ਚ ਲੱਗਾ ਵੀ ਹੁਣ ਕਿੱਦਾਂ ਕਰੀਏ ਯਾਰ, ਆਹ ਤੇ ਕੰਮ ਖਰਾਬ ਹੋ ਗਿਆ। ਅਗਲੇ ਤੋਂ ਚੁੱਪ ਕਰਕੇ ਬੈਠੇ ਆ, ਕਿਉਂਕਿ ਉਦੋਂ ਤੇ ਕਹਿੰਦੇ ਸੀ ਨਾ ਵੀ ਅਸੀਂ 6 ਮਹੀਨੇ ਦਾ ਰਾਸ਼ਨ ਲੈ ਕੇ ਚੱਲੇ ਆ, ਤੇ ਹਰੇਕ ਦੇ ਦਿਮਾਗ 'ਚ ਇਹ ਸੀ ਵੀ ਲੈ ਕਿਤੇ 6 ਮਹੀਨੇ ਥੋੜਾ, ਮਹੀਨੇ ਖੰਡ ਦੀ ਗੱਲ ਹੈ, ਤੂੰ ਤਗੜਾ ਹੋ, ਕੋਈ ਗੱਲ ਨਹੀਂ, ਇੱਥੇ ਕਿਹੜੀਆਂ ਗੱਲਾਂ ਬਣਨੀਆਂ। ਪਰ ਹੁਣ ਜਦੋਂ ਵੇਖਿਆ ਵੀ ਕੰਮ ਇੰਨਾ ਕੁ ਜ਼ਿਆਦਾ ਲੰਮਕ ਗਿਆ, ਹੁਣ WhatsApp ਚੱਕਰ ਪਤਾ ਕੀ ਹੈ, ਜਿੱਦਾਂ ਕੁਰਸੀ ਜਿਹੜੀ ਹੈ ਨਾ, ਇਹ ਲੀਡਰ ਨੂੰ ਹੀ ਪਤਾ ਹੁੰਦਾ ਵੀ ਕੁਰਸੀ ਕਿੰਨੀ ਚੀਜ਼ ਹੈ। ਉਹ ਚੋਂ ਜਾਨ ਕੱਢ ਲਓ, ਕੁਰਸੀ ਨਾ ਲਓ ਉਹਦੇ ਕੋਲ, ਨਾਲ ਹੀ ਲੈ ਲਓ, ਨਾਲ ਹੀ ਆ। ਉਹ ਚੱਕਰ ਹੈ ਵੀ ਜਿਹਦੇ ਕੋਲੋਂ ਕੁਰਸੀ ਨੂੰ 11 ਮਹੀਨੇ ਹੋ ਗਏ, 10-11 ਮਹੀਨੇ ਹੋ ਗਏ ਦੂਰ ਹੋਏ ਨੂੰ, ਕਿੱਥੋਂ ਵੀਰ ਜੀ ਕਿਤੇ ਉਹਦਾ ਟਾਈਮ ਪਾਸ ਹੁੰਦਾ ਜੀ। ਨਹੀਂ ਮੁਸ਼ਕਿਲ ਹੋ ਜਾਂਦਾ ਹੈ। ਬਥੇਰਾ ਟਰੈਕਟਰਾਂ ਤੇ ਬੈਠ ਕੇ ਗਏ। ਮੈਂ ਤਾਂ ਇਹ ਵੀ ਸੋਚਦਾ ਸੀ ਕਿ ਜਦੋਂ ਆ ਹੁਣ ਆਏ ਸੀ ਕੇਜਰੀਵਾਲ ਸਾਹਿਬ, ਤੁਸੀਂ ਕਿਹਾ ਸੀ ਉਹ ਟਰੈਕਟਰ ਪੈਚ ਫਸਿਆ, ਚਾਬੀ ਰਾਹੁਲ ਗਾਂਧੀ ਤੋਂ ਲੈ ਆਉਂਦੇ ਕਿ ਭਾਈ ਗੱਦੀ ਗੁੱਦੀ ਲਵਾਈ ਹੈ ਸੋਹਣੀ ਤੈਨੂੰ, ਹਨਾ, ਵੀ ਔਖਾ ਨਾ ਹੋਵੇ ਕੰਮ, ਕਿਉਂਕਿ ਉਦੋਂ 49 ਦਿਨ ਦੀ ਜੇ ਸਰਕਾਰ ਬਣ ਸਕਦੀ ਹੈ। ਬਾਕੀ ਇੱਕ ਗੱਲ ਹੈਗੀ ਆ, ਉਗਰਾਹਾਂ ਵਾਲੀ ਜਥੇਬੰਦੀ ਨੇ ਫਿਰ ਐਲਾਨ ਕਰ ਦਿੱਤਾ, ਉਹ ਕਹਿੰਦੇ ਕਿ ਅੱਜ ਤੋਂ ਪੰਜਾਬ ਦੇ ਵਿੱਚ ਅਸੀਂ ਜਿੰਨਾ ਬੀਜੇਪੀ ਦਾ ਵਿਰੋਧ ਕਰਦੇ ਸੀ ਉਨਾ ਹੀ ਕਾਂਗਰਸ ਦਾ ਕਰਾਂਗੇ। ਜਿੱਦਾਂ ਅਸੀਂ ਬੀਜੇਪੀ ਦੇ ਮੰਤਰੀਆਂ ਨੂੰ ਪਹਿਲਾਂ ਘੇਰਦੇ, ਕਿਉਂਕਿ ਉਗਰਾਹਾਂ ਵਾਲੀ ਜਥੇਬੰਦੀ ਅੱਜ ਤੱਕ ਕਹਿੰਦੀ ਸੀ ਕਿ ਬੀਜੇਪੀ ਤੋਂ ਬਿਨਾਂ ਨਾ ਵਿਰੋਧ ਕਰੋ ਯਾਰ, ਬਹੁਤਾ ਕੋਈ ਗੱਲ ਨਹੀਂ, ਬਾਕੀਆਂ ਨੂੰ ਕਰਨ ਦਿਓ ਜੋ ਕਰਦੇ ਰੈਲੀਆਂ ਰੂਲੀਆਂ, ਉਹ ਨਹੀਂ ਸੀ ਬਹੁਤੇ ਸਹਿਮਤ। ਹੁਣ ਇਹ ਕਿਉਂ ਕਹਿਣਾ ਪੈ ਗਿਆ ਸੰਧਾਲੀਆ ਸਾਹਿਬ, ਇਹ ਵੀ ਬਹੁਤ ਵੱਡਾ ਰੌਲਾ ਹੈ, ਕਿਉਂਕਿ ਜੇ ਭਲਕ ਨੂੰ ਮੁੱਖ ਮੰਤਰੀ ਸਾਹਿਬ ਕਿਤੇ ਜਾਂਦੇ ਆ, 2 ਸੁੱਖ ਨਾਲ ਸਾਡੇ ਕੋਲ ਹੁਣ ਉਪ ਮੁੱਖ ਮੰਤਰੀ ਆ ਪੰਜਾਬ 'ਚ, ਉਹ ਕਿਤੇ ਜਾਂਦੇ ਆ, ਮੰਤਰੀ ਬਹੁਤ ਨੇ, ਹੋਰ ਲੀਡਰ ਨੇ, ਬਥੇਰੀਆਂ ਚੇਅਰਮੈਨੀਆਂ ਦਿੱਤੀਆਂ। ਕਾਰਨ ਕੀ ਹੋਇਆ? ਉਹ ਕਹਿੰਦੇ ਜੀ ਦੇਖੋ ਗੁਲਾਬੀ ਸੁੰਡੀ ਦਾ ਸਾਨੂੰ ਮੁਆਵਜ਼ਾ ਚਾਹੀਦਾ 60,000 ਤੇ 30,000, 30,000 ਮਜ਼ਦੂਰ ਦੇ ਲਈ ਤੇ 60,000 ਕਿਸਾਨ ਦੇ ਲਈ। 15-16 ਦਿਨ ਪਹਿਲਾਂ ਮਨਪ੍ਰੀਤ ਬਾਦਲ ਦੇ ਘਰ ਮੋਹਰੇ ਬੈਠੇ ਰਹੇ, ਉੱਥੇ ਕੋਈ ਨਹੀਂ ਆਇਆ। ਹੁਣ 5 ਦਿਨ ਕਹਿੰਦੇ ਮਿੰਨੀ ਸੈਕਟਰੀਏਟ ਬਠਿੰਡੇ ਬੈਠੇ ਰਹੇ ਆ, ਉੱਥੇ ਵੀ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ। ਉਹ ਕਹਿੰਦੇ ਅਸੀਂ ਹੁਣ ਫਿਰ ਦਿੱਲੀ ਵਾਲਾ ਕੰਮ ਨਹੀਂ ਕਰਨਾ ਕਿ ਬੈਠੇ ਆ ਤਾਂ ਬੈਠੇ ਰਹੋ। ਇਹ ਕਹਿੰਦੇ ਭੋਲੇ ਹੋ ਜਾਂਦੇ ਆ, ਕੋਈ ਗੱਲ ਨਹੀਂ ਬੈਠੇ ਆ ਤਾਂ ਬੈਠੇ ਰਹਿੰਦੇ। ਹੁਣ ਕਹਿੰਦੇ ਅੱਜ ਤੋਂ ਅਸੀਂ ਐਕਸ਼ਨ ਪਲਾਨ ਬਦਲਿਆ, ਧਰਨਾ ਚੱਕਤਾ। ਲੋਕਾਂ ਨੂੰ ਐਂ ਲੱਗਾ ਯਾਰ ਧਰਨਾ ਹੀ ਚੱਕ ਦਿੱਤਾ, ਨਿਰਾਸ਼ ਹੋ ਗਿਆ, ਗੱਲ ਤਾਂ ਉਹਨਾਂ ਮੰਨੀ ਨਹੀਂ। ਉਹ ਕਹਿੰਦੇ 3 ਕੰਮ ਅੱਜ ਤੋਂ ਸਟਾਰਟ। ਇੱਕ ਤਾਂ ਸੀਗਾ ਪੋਸਟਰ ਨਹੀਂ ਪਾੜਨੇ ਸਰਕਾਰ ਦੀਆਂ ਪ੍ਰਾਪਤੀਆਂ ਵਾਲੇ, ਉਹਨਾਂ ਦੇ ਉੱਤੇ ਕਾਂਟਾ ਮਾਰਨਾ ਕਾਲੇ ਰੰਗ ਨਾਲ, ਕਿ ਜਿੱਥੇ ਲਿਖਿਆ ਨਾ ਕਿ ਗੁਲਾਬੀ ਸੁੰਡੀ ਦਾ ਮੁਆਵਜ਼ਾ ਦੇਤਾ, ਕਹਿੰਦੇ ਕਾਂਟਾ ਵੱਜੂਗਾ ਤੇ ਲੋਕਾਂ ਨੂੰ ਪਤਾ ਲੱਗੂ ਕਿ ਪੋਸਟਰ ਲਾਤਾ ਸੀ, ਕੰਮ ਨਹੀਂ ਕੀਤੇ। ਕਿਸਾਨਾਂ ਦੇ ਕਰਜ਼ਾ ਮਾਫ, ਕਹਿੰਦੇ ਕਾਲੀ ਸਿਆਹੀ ਮਾਰਾਂਗੇ ਤੇ ਸਾਰੇ ਪੰਜਾਬ 'ਚ ਮਾਰਾਂਗੇ। ਦੂਸਰਾ, ਜਿੱਥੇ ਕਿਤੇ ਕਾਂਗਰਸ ਪਾਰਟੀ ਦਾ ਕੋਈ ਸਮਾਗਮ ਹੋਇਆ, ਜਿੱਥੇ ਕੋਈ ਦਾ ਮੰਤਰੀ ਤੇ ਵਿਧਾਇਕ ਹੋਇਆ, ਅਸੀਂ ਨਹੀਂ ਕਹਿੰਦੇ ਹੋਣ ਦਿੰਦੇ, ਸਾਨੂੰ ਕੁੱਟਣਾ ਕੁੱਟੋ, ਲਾਠੀਆਂ ਮਾਰਨੀਆਂ ਲਾਠੀਆਂ ਮਾਰੋ, ਪਰਚੇ ਕਰਨੇ ਪਰਚੇ ਕਰੋ। ਪਰ ਜੇ ਤੁਸੀਂ ਮੰਤਰੀ ਦੇ ਘਰ ਮੂਹਰੇ ਬੈਠਿਆਂ ਦੀ ਗੱਲ ਨਹੀਂ ਸੁਣਨੀ, ਜੇ ਤੁਸੀਂ ਮਿੰਨੀ ਸੈਕਟਰੀਏਟ ਦੇ ਮੂਹਰੇ ਬੈਠਿਆਂ ਦੀ ਗੱਲ ਨਹੀਂ ਸੁਣਨੀ, 5-5 ਜ਼ਿਲ੍ਹਿਆਂ ਦੇ ਵਿੱਚ ਲੱਗੇ ਧਰਨੇ ਦੀ ਗੱਲ ਨਹੀਂ ਸੁਣਨੀ, ਤਾਂ ਸਾਨੂੰ ਕੁੱਟਣਾ ਕੁੱਟ ਲਓ, ਅਸੀਂ ਕੋਈ ਸਮਾਗਮ ਨਹੀਂ ਹੋਣ ਦੇਣਾ, ਅਸੀਂ ਕੋਈ ਪ੍ਰਾਪਤੀਆਂ ਦਾ ਬੋਰਡ ਨਹੀਂ ਲੱਗਣ ਦੇਣਾ। ਤੇ ਸਭ ਤੋਂ ਵੱਡੀ ਗੱਲ, ਉਹ ਕਹਿੰਦੇ ਜਿਹੜੇ ਵੀ ਥਾਂ ਦੇ ਉੱਤੇ ਆ ਕੇ ਤੁਸੀਂ ਉਦਘਾਟਨ ਕਰੋਗੇ, ਕੁਛ ਕਰੋਗੇ, ਇਹ ਫਿਰ ਅਸੀਂ ਦੱਸਾਂਗੇ ਕੀ ਕਰਨਾ। ਹੁਣ ਜੇ ਭਾਜਪਾ ਵਾਲੀ ਸਥਿਤੀ ਆ ਗੁਲਾਬੀ ਸੁੰਡੀ ਦੇ ਮੁੱਦੇ ਦੇ ਉੱਤੇ ਉਧਰ ਪੈਦਾ ਹੋ ਗਈ ਤਾਂ ਕੰਮ ਖਰਾਬ ਹੋ ਜੂ। ਨਹੀਂ ਕੰਮ ਕਾਹਦਾ ਨਾ ਖਰਾਬ ਹੋਣਾ, ਦੱਸੋ ਕਮਾਲ ਕਰਦੇ ਹੋ। ਉਗਰਾਹਾਂ ਵਾਲੀ ਜਥੇਬੰਦੀ ਤੇ ਪੰਜਾਬ 'ਚ ਹੈ ਨਾ, ਮੁੱਖ ਮੰਤਰੀ ਸਾਹਿਬ ਦਿੱਲੀ ਰਹਿੰਦੇ ਆ, ਲੈ ਫਿਰ ਉਹੀ ਗੱਲ ਹੱਸਣ ਵਾਲੀ ਕਿਹੜੀ ਗੱਲ ਹੈ। ਉਦੋਂ ਬਾਅਦ ਜਿਹੜੇ ਉਹਨਾਂ ਦੇ ਨਾਲ ਦੇ ਬੰਦੇ ਆ, ਉਹਨਾਂ ਵੀ ਕਿਹੜਾ ਗਰਾਊਂਡ ਤੇ ਜਾਣਾ, ਟਵਿੱਟਰ ਕੋਲ ਆ, ਉਹ ਅੰਦਰ ਬਹਿ ਕੇ ਫੋਨ ਤੋਂ ਹੋ ਜਾਂਦਾ ਸਾਰਾ ਕੁਝ। ਮੈਂ ਹੋਰ ਕਹਿਣਾ, ਉਧਰੋਂ ਕੇਜਰੀਵਾਲ ਸਾਹਿਬ ਤੁਰਿਆ ਕਰਨ, ਇਧਰੋਂ ਚੰਨੀ ਸਾਹਿਬ ਤੇ ਰਾਹ ਦੇ ਵਿੱਚ ਜਿੱਥੇ ਟਾਕਰੇ ਉਹਨੇ ਐਫੀਡੇਵਿਟ ਦੇ ਦਿਆ ਕਰਨ, ਪਾਵਰ ਆਫ ਅਟਾਰਨੀ। ਯਾਰ ਜਿੰਨੇ ਕੁ ਦਿਨ ਤੂੰ ਦਿੱਲੀ ਹੈਗਾ ਉਹ ਕੋਈ ਮੇਰੇ ਕੰਮ ਕਰਦੇ, ਜਿੰਨੀ ਦੇਰ ਤੂੰ ਪੰਜਾਬ ਹੈਗਾ ਕੇਜਰੀਵਾਲ ਸਾਹਿਬ ਮੇਰੇ ਕੰਮ ਕਰਦੇ। ਮੈਂ ਗੱਲ ਹੀ ਆ, ਦੇਖੋ ਗੱਲ ਪਤਾ ਕੀ ਆ, ਪੰਜਾਬ ਵਾਲਿਆਂ ਨੂੰ ਭਾਵੇਂ ਮਨਜ਼ੂਰ ਹੋ ਜਾਵੇ, ਦਿੱਲੀ ਵਾਲਿਆਂ ਦਾ ਔਖਾ ਹੋ ਜਾਣਾ। ਨਹੀਂ ਉਹਨਾਂ ਦੇ ਤਾਰਾਂ ਨਹੀਂ ਕੱਸਣ ਵਾਲੀਆਂ, ਪਾਵਰ ਲੈ ਦੱਸ। ਉਹੀ ਗੱਲ ਵੀ ਚੰਨੀ ਸਾਹਿਬ ਨੇ ਜੇ ਉੱਥੇ ਜਾ ਕੇ ਕੋਈ ਮਤਲਬ ਪੰਜਾਬ ਵਾਲੇ 2-4 ਐਲਾਨ ਕਰ ਦਿੱਤੇ ਤੇ ਇਹਦਾ ਪੁੱਛ ਨਹੀਂ ਲੱਗਦਾ ਸਰਦਾਰ ਜੀ ਆ ਤੋਂ ਗਏ ਆਪ। ਅੱਛਾ ਆਪਾਂ ਉਹ ਜੇ ਦਿੱਲੀ ਪੰਜਾਬ ਵਾਲੇ ਵਟਾਂਦਰੇ ਦੀ ਗੱਲ ਕਰਨੀ ਤੇ ਦਿੱਲੀ ਪੰਜਾਬ ਦੇ ਵਟਾਂਦਰੇ ਦਾ ਰੌਲਾ ਰਾਜਾ ਵੜਿੰਗ ਹੋਰਾਂ ਦਾ ਵੀ ਹੈਗਾ। ਉਹ ਕਹਿੰਦੇ ਵੀ ਜਿਹੜੀਆਂ ਤੇ ਬੱਸਾਂ ਆ ਪ੍ਰਾਈਵੇਟ, ਉਹਦੇ ਜਾਂਦੀਆਂ ਸ਼ੌਕ ਦੀਆਂ ਪਾਪੂ 3-3 4-4 ਹਾਰਨ ਵੀ ਲੱਗੇ ਆ, ਵਜਾਉਂਦੇ ਜਾਂਦੇ ਅਗਲੇ ਤੇ ਵਜਾਉਂਦੇ ਆਉਂਦੇ ਆ। ਤੇ ਜਦੋਂ ਆਪਾਂ ਜਾਂਦੇ ਆ ਪੰਜਾਬ ਵਾਲੇ ਪਾਸਿਓਂ ਤੋਂ ਕਹਿੰਦੇ ਪੰਜਾਬ ਰੋਡਵੇਜ਼ ਦੀ ਬੱਸ ਨਹੀਂ ਜਾਣ ਦੇਣੀ, PRTC ਦੀ ਨਹੀਂ ਜਾਣ ਦੇਣੀ। ਤੇ ਕਿਤੇ ਨਾ ਕਿਤੇ ਜਾਪਦਾ ਕਿ ਸ਼ਾਇਦ ਕੇਜਰੀਵਾਲ ਸਾਹਿਬ ਦਾ ਪੰਜਾਬ ਦੇ ਟਰਾਂਸਪੋਰਟ ਮਾਫੀਏ ਨਾਲ ਕੋਈ ਨਾਤਾ। ਇਹ ਟਵੀਟ ਕੀਤਾ ਉਹਨਾਂ ਨੇ, ਬਕਾਇਦਾ ਇਲਜ਼ਾਮ ਲਾਇਆ। ਉਹਨੂੰ ਪੁੱਛਿਆ ਵੀ ਕਿਹੜੀ ਗੱਲੋਂ, ਕਹਿੰਦੇ 20 ਦਿਨ ਹੋ ਗਏ ਯਾਰ ਮੈਂ ਟਾਈਮ ਮੰਗਣ ਡਿਆ, 2 ਗੇੜੇ ਕੇਜਰੀਵਾਲ ਸਾਹਿਬ ਪੰਜਾਬ ਮਾਰ ਕੇ ਮੈਨੂੰ ਟਾਈਮ ਨਹੀਂ ਦਿੱਤਾ। ਆਫਟਰ ਆਲ ਮੰਤਰੀ ਅਗਲਾ ਯਾਰ ਗੁੱਸਾ ਖਾਈ ਜਾਂਦਾ। ਨਹੀਂ ਦੇਖੋ ਇਹ ਤਾਂ ਗੱਲ ਉਹਨਾਂ ਦੀ ਵਾਜਬ ਹੈ, ਜੇ ਤਾਂ ਚਿੱਠੀ ਉੱਥੇ ਨਹੀਂ ਪਹੁੰਚੀ ਸੀ। ਮੈਂ ਕਹਿੰਦਾ ਹਰਪਾਲ ਸਿੰਘ ਚੀਮਾ ਸਾਹਿਬ ਬਜਾ ਦੇਣ, ਉਹਨਾਂ ਨੂੰ ਇੱਕ ਸਵਾਲ ਪੁੱਛਿਆ ਸੀ ਪੱਤਰਕਾਰਾਂ ਨੇ, ਉਹ ਕਹਿੰਦੇ ਇਦਾਂ ਥੋੜੀ ਗੱਲ ਹੈ, ਇੱਥੇ ਜਿਹੜੀ ਗੱਲ ਆ ਇੱਥੇ ਨਿਬੜ ਜਾਂਦੀ ਹੁੰਦੀ ਆ, ਉਹਨੂੰ ਨਹੀਂ ਪਤਾ। ਉਹਨਾਂ ਆਖਿਆ ਵੀ ਅਸੀਂ ਮਿਲਾ ਦਿਆਂਗੇ। ਮੈਨੂੰ ਲੱਗਦਾ ਕਿ 2 ਦਿਨ ਹੁਣ ਚੀਮਾ ਸਾਹਿਬ ਨਾਲ ਹੀ ਰਹੇ ਯਾਰ, ਤੁਸੀਂ ਭਗਵੰਤ ਮਾਨ ਸਾਹਿਬ ਤੇ ਜਾਂਦੇ ਨਹੀਂ, ਉਹ ਘਰੇ ਹੁੰਦੇ ਆ, ਜਾਂ ਉਹ ਤੇ ਰੋਟੀ ਦੇ ਸੱਦ ਲੈਂਦੇ, ਜਿੱਥੇ ਤੁਸੀਂ 2 ਬੁਰਖੀਆਂ ਖਾਧੀਆਂ ਫੁਲਕਾ ਇੱਕ ਉਹ ਵੀ ਛਕ ਲੈਂਦੇ, ਨਾਲੇ ਲਾਗੇ ਹੈਗੇ ਸੀ ਨਾ, ਗੱਲਬਾਤ ਕਰ ਦਿੰਦੇ।
ਦੇਖੋ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇਹ ਗੱਲ ਤਾਂ ਵਾਜਬ ਹੈ ਕਿ ਭਾਈ ਜੇ ਚਿੱਠੀ ਪਾਈ ਹੈ, ਜੇ ਉੱਥੇ ਪ੍ਰਾਈਵੇਟ ਬੱਸਾਂ ਜਾਂਦੀਆਂ, ਅਸੀਂ ਨਹੀਂ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਨੇ ਰੋਕੀਆਂ, ਪਰ ਜੇ ਉੱਥੇ ਨਹੀਂ ਜਾਂਦੀਆਂ ਤਾਂ ਤੁਸੀਂ ਨਾਲ ਕਾਗਜ਼ ਲੈ ਆਓ 2 ਕੇਜਰੀਵਾਲ ਸਾਹਿਬ, ਜਾਂ ਜਨਤਕ ਤੌਰ ਤੇ ਚਿੱਠੀ 'ਚ ਲੈ ਕੇ ਪਾ ਦਿਓ ਕਿ ਭਾਈ ਇਹ ਸਾਡੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ, ਪ੍ਰਾਈਵੇਟ ਬੱਸਾਂ ਇਸ ਕਰਕੇ ਚੱਲ ਰਹੀਆਂ, ਸਰਕਾਰੀ ਇਸ ਕਰਕੇ ਨਹੀਂ ਚੱਲ ਰਹੀਆਂ, ਤੁਹਾਨੂੰ ਉੱਥੇ ਆਹ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ, ਪੂਰੀਆਂ ਕਰ ਦਿਓ, ਮੇਰੀ ਸਹਾਇਤਾ ਦੀ ਲੋੜ ਆ ਤਾਂ ਦੱਸੋ। ਪਰ ਜਿਹੜੀ ਚੁੱਪੀ ਹੈ ਨਾ ਇਸ ਮੁੱਦੇ ਦੇ ਉੱਤੇ, ਜੇ ਉਹ ਚੁੱਪ ਰਹਿੰਦੇ ਆ ਭਾਈ ਅਗਲਿਆਂ ਨੂੰ ਗੱਲਾਂ ਕਰਨ ਨੂੰ ਥਾਂ ਤਾਂ ਉਹ ਕਰਨਗੇ ਫਿਰ। ਨਹੀਂ, ਚੁੱਪ ਕਿਸੇ ਵੇਲੇ ਕਹਿੰਦੇ ਹੁੰਦੇ ਵੀ ਚੰਗੀ ਹੁੰਦੀ, ਪਰ ਮੈਨੂੰ ਲੱਗਦਾ ਵੀ ਇਸ ਕੇਸ ਦੇ ਵਿੱਚ ਚੁੱਪ ਮਾੜੀ ਹੈ, ਹੈ ਨਾ। ਵੀ ਉਹ ਕਹਿੰਦਾ ਵੀ ਮਤਲਬ 100 ਇੱਕ ਚੁੱਪ ਤੇ 100 ਸੁੱਖ, ਮੈਨੂੰ ਲੱਗਦਾ ਵੀ ਇੱਥੇ ਇੱਕ ਚੁੱਪ ਤੇ 100 ਦੁੱਖ ਵੀ ਹੋ ਜਾਣੇ ਨਾਲ। ਨਹੀਂ, ਗੱਲ ਤਾਂ ਬਰਾਬਰ। ਪਿਛਲੇ ਦਿਨ ਇੱਕ ਬਿਆਨ ਸੀ ਨਾ ਜਿਹਦੇ 'ਚ ਕਹਿੰਦੇ ਵੀ ਕੇਜਰੀਵਾਲ ਸਾਹਿਬ ਨੇ ਤੇ ਕਿਹਾ ਯਾਰ ਮੈਨੂੰ ਇਤਰਾਜ਼ ਕੋਈ ਨਹੀਂ ਹੈਗਾ, ਤੇ ਕੇਂਦਰ ਸਰਕਾਰ ਦਾ ਮਹਿਕਮਾ ਜੀ, ਕੇਂਦਰ ਸਰਕਾਰ ਦੇ ਅਫਸਰ ਜਾਣ, ਤੇ ਅਫਸਰ ਕਹਿੰਦੇ ਜੀ ਕੇਂਦਰ ਸਰਕਾਰ ਨਹੀਂ, ਪਤਾ ਨਹੀਂ ਕੌਣ ਮੰਨਦਾ ਕੌਣ ਨਹੀਂ ਮੰਨਦਾ, ਕਿਉਂਕਿ ਇਹਦੇ ਗੱਲ ਕਲੀਅਰ ਹੈ ਵੀ ਪਿਛਲੇ ਦਿਨਾਂ ਦਾ ਜਿਹੜਾ ਉਪ ਰਾਜਪਾਲ ਸਾਹਿਬ ਕੋਲ ਅਧਿਕਾਰਾਂ ਦਾ ਟੋਕਰਾ ਗਿਆ, ਉਹਦੇ ਤੇ ਜੇ ਹੋ ਸਕਦਾ ਵੀ ਕੇਜਰੀਵਾਲ ਸਾਹਿਬ ਦੀ ਵਜ਼ਾਰਤ ਨੂੰ ਖੁਦ ਨਾ ਪਤਾ, ਉਹ ਯਾਰ ਮਹਿਕਮਾ ਆਪਣੇ ਕੋਲੇ ਹੈ ਕਿਹੜਾ, ਪਤਾ ਤੇ ਕਰੋ ਪਹਿਲਾਂ, ਪਤਾ ਤਾਂ ਕਰੋ, ਹੈ ਨਾ। ਬਾਕੀ ਇਦਾਂ ਆ, ਜੇ ਉਧਰਲੇ ਪਾਸੇ ਕੇਜਰੀਵਾਲ ਸਾਹਿਬ ਦਾ ਨਾਂ ਲੈ ਕੇ ਇਧਰ ਕਾਂਗਰਸੀ ਨੇ ਰੌਲਾ ਪਾਇਆ, ਤੇ ਉਧਰ ਸੁਖਬੀਰ ਸਿੰਘ ਬਾਦਲ, ਮਨਜਿੰਦਰ ਸਿੰਘ ਸਿਰਸਾ, ਅਰਵਿੰਦ ਕੇਜਰੀਵਾਲ ਤੇ ਹੋਰ ਕਈ ਲੀਡਰਾਂ ਨੇ ਕਿਹਾ ਦੇਖਿਆ ਕਤਲੇਆਮ ਦੇ ਵਿੱਚ ਨਾਂ ਵੱਜਦਾ ਜਗਦੀਸ਼ ਟਾਈਟਲਰ ਦਾ, ਕਾਂਗਰਸ ਪਾਰਟੀ ਨੇ ਦਿੱਲੀ ਦੇ ਵਿੱਚ ਉਹਨੂੰ ਸਥਾਈ ਮੈਂਬਰ ਬਣਾ ਲਿਆ, ਜੀਵਨ ਮੈਂਬਰ ਬਣਾ ਲਿਆ। ਜੇ ਇਦਾਂ ਹੀ ਤੁਸੀਂ ਜ਼ਖਮਾਂ ਦੇ ਉੱਤੇ ਲੂਣ ਭੁੱਕਣਾ ਹੈ ਤਾਂ ਫਿਰ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਕਿੰਨੇ ਕੁ ਕਿਸੇ ਦੇ ਪ੍ਰਤੀ ਸਿਰਦਮ ਮਨੁੱਖਤਾਵਾਦੀ ਕਿੰਨੇ ਹੋ, ਪੰਜਾਬੀਆਂ ਸਿੱਖਾਂ ਦੇ ਪ੍ਰਤੀ ਤੁਹਾਡੀ ਸੋਚ ਕੀ ਹੈ। ਜੇ ਚਿੱਠੀ ਦਾ ਜਵਾਬ ਨਹੀਂ ਦਿੱਤਾ, ਰਾਜਾ ਵੜਿੰਗ ਸਾਹਿਬ ਨੇ ਗੱਲ ਚੱਕੀ, ਉਹ ਕਹਿੰਦੇ ਉਹਨੇ ਕੋਈ ਗੱਲ ਨਹੀਂ, ਇੱਧਰਲੇ ਪਾਸੇ ਵੀ ਤੁਸੀਂ ਆ ਬਸੂੜੀ ਇੱਕ ਪਾ ਲਈ ਹੈ, ਅਸੀਂ ਚੱਕਦੇ ਹਾਂ ਗੱਲ। ਨਹੀਂ ਹੋ ਸਕਦਾ ਚੰਨੀ ਸਾਹਿਬ ਗਏ ਤੇ ਹੈਗੀ ਉਹ ਗੱਲ ਨਿਬੇੜ ਹੀ ਆਉਣ ਵੀ ਗਾਂਧੀ ਸਾਹਿਬ ਦੇਖੋ ਬਾਕੀ ਤੁਹਾਡੇ ਸਾਰੇ ਕੰਮ ਠੀਕ ਆ, ਉਧਰ ਮੈਂ ਮਸਾਂ ਸੈੱਟ ਕਰਦਾ ਮਾੜਾ ਮੋੜ, ਤੁਸੀਂ ਕੋਈ ਇਧਰੋਂ ਨਵੀਂ ਤਾਰ ਕੱਢ ਕੇ ਮਾਰਦੇ ਜੇ ਚ ਕਰੰਟ ਵੱਖਰਾ ਹੀ ਆਉਂਦਾ ਹੁੰਦਾ ਵੀ ਆਹ ਜਿਹੜਾ ਕੰਮ ਸੀ ਕਰਨ ਦੀ ਲੋੜ ਕੀ ਸੀ, ਵੀ ਨਾ ਤੇ ਕੋਈ ਦਿੱਲੀ 'ਚ ਇਲੈਕਸ਼ਨ ਹੈ ਤੇ ਨਾ ਕੋਈ ਐਸਾ ਗੱਡਾ ਹੀ ਫਸਿਆ ਵੀ ਉਹਦੇ ਮੋਢੇ ਬਿਨਾਂ ਉਹ ਨਿਕਲਣਾ ਨਹੀਂ ਭਾਈ ਸਾਹਿਬ, ਤੇ ਫਿਰ ਲੋੜ ਕੀ ਸੀ ਇਹ ਕੰਮ ਕਰਨ ਦੀ। ਉਹ ਵਾਪਸ ਲੈ ਲੈਂਦੇ ਹੁੰਦੇ, ਕਰੀ ਟਾਈਟਲ ਸਾਹਿਬ ਨੂੰ ਟਿਕਟ ਦੇਤੀ ਸੀ, ਕੱਚੀ ਪੈਨਸਲ ਨਾਲ ਲਿਖਦੇ ਪਹਿਲਾਂ ਕਾਂਗਰਸੀ, ਜਦੋਂ ਇੱਧਰਲੇ ਪਾਸੇ ਬਹੁਤ ਰੌਲਾ ਪੈ ਗਿਆ ਮਿੰਟ ਦੇ ਵਿੱਚ ਹੀ ਭਾਂਸਿਆਂ ਮੋੜ ਦੇ, ਭਾਂਸਿਆਂ ਮਿਟਾ ਦੇ, ਭਾਂਸਿਆਂ ਮਿਟਾ ਦੇ, ਕਿਸੇ ਹੋਰ ਦਾ ਨਾਂ ਲਿਖਦੇ। ਨਹੀਂ ਪਰ ਇੱਕ ਗੱਲ ਹੈ, ਇਹ ਮੇਰੇ ਖਿਆਲ ਨਾਲ ਹੋ ਸਕਦਾ ਜਿਹੜੀ ਪਿਛਲੇ ਦਿਨੀ ਉਹ ਚਰਚਾ ਚੱਲਦੀ ਸੀ ਨਾ ਵੀ ਉਹ 22-23 ਜਿਹੜੇ ਸੀਨੀਅਰ ਲੀਡਰ ਨੇ ਉਹ ਅਕਸਰ ਕਹਿੰਦੇ ਆ ਵੀ ਰਾਹੁਲ ਗਾਂਧੀ ਸਾਹਿਬ ਜਾਂ ਉਹਨਾਂ ਦੇ ਆਸੇ-ਪਾਸੇ ਕੋਈ ਸਲਾਹਕਾਰ ਐਸੇ ਨੇ ਜਿਹੜੇ ਨਹੀਂ ਚਾਹੁੰਦੇ ਵੀ ਭਾਈ ਸਾਹਿਬ ਜਾਂ ਸਾਰਾ ਕੁਝ ਸੈੱਟ ਚੱਲੇ। ਹੋ ਸਕਦਾ ਵੀ ਉਹ ਚੈੱਕ ਕਰ ਲੈਣ ਆਸੇ-ਪਾਸੇ ਵੀ ਕੋਈ ਸਲਾਹਕਾਰ ਤਾਂ ਨਹੀਂ ਇਦਾਂ ਦਾ ਜਿਹਨੇ ਚੇਚਾ ਕਿਹਾ ਹੋਵੇ ਵੀ ਵੇਖੋ ਜੀ ਗਾਂਧੀ ਸਾਹਿਬ ਆਹ ਤੇ ਫਿਰ ਨਾਂ ਪਾਉਣਾ ਹੀ ਪੈਣਾ ਨਾ ਜੀ, ਆਪਾਂ ਨੂੰ ਇਹਦੇ ਬਿਨਾਂ ਤੇ ਗੁਜ਼ਾਰਾ ਨਹੀਂ, ਤੇ ਇੱਕ ਨਾ ਪਵਾ ਲਿਆ। ਹੋ ਸਕਦਾ ਉਹਨਾਂ ਨੇ ਪਾਤਾ, ਚਲੋ ਠੀਕ ਹੈ ਯਾਰ, ਓਕੇ ਲਿਸਟ ਆ ਗਈ, ਜੇ ਰੌਲਾ ਬਾਅਦ 'ਚ ਪਿਆ ਹੋਵੇ। ਕਈ ਤਾਰਾਂ ਕੱਸਣ ਦੀ ਲੋੜ ਹੁੰਦੀ ਹੈ। ਜੇ ਰਾਹੁਲ ਗਾਂਧੀ ਸਾਹਿਬ ਕੋਲ ਪਲਾਸ ਨਹੀਂ ਹੈਗਾ ਤੇ ਉਹ ਕੇਜਰੀਵਾਲ ਸਾਹਿਬ ਦੇ ਘਰੇ ਜਾਣ, ਕੁੰਡਾ ਖੜਕਾਉਣ, ਜੇ ਉਹ ਕਹਿਣ ਵੀ ਦਿੱਲੀ ਗਏ ਤਾਂ ਪਲਾਸ ਮੰਗ ਲੈਣ। ਕਈ ਵਾਰੀ ਘਰਦਿਆਂ ਨੂੰ ਨਹੀਂ ਪਤਾ ਹੁੰਦਾ ਕਿੱਥੇ ਪਿਆ, ਤੇ ਚੰਨੀ ਸਾਹਿਬ ਤੋਂ ਲੈ ਲੈਣ, ਕਿਉਂਕਿ ਤਾਰਾਂ ਕਈ ਕੱਸਣ ਵਾਲੀਆਂ ਆਂਢ ਗੁਆਂਢ ਦੇ ਵਿੱਚ। ਰਾਹੁਲ ਗਾਂਧੀ ਹੋਰਾਂ ਦੇ ਜੇ ਨਾ ਕੱਸੀਆਂ ਤੇ ਆਪਾਂ ਨੂੰ ਪਤਾ ਹੀ ਹੈ ਪਟਾਕਾ ਹੀ ਪੈਂਦਾ ਹੁੰਦਾ ਮੁੜ ਕੇ, ਤਾਂ ਫਿਰ ਮੁੜ ਕੇ ਬੰਦਾ ਕਹਿੰਦਾ ਅਸਤੀਫਾ किसी और को अध्यक्ष बना लीजिए, आप इलेक्शन हार गए, चुनाव में ठीक नहीं रहा प्रदर्शन इस बार। ਨਹੀਂ ਉੱਥੋਂ ਤੱਕ ਜਾਣੀ ਨਹੀਂ ਨੌਬਤ, ਕਿਉਂਕਿ ਮੈਨੂੰ ਲੱਗਦਾ ਵੀ ਜਿਹੜੀ ਤਾਰ ਪਟਿਆਲੇ ਤੋਂ ਲੈ ਕੇ ਅੰਮ੍ਰਿਤਸਰ ਤੱਕ ਢਿੱਲੀ ਚੱਲਣ ਡਈ ਨਾ, ਐ ਲਮਕਦੀ ਜੀ ਪਈ, ਉਹ ਕਿਸੇ ਨਾ ਲੱਗ ਜਾਣੀ ਹੈ। ਉਹਨਾਂ ਨੂੰ ਇੱਕ ਦਿੱਕਤ ਆਉਣੀ ਹੈ ਵੈਸੇ, ਉਹ ਪੈਂਟ ਘੱਟ ਪਾਉਂਦੇ, ਕਮੀਜ਼ ਪਾਉਂਦੇ, ਲੁੱਪੀ 'ਚ ਫਸਾਉਣਗੇ ਕਿੱਥੇ ਪਲਾਸ। ਇਹਦੇ ਟਾਈਮ ਦੱਸੂ। ਚਲਿਏ, ਬਹੁਤ ਸ਼ੁਕਰੀਆ ਜੀ। ਲਓ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਸਮਾਪਤ ਕਰਦਾ ਜੀ। ਇੱਥੇ ਹੀ ਆਪਣੀ ਫੀਡਬੈਕ ਜ਼ਰੂਰ ਭੇਜਦੇ ਰਿਹਾ ਕਰੋ। ਇੱਕੋ ਲਾਈਕ ਵਾਲਾ ਬਟਨ ਤੁਸੀਂ ਦੱਬ ਦਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਅੱਗੇ ਸ਼ੇਅਰ ਵੀ ਕਰਦਾ ਕਰੋ ਜੀ ਵੀਡੀਓ ਨੂੰ। ਸੋ ਦੇਖਦੇ ਰਹਿਣਾ ਜੀ ਪ੍ਰਾਈਮ ਏਸ਼ੀਆ ਰੇਡੀਓ TV, ਤੁਹਾਡਾ ਆਪਣਾ, ਤੁਹਾਡੇ ਲਈ।